ਨਵਰੰਗ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ। ਮੈਂ ਹਾਂ ਜੀ ਮਨਪ੍ਰੀਤ ਧਾਮੀ ਤੇ ਮੈਂ ਹਰਮਿੰਦਰ ਸਿੰਘ ਬਸਰਾ ਲੈ ਕੇ ਹਾਜ਼ਰ ਹਾਂ ਹਰ ਵਾਰ ਦੀ ਤਰ੍ਹਾਂ ਤੁਹਾਡੇ ਲਈ ਪ੍ਰੋਗਰਾਮ ਇੱਕ ਨਜ਼ਰ ਪ੍ਰੋਗਰਾਮ ਦੇ ਵਿੱਚ, ਜਿੱਥੇ ਅਸੀਂ ਗੱਲਾਂ ਬਾਤਾਂ ਕਰਾਂਗੇ ਅੱਜ ਦੀਆਂ ਜਿਹੜੀਆਂ ਮੇਨ ਸਥਿਤੀ ਕੀ ਹੈਗੀ ਹੈ ਫਗਵਾੜੇ ਦੀ, ਕਰੋਨਾ ਨੂੰ ਲੈ ਕੇ ਜਲੰਧਰ ਦੀ ਕੀ ਸਥਿਤੀ ਹੈਗੀ ਹੈ। ਤੇ ਉੱਥੇ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਜਾਈਏ ਕਿ ਫਗਵਾੜਾ ਦੇ ਲਈ ਜਿਹੜੀ ਇੱਕ ਚੰਗੀ ਖਬਰ ਨਹੀਂ ਹੈਗੀ ਕਿ ਫਗਵਾੜਾ ਦੇ ਥਾਣਾ ਦੇ SHO ਸਣੇ ਜਿਹੜਾ ਇੱਕ ਗਨਮੈਨ ਦੇ ਸਣੇ ਤੇ ਦੋ ਹੋਰ ਜਿਹੜੇ SHO ਓਂਕਾਰ ਸਿੰਘ ਬਰਾੜ ਹੈ। ਜੇ ਕੋਈ ਅਗਰ ਗੱਲ ਕਰਦੇ ਕਿ ਕਰੋਨਾ ਦੇ ਟਾਈਮ ਦੀ ਜਿਹੜਾ ਇਹ ਟਾਈਮ ਨਿਕਲਿਆ ਉਹਦੇ ਵਿੱਚ ਇੱਕ ਯੋਧਾ ਦੇ ਤੌਰ ਤੇ ਨਿਕਲ ਕੇ ਸਾਹਮਣੇ ਆਇਆ ਸੀ ਤੇ ਗਲੀਆਂ ਦੇ ਵਿੱਚ ਜਾਂ ਜਿੱਥੇ ਵੀ ਕਹ ਲਓ ਬਾਜ਼ਾਰਾਂ ਦੇ ਵਿੱਚ ਹਰ ਥਾਂ ਦੇ ਉੱਤੇ ਦਿਨ ਰਾਤ ਡਿਊਟੀ ਦੇ ਉੱਤੇ ਜਿਹੜਾ ਇਹਨਾਂ ਨੂੰ ਦੇਖਿਆ ਜਾਂਦਾ ਰਿਹਾ ਤੇ ਬੇਸ਼ੱਕ ਇਹਨਾਂ ਵੱਲੋਂ ਪੂਰੀ ਪ੍ਰੀਕਾਸ਼ਨ ਵੀ ਜਿਹੜੀ ਆ ਉਹ ਵਰਤੀ ਜਾਂਦੀ ਸੀ ਤੇ ਲੋਕਾਂ ਨੂੰ ਮਿਲਣਸਾਰ ਤੇ ਜਿੱਥੇ ਕਿਤੇ ਲੋੜ ਪਈ ਸਖਤੀ ਦੀ ਉੱਥੇ ਸਖਤੀ, ਕਿਤੇ ਪਿਆਰ ਦੀ ਲੋੜ, ਜਦੋਂ ਆਪਾਂ ਨੂੰ ਫੋਨ ਆਉਂਦੇ ਸੀ ਤਾਂ ਉਹਨਾਂ ਦਾ ਨਾਮ ਜਿਹੜਾ ਆ ਉਹ ਜ਼ਿਕਰ ਕੀਤਾ ਜਾਂਦਾ ਸੀ। ਤੇ ਓਂਕਾਰ ਸਿੰਘ ਬਰਾੜ ਉਹਨਾਂ ਦੇ ਗਨਮੈਨ ਨੇ ਗੁਰਦੇਵ ਸਿੰਘ ਤੇ ਇਹ ਦੋ ਪੁਲਿਸ ਮੁਲਾਜ਼ਮ ਨੇ ਜਿਹੜੇ ਪੋਜ਼ਿਟਿਵ ਆਏ ਨੇ ਤੇ ਉਸ ਤੋਂ ਇਲਾਵਾ ਇੱਕ ਦੀਪਕ ਕੋਹਲੀ ਨੇ ਹਰਗੋਬਿੰਦ ਨਗਰ ਰਹਿੰਦੇ ਨੇ, ਇਹਨਾਂ ਦਾ ਜਿਹੜਾ ਆ ਕਰੋਨਾ ਦਾ ਟੈਸਟ ਆ ਉਹ ਵੀ ਪੋਜ਼ਿਟਿਵ ਆਇਆ ਤੇ ਉਸ ਤੋਂ ਇਲਾਵਾ ਭੁੱਲਾਰਾਈ ਤੋਂ ਮਨਜੀਤ ਰਾਮ ਇਹਨਾਂ ਦਾ ਜਿਹੜਾ ਆ ਕਰੋਨਾ ਦਾ ਟੈਸਟ ਆ ਜਿਹੜਾ ਉਹ ਵੀ ਜਿਹੜਾ ਪੋਜ਼ਿਟਿਵ ਆਇਆ। ਸਾਡਾ ਕੁੱਲ 4 ਨਵੇਂ ਕੇਸ ਜਿਹੜੇ ਫਗਵਾੜਾ ਤੋਂ ਸਾਹਮਣੇ ਆਏ ਨੇ। ਅਸੀਂ ਇਸ ਸੰਬੰਧੀ ਜਿਹੜੀ ਗੱਲ ਆ ਤੁਹਾਨੂੰ ਪਹਿਲਾਂ ਇਨਫੋਰਮੇਸ਼ਨ ਦੇਣੀ ਸੀ, ਲੇਕਿਨ ਜਿਹੜਾ ਸਾਡਾ ਅੱਜ ਦਾ ਇਸ ਪ੍ਰੋਗਰਾਮ ਦਾ ਮੇਨ ਟੌਪਿਕ ਹੈ ਜਿੱਥੇ ਅਸੀਂ ਕੋਵਿਡ-19 ਤੇ ਗੱਲ ਕਰਾਂਗੇ, ਜੋ ਸਾਡੇ ਆਸ-ਪਾਸ ਹੋ ਰਿਹਾ ਉਹਦੇ ਬਾਰੇ ਗੱਲ ਕਰਾਂਗੇ। ਉਸ ਤੋਂ ਇਲਾਵਾ ਇੱਕ ਅਹਿਮ ਜਿਹੜੀ ਗੱਲ ਕਰਾਂਗੇ ਕਿ ਜੋ ਟੀਚਰਸ ਨੂੰ ਲੈ ਕੇ ਇੱਕ ਫਰਮਾਨ ਜਾਰੀ ਹੋਇਆ ਸੀ SDM ਫਗਵਾੜਾ ਵੱਲੋਂ ਕਿ ਇਹਨਾਂ ਦੀਆਂ ਮਾਈਨਿੰਗ ਦੇ ਸੰਬੰਧ ਵਿੱਚ ਡਿਊਟੀਆਂ ਰਾਤ ਨੂੰ ਜਿਹੜੀਆਂ ਅਸੀਂ 9 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀਆਂ ਲਗਾਈਆਂ ਜਾ ਰਹੀਆਂ ਸੀ, ਉਹ ਡਿਊਟੀਆਂ ਦੇ ਸੰਬੰਧ ਵਿੱਚ ਕੀ ਸੋਚਦੇ ਰੱਖਦੇ ਨੇ ਟੀਚਰ ਤੇ ਕੀ ਇਹਦੇ ਬਾਰੇ ਹੋਣਾ ਚਾਹੀਦਾ, ਇਹਦੇ ਬਾਰੇ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਇੱਕ ਅਹਿਮ ਮੁੱਦਾ ਜੋ ਸਾਡੇ ਫੌਜੀ ਸ਼ਹੀਦ ਹੋਏ ਨੇ ਚਾਈਨਾ ਦੇ ਬਾਰਡਰ ਦੇ ਉੱਤੇ, ਧੋਖੇ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਚਾਈਨਾ ਦੀ ਫੌਜ ਵੱਲੋਂ, ਜਿਹਦੇ ਵਿੱਚ ਲੈ ਕੇ ਸਾਡੇ ਸਮੂਹ ਦੇਸ਼ ਵਾਸੀਆਂ ਦੇ ਵਿੱਚ ਜਿਹੜੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਇੱਥੋਂ ਸਾਰਾ ਚੀਨ ਦਾ ਸਮਾਨ ਖਰੀਦ ਕੇ ਉਹਨਾਂ ਨੂੰ ਕਮਾਈ ਕਰ ਕਰਕੇ ਦੇ ਰਹੇ ਆ ਤੇ ਉਹੀ ਜਿਹੜੇ ਪੈਸੇ ਆ ਉਹਨਾਂ ਦੀ ਉਹ ਵਰਤੋਂ ਜਿਹੜੀ ਕਰਦੇ ਨੇ ਚੀਨ ਵਾਲੇ, ਉਹ ਉਹਨਾਂ ਦੇ ਹਥਿਆਰ ਖਰੀਦਣ ਲਈ ਕਰਦੇ ਨੇ, ਹਥਿਆਰ ਖਰੀਦ ਕੇ ਸਾਡੇ ਖਿਲਾਫ ਵਰਤਦੇ ਨੇ, ਸਾਡੇ ਖਿਲਾਫ ਉਹਦੀਆਂ ਵਿਉਂਤਬੰਦੀਆਂ ਬਣਾ ਕੇ ਸਾਨੂੰ ਛੜਯੰਤਰ ਦੇ ਰਚ ਕੇ ਜਿਹੜਾ ਆ ਉਹ ਫਸਾਇਆ ਜਾ ਰਿਹਾ ਆ। ਤੇ ਕਿਉਂ ਨਾ ਜਿਹੜਾ ਆ ਚੀਨ ਦੇ ਸਮਾਨ ਦਾ ਬਾਈਕਾਟ ਪੂਰੇ ਭਾਰਤ ਦੇ ਵਿੱਚ ਕੀਤਾ ਜਾਵੇ, ਇਹਦੇ ਬਾਰੇ ਵੀ ਜਿਹੜਾ ਅਸੀਂ ਵਿਚਾਰ ਜਾਣਾਂਗੇ ਤੇ ਤੁਸੀਂ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਹੋ। ਸਾਡੇ ਫੋਨ ਨੰਬਰ ਥੱਲੇ ਡਿਸਪਲੇ ਨੇ 01824 508 709 ਅਤੇ 380 113। ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਇਤਨੇ ਇਸ਼ੂ ਦੇ ਉੱਤੇ ਸਾਡੇ ਨਾਲ ਜਿਹੜੀ ਆ ਉਹ ਗੱਲ ਕਰ ਸਕਦੇ ਹੋ, ਭਾਵੇਂ ਕੋਵਿਡ-19 ਹੋਵੇ ਜਾਂ ਜੋ ਟੀਚਰਸ ਦੇ ਇਸ਼ੂ ਜਿਹੜਾ ਇਹ ਚੱਲਿਆ ਆ ਉਹਦੇ ਸੰਬੰਧ ਵਿੱਚ ਹੋਵੇ ਤੇ ਬੇਸ਼ੱਕ ਜੋ ਚਾਈਨਾ ਦੇ ਸਮਾਨ ਦੇ ਬਾਈਕਾਟ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਸੰਬੰਧ ਦੇ ਵਿੱਚ ਹੋਵੇ ਜੀ। ਤੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਕੀ ਜੇਕਰ ਅਸੀਂ ਚਾਈਨਾ ਦੇ ਸਮਾਨ ਦਾ ਬਾਈਕਾਟ ਕਰਦੇ ਆ, ਉਦਯੋਗ ਕਰਨਾ, ਵਪਾਰ ਕਰਨਾ ਸੰਭਵ ਆ ਕਿ ਉਹ ਸਹੀ ਤਰੀਕੇ ਨਾਲ, ਮਤਲਬ ਕਹ ਲਓ ਕਿ ਅਸੀਂ ਵਪਾਰ ਦੇ ਵਿੱਚ ਮੁੜ ਤੋਂ ਉਤਰਾਂਗੇ, ਕਿਉਂਕਿ ਜ਼ਿਆਦਾਤਰ ਜਿਹੜਾ ਸਰ ਸਮਾਨ ਹੈ ਨਾ ਚਾਈਨਾ ਦਾ ਅੱਜ ਕੱਲ ਮਾਰਕੀਟ ਵਿੱਚ ਜ਼ਿਆਦਾ ਆ ਰਿਹਾ ਹੈ ਨਾ। ਮਨਪ੍ਰੀਤ, ਅਗਰ ਆਪਾਂ ਗੱਲ ਕਰਦੇ ਆ ਨਾ ਕਿ ਇਸ ਟਾਈਮ ਜੇ ਆਪਾਂ ਇਹ ਚ ਕੋਈ ਵੀ ਕਹਿਣਾ ਜਿਹੜਾ ਆ ਝੂਠ ਨਹੀਂ। ਪਹਿਲਾਂ ਸਾਡੇ ਕੋਈ ਇੱਕ ਕਾਲਰ ਜੁੜ ਗਏ ਨੇ, ਇਸ ਤੇ ਆਪਾਂ ਗੱਲ ਜਿਹੜੀ ਅੱਗੇ ਜਾਰੀ ਰੱਖਾਂਗੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਸਤਿ ਸ਼੍ਰੀ ਅਕਾਲ ਮੈਡਮ ਜੀ। ਹਾਂਜੀ, ਕੌਣ ਬੋਲ ਰਿਹਾ ਜੀ? ਨਿਕਲ ਜੱਟਾ ਬੋਲਦਾ ਜੀ, ਦੀਆ ਬਾਤਾ ਜੀ। ਹਾਂਜੀ, ਕੀ ਹਾਲ ਚਾਲ ਹੈ ਜੀ? ਕੀ ਕਹਿਣਾ ਚਾਹੁੰਦੇ ਜੀ? ਕੀ ਹਾਲ ਹੈ ਜੀ? ਠੀਕ ਠਾਕ ਜੀ? ਹਾਂਜੀ ਠੀਕ ਹੈ ਜੀ। ਮਤਲਬ ਜੀ ਇੱਕ ਮੇਰਾ ਸਵਾਲ ਆ, ਜਿਹੜਾ ਆਪਣੇ ਫਗਵਾੜੇ ਚ ਬਰਾੜ ਸਾਹਿਬ ਨੂੰ ਪੋਜ਼ਿਟਿਵ ਨਿਕਲਿਆ ਵਾ ਜਾਂ 4 ਬੰਦੇ ਹੋਰ ਨਿਕਲੇ ਆ, ਇਹਨਾਂ ਦੇ ਲਈ ਸਰਕਾਰ ਕੀ ਕਦਮ ਚੱਕ ਰਹੀ ਆ ਕਿ ਜਿਹੜੇ ਦਿਨ ਦਾ ਆਪਣੀ ਸੇਵਾ ਕਰ ਰਹੇ ਆ ਤੇ ਜਿਹੜੇ ਇਹਨਾਂ ਨੂੰ ਕਰੋਨਾ ਪੋਜ਼ਿਟਿਵ ਹੋ ਸਕਦਾ ਤੇ ਆਮ ਨਾਗਰਿਕ ਕਿੱਥੇ ਖੜਾ ਵਾ ਇਸ ਗੇਟ 'ਚ? ਦੇਖੋ ਨਿਤਨ ਜੀ, ਗੱਲ ਇੱਕ ਹੈਗੀ ਆ ਕਿ ਸਭ ਨਾਲੋਂ ਜਿਹੜੇ ਜ਼ਿਆਦਾ ਚਾਂਸਸ ਨੇ ਇਸ ਮਹਾਮਾਰੀ ਦੇ ਵਿੱਚ ਪੋਜ਼ਿਟਿਵ ਹੋਣ ਦੇ ਜਾਂ ਇਹਦੇ ਜਿਹੜੇ ਆ ਇਹਦੇ ਨਾਲ ਸੰਕਰਮਿਤ ਹੋਣ ਦੇ, ਉਹ ਚਾਂਸਸ ਹੁੰਦੇ ਨੇ ਜ਼ਿਆਦਾਤਰ ਡਾਕਟਰਸ, ਹੈਲਥ ਡਿਪਾਰਟਮੈਂਟ ਸਾਰਾ ਹੀ ਹੋ ਗਿਆ, ਪੁਲਿਸ ਡਿਪਾਰਟਮੈਂਟ ਹੋ ਗਿਆ ਤੇ ਜਾਂ ਜਿਹੜੇ ਉੱਥੇ ਹਸਪੀਟਲ ਵਗੈਰਾ ਦੇ ਵਿੱਚ ਸਫਾਈ ਕਰਦੇ ਨੇ ਜਾਂ ਜਿਹੜੇ ਸੇਵਾ ਕਰਦੇ ਨੇ, ਉਹਨਾਂ ਦੇ ਜ਼ਿਆਦਾ ਚਾਂਸਸ, ਮੋਹਰਲੀ ਕਤਾਰ ਦੇ ਜਿਹੜੇ ਯੋਧੇ ਇਹਨਾਂ ਨੂੰ ਕਿਹਾ ਜਾਂਦਾ ਆ, ਉਹਨਾਂ ਦੇ ਹੀ ਜਿਹੜੇ ਜ਼ਿਆਦਾ ਚਾਂਸਸ ਹੋ ਜਾਂਦੇ ਆ, ਕਿਉਂਕਿ ਇਹਨਾਂ ਨੇ ਕਿੰਨੇ ਬੰਦਿਆਂ ਨੂੰ ਮਿਲਣਾ,
ਜੇ ਸਪੋਜ਼ ਕਰ ਲਓ ਮੁਜਰਮ ਵੀ ਹੈ, ਕਿਤੇ ਦੌੜ ਰਿਹਾ, ਉਹਨੂੰ ਫੜਨਾ ਆ ਤਾਂ ਉਹਨੂੰ ਟੱਚ ਕੀਤਾ ਹੀ ਜਾਣਾ, ਹਨਾ। ਉਹ ਇਦਾਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਕਈ SHO, ਜੱਜ ਸਾਹਿਬਾਨ ਜਾਂ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਨੇ ਨਾ, ਉਹ ਕਰੋਨਾ ਪੋਜ਼ਿਟਿਵ ਨਿਕਲਦੇ। ਇਹਨਾਂ ਨੂੰ ਕਰੋਨਾ ਪੋਜ਼ਿਟਿਵ ਹੋਣ ਤੋਂ ਤਾਂ ਨਹੀਂ ਰੋਕਿਆ ਜਾ ਸਕਦਾ, ਲੇਕਿਨ ਪੁਲਿਸ ਆ ਜਿਹੜੀ ਉਹ ਆਪਣੇ ਤੌਰ ਦੇ ਉੱਤੇ ਜਿਹੜੇ ਪ੍ਰੀਕਾਸ਼ਨ ਆ ਉਹ ਰੱਖਦੀ ਆ, ਮਾਸਕ ਲਗਾ ਕੇ ਰੱਖਦੀ ਆ, ਬਹੁਤ ਸਾਰੇ ਗਲਵਜ਼ ਪਾ ਕੇ ਰੱਖਦੇ ਨੇ, ਪਰ ਫਿਰ ਵੀ ਕਈ ਵਾਰੀ ਕਿਤੇ ਨਾ ਕਿਤੇ ਬੰਦਾ ਉਹਨਾਂ ਦੇ ਟੱਚ ਵਿੱਚ ਆ ਜਾਂਦਾ। ਬਸਰਾ ਜੀ, ਸਰਕਾਰ ਮਿਸ਼ਨ ਫਤਿਹ ਦੀਆਂ ਗੱਲਾਂ ਕਰਦੀ ਹੈ, ਇਹਦੇ ਵਿੱਚ ਫਤਿਹ ਵਾਲਾ ਕੀ ਕੰਮ ਹੋਇਆ? ਜੇ ਸਾਡੇ ਸਮਾਜ ਦੇ ਜਿਹੜੇ ਮੁਖੀ ਆ ਉਹੀ ਸੁਰੱਖਿਅਤ ਨਹੀਂ ਹੈਗੇ ਤਾਂ ਆਮ ਜਨਤਾ ਇਹਨਾਂ ਤੋਂ ਕੀ ਉਮੀਦ ਰੱਖ ਸਕਦੀ ਸਰਕਾਰ? ਦੇਖੋ, ਜਿਹੜਾ ਵਾਇਰਸ ਆ ਉਹ ਕਿਸੇ ਧਰਮ, ਕਿਸੇ ਜਾਤ, ਕਿਸੇ ਪਾਰਟੀ, ਕਿਸੇ ਵੀ ਡਿਪਾਰਟਮੈਂਟ ਨੂੰ, ਉਹਨਾਂ ਲਈ ਕੋਈ SHO ਨਹੀਂ, ਕੋਈ ਇੱਕ ਰੇਹੜੀ ਵਾਲਾ ਨਹੀਂ, ਕੋਈ ਕੁਛ ਨਹੀਂ, ਇੱਕ ਆਮ ਬੰਦਾ ਆ। ਸਾਰੇ ਹਰ ਬੰਦਾ, ਕਿਸੇ ਵੀ ਬੰਦੇ ਨੂੰ ਜਿਹੜਾ ਆ ਹੋ ਸਕਦਾ ਆ ਜਿਹੜਾ ਵਾਇਰਸ ਆ। ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਇਸ ਚੀਜ਼ ਨੂੰ ਆਪਾਂ ਕਿਤੇ ਰੋਕ ਸਕਦੇ। ਹੁਣ ਦਿੱਲੀ ਦੇ ਵਿੱਚ ਹੈਲਥ ਮਿਨਿਸਟਰ ਜਿਹੜੇ ਨੇ ਉਹਨਾਂ ਨੂੰ ਕਰੋਨਾ ਹੋ ਗਿਆ ਤੇ ਉਹ ਕਾਫੀ ਸੀਰੀਅਸ ਵੀ ਨੇ, ਤੇ ਇਦਾਂ ਹੀ ਅਲੱਗ-ਅਲੱਗ ਥਾਂ ਦੇ ਉੱਤੇ। ਹੁਣ ਆਪਾਂ ਤਾਂ ਚਲੋ ਹਜੇ ਡਿਵੈਲਪਿੰਗ ਕੰਟਰੀ ਆ, ਜਿਹੜੇ ਡਿਵੈਲਪ ਕੰਟਰੀ ਦੇ ਸਾਡੇ ਪ੍ਰਧਾਨ ਮੰਤਰੀ ਸੀ ਬੋਰਿਸ ਜੌਨਸਨ ਇੰਗਲੈਂਡ ਦੇ, ਉਹਨਾਂ ਨੂੰ ਵੀ ਕਰੋਨਾ ਹੋ ਗਿਆ ਸੀ, ਹਨਾ। ਤੇ ਇਸ ਕਰਕੇ ਆਪਾਂ ਇਹਨਾਂ ਨੂੰ ਹੋਣ ਤੋਂ ਨਹੀਂ ਰੋਕ ਸਕਦੇ। ਮਿਸ਼ਨ ਫਤਿਹ ਸਰਕਾਰ ਕੀ ਸੋਚ ਕੇ ਚਲਾਉਂਦੀ ਹੈ ਇੱਕ ਗੱਲ ਅਲੱਗ ਆ, ਲੇਕਿਨ ਆਪਾਂ ਇਹ ਸੋਚ ਕੇ ਚੱਲੀਏ ਕਿ ਅਸੀਂ ਅਗਰ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਇਸ ਮਹਾਮਾਰੀ ਤੋਂ ਬਚਾ ਕੇ ਲੈ ਗਏ ਤਾਂ ਮਿਸ਼ਨ ਸਾਡਾ ਆਪਣੇ ਆਪ ਵਿੱਚ ਫਤਿਹ ਹੋ ਜਾਣਾ। ਜੋ ਅੱਜ ਦੀ ਘਟਨਾ ਬਸ ਹੀ ਘਟ ਗਈ ਹੈ ਆਪਣੇ ਫਗਵਾੜੇ 'ਚ, ਤੇ ਸਰਕਾਰ ਇਹਨੂੰ ਨਜਿੱਠਣ ਲਈ ਸਾਡੇ ਪੁਲਿਸ ਅਫਸਰਾਂ ਲਈ ਕੀ ਕੁਛ ਉਪਰਾਲੇ ਕਰੂਗੀ? ਇਹ ਸਾਡਾ ਸਵਾਲ ਆ ਤੁਹਾਡੇ ਤੋਂ ਜੀ। ਦੇਖੋ, ਪੁਲਿਸ ਜਿਹੜੀ ਆ ਉਹਨਾਂ ਨੂੰ ਤਾਂ ਇਹੀ ਇਹਨਾਂ ਵੱਲੋਂ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਆ, ਉਹਨਾਂ ਨੂੰ ਜਿਹੜਾ ਆ ਸਮਝਾਇਆ ਜਾਂਦਾ, ਮੋਨੀਟਰਿੰਗ ਕੀਤੀ ਜਾਂਦੀ ਹੈ ਟਾਈਮ ਟੂ ਟਾਈਮ, ਟੈਸਟ ਵੀ ਜਿਹੜੇ ਆ ਇਹਨਾਂ ਦੇ ਟਾਈਮ ਟੂ ਟਾਈਮ ਕੀਤੇ ਜਾਂਦੇ ਆ, ਕਿਉਂਕਿ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਮਿਲਣਾ ਹੁੰਦਾ, ਹਨਾ। ਹੁਣ ਉਹਦੇ ਲਈ ਉਹਨਾਂ ਨੂੰ ਘਰ ਦੇ ਵਿੱਚ ਜਿਹੜਾ ਆ ਬਰਾੜ ਸਾਹਿਬ ਨੂੰ ਤੇ ਜਿਹੜੇ ਗਨਮੈਨ ਨੇ ਉਹਨਾਂ ਨੂੰ ਘਰ ਦੇ ਵਿੱਚ ਆ ਕੁਆਰੰਟਾਈਨ ਕਰ ਦਿੱਤਾ ਗਿਆ ਆ। ਹਜੇ ਫਰਦਰ ਉਹਨਾਂ ਨੂੰ ਹਸਪੀਟਲ ਭੇਜਿਆ ਜਾਂਦਾ ਅਗਰ ਕੋਈ ਪ੍ਰੋਬਲਮ ਆਉਂਦੀ। ਜੇ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਆਉਂਦੇ ਤਾਂ ਜੇ ਪ੍ਰੋਬਲਮ ਨਹੀਂ ਆਉਂਦੀ ਤਾਂ ਹੋ ਸਕਦਾ ਆ ਉਹਨਾਂ ਨੂੰ ਘਰ ਦੇ ਵਿੱਚ ਹੀ ਤੰਦਰੁਸਤ ਰਹਿਣ ਤੱਕ ਜਿਹੜਾ ਆ ਉਹਨਾਂ ਦੀ ਵੇਟ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਮੈਕਸਿਮਮ ਜਿਹੜੇ ਪੇਸ਼ੈਂਟ ਨੇ ਉਹ ਉਹਨਾਂ ਨੂੰ ਕੋਈ ਸਿੰਪਟਮਸ ਨਹੀਂ ਆਉਂਦੇ ਲੇਕਿਨ ਉਹ ਠੀਕ ਹੋ ਜਾਂਦੇ ਨੇ। ਠੀਕ ਹੈ ਬਸ ਜੀ, ਠੀਕ ਹੈ। ਲੇਕਿਨ ਮਨਪ੍ਰੀਤ, ਇੱਥੇ ਇੱਕ ਚੰਗੀ ਗੱਲ ਇਹ ਹੋ ਗਈ ਕਿ ਹਮੇਸ਼ਾ ਹੀ ਜਿੱਦਣ ਦਾ ਇਹ ਵਾਇਰਸ ਸ਼ੁਰੂ ਹੋਇਆ ਫਗਵਾੜਾ ਵਿੱਚ ਬਹੁਤ ਸਾਰੀ ਵਾਰ ਕਰੋਨਾ ਦਾ ਅਟੈਕ ਹੋਇਆ, ਬੇਸ਼ੱਕ ਸ਼ਰਧਾਲੂਆਂ ਨੂੰ ਲੈ ਕੇ ਹੋਵੇ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਹੋਵੇ। ਇਲਾਜ ਦੌਰਾਨ ਵੀ ਜਿਹੜੇ ਕਈ ਪਿੱਛੇ ਜੇ ਹੁਣ ਜੇ ਆਪਾਂ ਕਹਿੰਦੇ ਕਿ ਮਜ਼ਦੂਰ ਵੀ ਆਏ ਸੀ ਝੋਨਾ ਲਗਾਉਣ ਦੇ ਲਈ, ਉਹਨਾਂ ਦੇ ਸੰਬੰਧ ਵਿੱਚ ਵੀ ਜਿਹੜੇ ਨਿਕਲੇ ਸੀ। ਹਜੇ ਤੱਕ ਇਸ ਗੱਲੋਂ ਬਚਾਅ ਹੁੰਦਾ ਆ ਫਗਵਾੜਾ ਦਾ ਕਿ ਉਹ ਕਿਤੇ ਨਾ ਕਿਤੇ ਸਮਾਜ ਦੇ ਟੱਚ ਤੋਂ ਦੂਰ ਰਹਿ ਜਾਂਦੇ ਆ, ਜਿਹਦੇ ਕਰਕੇ ਬਚਾਅ ਹੁੰਦੇ। ਹੁਣ ਜਿਹੜੇ SHO ਬਰਾੜ ਨੇ ਉਹ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਉਹ ਛੁੱਟੀ ਤੇ ਚੱਲ ਰਹੇ ਸੀ, ਜਿਹਦੇ ਕਰਕੇ ਉਹ ਆਪਣੀ ਡਿਊਟੀ ਤੇ ਨਹੀਂ ਆਏ। ਜੇ ਇਨਵਿਟਵਿਨ ਜੇ ਉਹ ਕਿਤੇ ਹੋਏ ਵੀ ਹੋਣਗੇ ਤਾਂ ਉਹ ਛੁੱਟੀ ਤੇ ਹੋਣ ਕਰਕੇ ਉਹ ਬਾਕੀ ਦੇ ਮੁਲਾਜ਼ਮਾਂ ਦੇ ਟੱਚ ਵਿੱਚ ਨਾ ਹੋਣ ਕਰਕੇ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਬਚਾਅ ਜਿਹੜਾ ਆ ਉਹ ਹੋ ਗਿਆ ਜੀ। ਪਰ ਇੱਥੇ ਇਹ ਹੈ ਨਾ ਕਿ ਉਹ ਸਾਡੇ ਲਈ ਦਿਨ ਰਾਤ ਸੇਵਾ ਦੇ ਰਹੇ ਸੀ, ਹੈ ਨਾ। ਸਾਡੇ ਇਸ ਕੋਵਿਡ-19 ਦੇ ਦੌਰ ਦੇ ਵਿੱਚ ਸਾਡੀ ਹੈਲਪ ਕਰ ਰਹੇ ਸੀ। ਅਸੀਂ ਉਹਨਾਂ ਦੀਆਂ ਕਹਿ ਲਓ ਕਿ ਬੇਸ਼ੱਕ ਉਹ ਸਾਨੂੰ ਸਖਤੀ ਨਾਲ ਸਾਡੇ ਨਾਲ ਲਾਗੂ ਹੋ ਰਿਹਾ ਸੀ, ਬੇਸ਼ੱਕ ਉਹ ਪਿਆਰ ਨਾਲ, ਅਸੀਂ ਫਿਰ ਵੀ ਉਹਨਾਂ ਨੂੰ ਫੋਲੋ ਨਹੀਂ ਸੀ ਕਰ ਰਹੇ। ਇਹ ਮਨਪ੍ਰੀਤ, ਜਿਹੜੀ ਕੁਨੀਨ ਹੁੰਦੇ ਆ, ਕਹਿੰਦੇ ਕੁਨੀਨ ਹੁੰਦੀ ਆ, ਉਹ ਜਿਹੜੀ ਗੋਲੀ ਹੁੰਦੀ ਆ ਬਹੁਤ ਕੌੜੀ ਹੁੰਦੀ ਆ, ਕੌੜੀ ਹੁੰਦੀ ਆ, ਲੇਕਿਨ ਅਸਰ ਬਹੁਤ ਵਧੀਆ ਕਰਦੀ ਆ। ਮੈਂ ਇਹੀ ਗੱਲ ਕਹਿੰਦਾ ਹੁੰਦਾ ਕਿ ਜਿਹੜਾ ਟੀਚਰ ਵੀ ਹੁੰਦਾ ਨਾ, ਜੇ ਉਹ ਕੁੱਟਦਾ ਆ ਜਾਂ ਦਬਕਦਾ ਜ਼ਿਆਦਾ ਆਪਾਂ ਨੂੰ ਉਸ ਟਾਈਮ ਬਹੁਤ ਭੈੜਾ ਲੱਗਦਾ, ਲੇਕਿਨ ਜਦੋਂ ਅਸੀਂ ਇੱਕ ਉਸ ਏਜ ਚੋਂ ਨਿਕਲ ਜਾਂਦੇ ਹਾਂ, ਸਕੂਲ ਦੇ ਟਾਈਮ ਚੋਂ ਨਿਕਲ ਜਾਂਦੇ ਹਾਂ, ਆਪਣੀ ਲਾਈਫ ਨੂੰ ਸੈੱਟ ਕਰ ਲੈਂਦੇ ਹਾਂ, ਫਿਰ ਇਹੀ ਸੋਚਦੇ ਹਾਂ ਕਿ ਇਸੇ ਟੀਚਰ ਨੇ ਜੇ ਸਾਨੂੰ ਨਾ ਕੁੱਟਿਆ ਹੁੰਦਾ ਤਾਂ ਸ਼ਾਇਦ ਅਸੀਂ ਬੰਦੇ ਨਾ ਬਣਦੇ। ਤੇ ਜੇ ਉਹਨਾਂ ਦੀ ਕੁੱਟ ਦੇ ਨਾਲ ਕਈ ਬੰਦੇ ਕਰੋਨਾ ਤੋਂ ਬਚ ਗਏ ਹੋਣਗੇ ਜਾਂ ਦਬਕੇ ਦੇ ਨਾਲ ਕਰੋਨਾ ਤੋਂ ਬਚ ਗਏ ਹੋਣਗੇ ਤਾਂ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਇੱਕ ਚੰਗਾ ਕੰਮ ਕਰ ਗਿਆ। ਜੇ 2 ਦਿਨ ਲੋਕੀ ਨਾਰਾਜ਼ ਵੀ ਹੋ ਗਏ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਮਹਾਮਾਰੀ ਤੋਂ ਬਚਾ ਲਿਆ ਤਾਂ ਮੈਨੂੰ ਨਹੀਂ ਲੱਗਦਾ ਮੈਂ ਕਹਿੰਦੀ ਕਿ ਜਿਹੜਾ ਸਿਰਹਾ ਫਗਵਾੜੇ ਦਾ ਕਿ ਅਸੀਂ ਕੰਟਰੋਲ ਦੇ ਵਿੱਚ ਰਹੇ ਹਾਂ, ਉਹਨਾਂ ਦੇ ਸਿਰ ਹੀ ਸੱਜਦਾ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਜਿਹੜਾ ਆ ਇੱਕ ਯੋਗਦਾਨ ਹੈਗਾ। ਤੇ ਸਰ, ਜੇਕਰ ਅਸੀਂ ਗੱਲ ਕਰੀਏ ਜਲੰਧਰ ਦੀ, ਅਸੀਂ ਪਹਿਲਾਂ ਤੋਂ ਜਾਣਦੇ ਹਾਂ ਕਿ ਜਲੰਧਰ ਤੇ ਲੁਧਿਆਣਾ ਦੇ ਵਿੱਚ ਕਰੋਨਾ ਦਾ ਜਿਹੜਾ ਪ੍ਰਕੋਪ ਹੈ ਬੜੀ ਤੇਜ਼ੀ ਨਾਲ ਵੱਧ ਰਿਹਾ ਸੀ। ਕੱਲ ਤੁਸੀਂ ਇਹ ਦੇਖੋ ਕਿ ਕੱਲ ਉੱਥੇ 78 ਮਾਮਲੇ ਇਕੱਠੇ ਨਵੇਂ ਆਏ ਆ। ਕਿੰਨੀ ਵੱਡੀ ਗਿਣਤੀ ਹੈਗੀ 78 ਮਾਮਲਿਆਂ ਦੀ, ਹੈ ਨਾ। ਉਹਦੇ ਵਿੱਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਤੇ ਡਾਕਟਰ ਹੀ ਜਿਹੜੇ ਉਹ ਸ਼ਾਮਲ ਨੇ। ਦੇਖੋ, ਗੱਲ ਉਹੀ ਆ ਜਾਂਦੀ ਜਿਹੜੀ ਕਿ ਹੁਣੇ ਸਾਡੇ ਕਾਲਰ ਦੀ ਕਾਲ ਵੀ ਆਈ ਸੀ, ਤੇ ਕਿ ਜਿਹੜੇ ਪੁਲਿਸ ਮੁਲਾਜ਼ਮ ਆ ਨਾ ਜੀ ਜਾਂ ਡਾਕਟਰ ਆ,
ਬਹੁਤ ਜ਼ਿਆਦਾ ਚਾਂਸਸ ਹੋ ਜਾਂਦੇ ਆ ਇਹਨਾਂ ਦੇ ਕਰੋਨਾ ਦੀ ਇਦਾਂ ਦੀ ਜਿਹੜੀ ਮਹਾਮਾਰੀ ਆ ਉਹਦੀ ਚਪੇਟ ਵਿੱਚ ਆਉਣ ਦੇ। ਬਹੁਤ ਜ਼ਿਆਦਾ ਬਚਾਅ ਵੀ ਰੱਖਿਆ ਜਾਂਦਾ, ਕੋਸ਼ਿਸ਼ ਕੀਤੀ ਜਾਂਦੀ ਆ, ਲੇਕਿਨ ਫਿਰ ਵੀ ਕਿਤੇ ਸੇਵਾ ਕਰਦੇ ਆ, ਕਿਤੇ ਸਖਤੀ ਕਰਦੇ ਆ, ਕਿਤੇ ਕਾਨੂੰਨ ਦੀ ਪਾਲਣਾ ਕਰਾਉਂਦੇ ਆ, ਮਤਲਬ ਕਿਸੇ ਨਾ ਕਿਸੇ ਤਰ੍ਹਾਂ ਟੱਚ ਦੇ ਵਿੱਚ ਜਿਹੜੇ ਆਉਂਦੇ ਆ ਉਹ ਚਾਂਸਸ ਉਹ ਹੋ ਜਾਂਦੇ ਆ ਵਾਜਾਂ ਦੇ। ਤੇ ਜਲੰਧਰ ਦੇ ਵਿੱਚ 500 ਤੋਂ ਉੱਪਰ ਦਾ ਅੰਕੜਾ ਜਿਹੜਾ ਪੀੜਤਾਂ ਦਾ ਪਾਰ ਹੋ ਗਿਆ ਨਾ, ਤੇ ਹੁਣ ਅੱਜ ਤੋਂ ਉੱਥੇ ਦੁਬਾਰਾ ਜਿਹੜੀ ਕਹ ਲੋ ਕਿ ਸਖਤੀ ਉਹ ਕਰ ਦਿੱਤੀ ਗਈ ਹੈ। ਜਿਵੇਂ ਪਹਿਲਾਂ ਖੁੱਲ ਮਿਲ ਗਈ ਸੀ ਔਰ ਡਿਵਨ ਨੰਬਰਾਂ ਦੇ ਨਾਲ ਦੁਕਾਨਾਂ ਵੀ ਖੋਲੀਆਂ ਗਈਆਂ, ਉਹ ਵੀ ਕਹ ਲੋ ਕਿ ਸਿਰੇ ਨਹੀਂ ਚੜੀਆਂ, ਫਿਰ ਪ੍ਰੋਪਰ ਜਿਹੜੀ ਖੁੱਲ ਇੱਕ ਮਿਲ ਗਈ ਸੀ, ਹੈ ਨਾ। ਜਿਹੜੇ ਕੰਟੇਨਮੈਂਟ ਜ਼ੋਨ ਸੀ ਉੱਥੇ ਥੋੜੀ ਜਿਹੀ ਸਖਤੀ ਸੀ, ਬਾਕੀ ਖੁੱਲ ਸੀਗੀ। ਤੁਸੀਂ ਇਹ ਦੇਖੋ, ਸਾਨੂੰ ਖੁੱਲ ਮਿਲ ਗਈ, ਅਸੀਂ ਦੁਬਾਰਾ ਆਪਣੀ ਦੂਸਰੀ ਜਿਹੜੀ ਪਹਿਲੀ ਅਸੀਂ ਲਾਈਫ ਜੀ ਰਹੇ ਸੀ ਉਹਦੇ ਵਿੱਚ ਅਸੀਂ ਵਾਪਸ ਆ ਰਹੇ ਸੀ ਹੌਲੀ ਹੌਲੀ, ਪਰ ਹੁਣ ਜਿਹੜੇ ਕੇਸ ਵੱਧ ਰਹੇ ਨੇ, ਅਸੀਂ ਮੁੜ ਕਹਿ ਲੋ ਕਿ ਘਰਾਂ ਦੇ ਵਿੱਚ ਬੰਦ ਹੋਣ ਦਾ ਜਿਹੜਾ ਇੱਕ ਖਤਰਾ ਉਹ ਬਣਿਆ ਹੋਇਆ। ਦੇਖੋ ਮਨਪ੍ਰੀਤ, ਜਿਹੜੇ ਏਰੀਆ ਦੇ ਵਿੱਚ ਅੱਜ ਗੱਲ ਕਰ ਲਈਏ ਕਿ ਨਾਰਮਲ ਦੇ ਵਿੱਚ ਕੋਈ ਬੰਦੇ ਨੂੰ ਕਿਸੇ ਨੂੰ ਕਹਦੇ ਹੋ ਨਾ ਕਿ ਆਪਾਂ ਦਿੱਲੀ ਜਾਣਾ, ਤਾਂ ਉਹ ਪਹਿਲੇ ਨਾ ਕਰ ਜਾਂਦਾ, ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਆ ਇਹ ਮਹਾਮਾਰੀ ਜਿਹੜੀ ਆ ਉਹ ਫੈਲੀ ਹੋਈ ਆ। ਇਦਾਂ ਹੀ ਜਲੰਧਰ ਜਿਹੜਾ ਆ ਉਹ ਮੇਨ ਇੱਕ ਜਿਹੜਾ ਆ ਉਹ ਜ਼ੋਨ ਬਣਦਾ ਜਾ ਰਿਹਾ ਕਿ ਜਿੱਥੇ ਸਭ ਨਾਲੋਂ ਵੱਧ ਜਿਹੜੇ ਕਰੋਨਾ ਦੇ ਪੇਸ਼ੈਂਟ ਹੈਗੇ ਆ। ਜਲੰਧਰ ਲੈ ਲਓ, ਲੁਧਿਆਣਾ ਲੈ ਲਓ, ਅੰਮ੍ਰਿਤਸਰ ਲੈ ਲਓ, ਜਾਂ ਹੋਰ ਕੁਝ ਸ਼ਹਿਰ ਲੈ ਲਓ ਨਾ, ਪੰਜਾਬ ਦੀ ਅਗਰ ਆਪਾਂ ਗੱਲ ਕਰਦੇ ਆ ਜੀ, ਉੱਥੇ ਦੁਕਾਨਾਂ ਖੁੱਲ ਗਈਆਂ, ਆਮ ਰਸ਼ ਪੈ ਗਿਆ। ਅੱਗੇ ਵੀ ਆਪਾਂ ਗੱਲ ਕਰਦੇ ਸੀ ਕਿ ਜਿੰਨੇ ਸਰਾਊਂਡਿੰਗ ਜਿੰਨੇ ਵੀ ਛੋਟੇ ਟਾਊਨ ਆ, ਭਾਵੇਂ ਫਗਵਾੜਾ ਹੋਵੇ, ਗਰਾਇਆ ਹੋਵੇ, ਫਲੌਰ ਹੋਵੇ, ਜਾਂ ਨੂਰ ਮਹਿਲ ਹੋਵੇ, ਜਾਂ ਹੋਰ ਜਿੰਨੇ ਵੀ ਟਾਊਨ ਆਪਾਂ ਲੈ ਲਈਏ, ਕਰਤਾਰਪੁਰ ਹੋਵੇ, ਹੁਸ਼ਿਆਰਪੁਰ ਹੋਵੇ, ਉਹ ਸਾਰੇ ਸ਼ਾਪਿੰਗ ਕਰਨ ਦੇ ਲਈ, ਹੋਲਸੇਲ ਦੀ ਸ਼ਾਪਿੰਗ ਕਰਨ ਲਈ ਉੱਥੇ ਜਾਂਦੇ ਨੇ, ਜਿਹਦੇ ਕਰਕੇ ਉਹ ਚਾਂਸ ਬਣਿਆ ਰਹਿੰਦਾ ਆ ਕਿ ਜਿਹੜੀ ਇਹ ਆਪਾਂ ਸਪਰੈਡ ਹੋਣਾ ਜਾਂ ਇਹਨੇ ਟਰੈਵਲ ਕਰਨਾ ਵਾਇਰਸ ਨੇ, ਹੈ ਨਾ, ਉਹ ਹੋਣ ਦੇ ਚਾਂਸਸ ਜਿਹੜੇ ਆ ਉਹ ਵੱਧਦੇ ਰਹਿੰਦੇ ਨੇ। ਪਰ ਦੁਕਾਨਾਂ ਖੁੱਲਣ ਜਾਂ ਬਿਜ਼ਨਸ ਖੋਲ੍ਹਣ ਤੋਂ ਇਲਾਵਾ ਚਾਰਾ ਵੀ ਕੋਈ ਨਹੀਂ ਹੈਗਾ। ਲੇਕਿਨ ਗੱਲ ਉੱਥੇ ਉਹੀ ਆ ਜਾਂਦੀ ਆ ਕਿ ਜਿਹੜੇ ਸਾਡੇ ਜਨਤਾ ਆ ਆਪਣੀ, ਉਹਨਾਂ ਨੂੰ ਇਹ ਚਾਹੀਦਾ ਆ ਕਿ ਬਈ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਬਚਾ ਕੇ ਰੱਖਣਾ। ਅਗਰ ਅਸੀਂ ਜਿਹੜੀ ਮੈਂ ਪਹਿਲਾਂ ਵਰਡਿੰਗ ਕਹਿ ਕੇ ਹਟਾਂਗੇ, ਜੇ ਅਸੀਂ ਆਪਣੇ ਆਪ ਨੂੰ ਜਾਂ ਆਪਣੇ ਫੈਮਿਲੀ ਨੂੰ ਬਚਾ ਲੈਂਦੇ ਆ ਤਾਂ ਅਸੀਂ ਆਪਣੇ ਆਪ ਨੂੰ ਜਿਹੜੇ ਆ ਮਿਸ਼ਨ ਫਤਿਹ ਜਿਹੜਾ ਹੈ ਉਹ ਆਪਣੇ ਆਪ ਹੋ ਜਾਂਦਾ ਹੈ ਜੀ। ਤੇ ਸਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਜਿਹੜਾ ਵੀਕਐਂਡ ਲਾਕਡਾਊਨ ਆ, ਸੈਟਰਡੇ 5 ਵਜੇ ਤੱਕ ਜਿਹੜੀਆਂ ਦੁਕਾਨਾਂ ਖੁੱਲਣਗੀਆਂ ਤੇ ਸੰਡੇ ਟੋਟਲੀ ਜਿਹੜਾ ਉਹ ਬੰਦ ਰਹੂਗਾ। ਤੇ ਨਾਲ ਦੀ ਨਾਲ ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਸੈਟਰਡੇ ਸੰਡੇ ਪਹਿਲਾਂ ਜਿੱਦਾਂ ਬੰਦ ਕੀਤਾ ਗਿਆ ਸੀ, ਫਿਰ ਸੈਟਰਡੇ 5 ਵਜੇ ਤੱਕ ਦਾ ਉਹਨਾਂ ਨੇ ਸਮਾਂ ਦੇ ਦਿੱਤਾ ਸਾਨੂੰ, ਹਨਾ। ਤੇ ਇਹ ਵੀ ਕਿਹਾ ਗਿਆ ਕਿ ਜਿਸ ਦਿਨ ਸਰਕਾਰੀ ਛੁੱਟੀ ਹੋਊਗੀ ਉਸ ਦਿਨ ਵੀ ਲਾਕਡਾਊਨ ਰਹੂਗਾ। ਤੇ ਉਹ ਸਰਕਾਰੀ ਛੁੱਟੀ ਦਾ ਆਮ ਜਨਤਾ ਨੂੰ ਕਿਵੇਂ ਪਤਾ ਲੱਗੂਗਾ? ਉਹ ਪਹਿਲਾਂ ਫਿਰ ਜ਼ਿਆਦਾ ਢੰਡੋਰਾ ਬਟਿਆ ਕਰਨਗੇ, ਹੈ ਨਾ। ਫਿਰ ਜਾਂ ਤਾਂ ਪਹਿਲਾਂ ਦੱਸੋ ਆਮ ਨਾਗਰਿਕ ਨੂੰ, ਹੁਣ ਤੁਸੀਂ ਦੇਖੋ ਬੱਚੇ ਵੀ ਸਕੂਲ ਨਹੀਂ ਜਾ ਰਹੇ ਤੇ ਅਸੀਂ ਵੀ ਕਹ ਲੋ ਜਿਹੜੇ ਟੀਚਰ ਨੇ ਉਹ ਕੰਮਾਂ ਮਤਲਬ ਨਹੀਂ ਜਾ ਰਹੇ। ਅੱਗੇ ਹੁੰਦਾ ਸੀ ਕਿ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਸੀ ਵੀ ਸੰਡੇ ਆ ਰਿਹਾ, ਸੈਟਰਡੇ ਆ ਰਿਹਾ। ਹੁਣ ਤੁਸੀਂ ਦੇਖੋ ਸਾਨੂੰ ਵੀਕ ਦੇ ਅੰਦਰ ਪਤਾ ਨਹੀਂ ਹੁੰਦਾ ਵੀ ਅਗਲਾ ਦਿਨ ਕਿਹੜਾ ਆ ਰਿਹਾ, ਕਿਉਂਕਿ ਸਾਡਾ ਉਦਾਂ ਦਾ ਜਿਹੜਾ ਰਹਿਣ ਸਹਿਣ ਨਹੀਂ ਰਿਹਾ, ਹਨਾ। ਤੇ ਜਿਹੜੀ ਸਰਕਾਰੀ ਛੁੱਟੀ ਆ ਉਹ ਚਲੋ ਟੀਚਰਸ ਨੂੰ ਪਤਾ ਹੋਊਗੀ, ਉਹਨਾਂ ਕੋਲ ਕੈਲੰਡਰ ਵਗੈਰਾ ਹੁੰਦੇ, ਉਹ ਯੂਜ਼ਡ ਟੂ ਹੁੰਦੇ, ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਆਨਲਾਈਨ ਦੱਸਣਾ ਵੀ ਹੈ, ਹਨਾ। ਤੇ ਬੱਚਿਆਂ ਨੂੰ ਵੀ ਨਹੀਂ ਪਤਾ ਹੈਗਾ, ਇਹਦੇ ਬਾਰੇ ਪਤਾ ਹੀ ਨਹੀਂ ਹੈਗਾ। ਤੇ ਫਿਰ ਉਹ ਸਰਕਾਰੀ ਛੁੱਟੀ ਵਾਲੇ ਦਿਨ ਜੇਕਰ ਲਾਕਡਾਊਨ ਰਹਿੰਦਾ ਆ ਤੇ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਲਾਕਡਾਊਨ ਹੈ, ਅਸੀਂ ਬਾਹਰ ਨਹੀਂ ਜਾਣਾ? ਉਹ ਜ਼ਿਆਦਾ ਪ੍ਰੋਪਰ ਅਨਾਉਂਸ ਕਰਨਾ ਪਏਗਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਿਨਾਂ ਵਿੱਚ ਦੁਕਾਨਾਂ ਜਿਹੜੀਆਂ ਆ ਉਹ ਬੰਦ ਹੋਣਗੀਆਂ। ਬੇਸ਼ੱਕ ਗਵਰਨਮੈਂਟ ਨੇ ਕਿਹਾ ਹੈ, ਕਿਉਂਕਿ ਆਮ ਲੋਕਾਂ ਨੂੰ, ਦੁਕਾਨਦਾਰ ਨੂੰ ਪਤਾ ਹੀ ਨਹੀਂ ਹੋਣਾ ਕਿ ਅੱਜ ਜਿਹੜੀ ਆ ਉਹ ਛੁੱਟੀ ਆ। ਕਈ ਵਾਰੀ ਬੈਂਕ ਦੀ ਛੁੱਟੀ ਹੁੰਦੀ ਆ, ਕਈ ਵਾਰੀ ਸਰਕਾਰੀ ਬੈਂਕ ਬੰਦ ਹੁੰਦੇ ਆ, ਪ੍ਰਾਈਵੇਟ ਬੈਂਕ ਖੁੱਲੇ ਹੁੰਦੇ ਆ, ਹਨਾ, ਕਿੰਨਾ ਹੀ ਕੁਝ ਹੁੰਦਾ ਆ। ਤੇ ਕਈ ਵਾਰੀ ਸਕੂਲਾਂ 'ਚ ਛੁੱਟੀ ਹੁੰਦੀ ਆ, ਅਲੱਗ-ਅਲੱਗ ਤਰੀਕੇ ਦੀਆਂ ਛੁੱਟੀਆਂ ਹੁੰਦੀਆਂ। ਕਿਹੜੀ ਦੇ ਉੱਤੇ ਬੰਦ ਕਰਨਾ ਜਾਂ ਤਾਂ ਪਹਿਲਾਂ ਅਨਾਉਂਸ ਕਰਕੇ ਸਰਕਾਰ ਜਿਹੜੀ ਆ ਉਹ ਦੱਸਿਆ ਕਰੇਗੀ, ਤਾਂ ਕਿ ਜਿਹੜੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੂੰ ਕੋਈ ਵੀ ਜਿਹੜੀ ਤਕਲੀਫ ਆ ਉਹ ਨਾ ਆਵੇ ਜੀ। ਤੇ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਕਿ ਅੱਜ ਦਾ ਸਾਡਾ ਮੇਨ ਟੌਪਿਕ ਜਿਹੜਾ ਹੈਗਾ, ਅੱਜ ਦੇ ਕੋਵਿਡ-19 ਦੀ ਗੱਲ ਕਰ ਰਹੇ ਹਾਂ, ਉੱਥੇ ਹੀ ਅਸੀਂ ਚਾਈਨੀਜ਼ ਜੋ ਬਾਈਕਾਟ ਦੀ ਗੱਲ ਕੀਤੀ ਜਾ ਰਹੀ ਆ ਕਿ ਕਿੰਨਾ ਕੁ ਪੋਸੀਬਲ ਆ ਤੇ ਕਿਸ ਤਰੀਕੇ ਦੇ ਨਾਲ ਆਪਾਂ ਇਹਦੇ ਬਾਈਕਾਟ ਵੱਲ ਨੂੰ ਜਾ ਸਕਦੇ ਆ। ਇਹਦੇ ਬਾਰੇ ਆਪਣੇ ਵਿਚਾਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਉਹ ਦੇ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਜੋ ਇੱਕ ਫਰਮਾਨ ਜਾਰੀ ਹੋਇਆ ਸੀ ਅਧਿਆਪਕਾਂ ਦੇ ਲਈ, ਪਰ ਹੁਣੇ ਜਿਹੜੀ ਆ ਇਨਫੋਰਮੇਸ਼ਨ ਆਈ ਆ ਕਿ ਉਹ ਫਰਮਾਨ ਜਿਹੜਾ ਆ ਉਹ ਵਾਪਸ ਲੈ ਲਿਆ ਗਿਆ, ਕਿ ਜਿਹੜੇ ਟੀਚਰ ਨੇ ਉਹਨਾਂ ਦੀਆਂ ਡਿਊਟੀਆਂ ਮਾਈਨਿੰਗ ਦੇ ਸੰਬੰਧ ਵਿੱਚ ਜਿਹੜੀਆਂ ਆ ਉਹ ਲਗਾਈਆਂ ਗਈਆਂ ਸੀ। ਪਹਿਲਾਂ ਉਹਨਾਂ ਦੀਆਂ ਕੋਵਿਡ ਦੇ ਵੀ ਲਗਾਈਆਂ ਗਈਆਂ, ਫਿਰ ਕਿਹਾ ਗਿਆ ਸ਼ਰਾਬ ਦੀਆਂ ਫੈਕਟਰੀਆਂ ਤੇ ਲਗਾਈਆਂ ਜਾਣਗੀਆਂ। ਕਹਿਣ ਦਾ ਭਾਵ ਇਹ ਹੈ ਕਿ ਟੀਚਰਾਂ ਨੂੰ ਵਿਹਲੇ ਨਹੀਂ ਬਹਿਣ ਦੇਣਾ ਘਰਾਂ ਦੇ ਵਿੱਚ, ਹੈ ਨਾ। ਬਿਲਕੁਲ ਜੀ। ਤੇ ਮੈਂ ਗੱਲ ਕਰ ਰਿਹਾ ਸੀ ਚਾਈਨਾ ਦੇ ਸਮਾਨ ਦੀ, ਤੇ ਸਾਡੇ ਕੋਲ ਕਾਲਰ ਮੈਨੂੰ ਲੱਗਦਾ ਜੁੜ ਗਏ ਨੇ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੌਣ ਬੋਲ ਰਿਹਾ ਜੀ? ਮੈਂ ਵਰਿੰਦਰ ਸਿੰਘ ਕੰਬੋਜ ਬੋਲ ਰਿਹਾ ਜੀ। ਹਾਂਜੀ ਹਾਂਜੀ, ਕੰਬੋਜ ਸਾਹਿਬ ਕੀ ਹਾਲ ਨੇ ਜੀ? ਵਧੀਆ ਸਾਹਿਬ, ਤੁਸੀਂ ਸੁਣਾਓ, ਠੀਕ ਠਾਕ ਹੋ ਜੀ? ਬਸ ਠੀਕ ਹੈ। ਜਿਹੜਾ ਇੱਕ ਫਰਮਾਨ ਜਾਰੀ ਹੋਇਆ ਸੀ ਕਿ ਟੀਚਰਸ ਨੂੰ ਲੈ ਕੇ, ਤੁਸੀਂ ਅਧਿਆਪਕ ਆਗੂ ਹੋ,
ਕਿ ਬਈ ਮਾਈਨਿੰਗ ਨੂੰ ਰੋਕਣ ਦੇ ਲਈ ਟੀਚਰਾਂ ਦੀਆਂ ਡਿਊਟੀਆਂ ਜਿਹੜੀਆਂ ਟਿੱਪਰ ਟਰਾਲੀਆਂ ਚੈੱਕ ਕਰਨ ਲਈ ਲਾਈਆਂ ਜਾਣੀਆਂ, ਕੀ ਇਹ ਪੋਸੀਬਲ ਆ? ਕਿਸ ਤਰੀਕੇ ਨਾਲ ਲੈਂਦੇ ਹੋ ਤੁਹਾਡੀ ਜਿਹੜੀ ਐਸੋਸੀਏਸ਼ਨ ਅਧਿਆਪਕਾਂ ਦੀ? ਸਰ ਇਸ ਜਦੋਂ ਦੀ ਕੱਲ ਦੀ ਇਹ ਚਿੱਠੀ ਫੀਲਡ ਦੇ ਵਿੱਚ ਜਾਰੀ ਹੋਈ ਹੈ ਮਾਨਯੋਗ ਐਸਡੀਐਮ ਫਗਵਾੜਾ ਵੱਲੋਂ, ਉਦੋਂ ਤੋਂ ਲੈ ਕੇ ਅਧਿਆਪਕਾਂ ਵਿੱਚ ਹੁਕਮ ਦੇ ਪ੍ਰਤੀ ਬਹੁਤ ਜ਼ਿਆਦਾ ਆਕਰੋਸ਼ ਹੈ। ਕਿਉਂਕਿ ਇਹ ਬਿਲਕੁਲ ਵੀ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੈ ਕਿ ਇੱਕ ਅਧਿਆਪਕ ਜਿਹੜਾ ਹੈਗਾ ਰਾਤ ਨੂੰ ਪੂਰੀ ਰਾਤ ਖੜ ਕੇ ਨਾਕਿਆਂ ਤੇ ਨਜਾਇਜ਼ ਮਾਈਨਿੰਗ ਨੂੰ ਰੋਕੇ। ਇਹ ਤਾਂ ਡਿਊਟੀ ਜਿਵੇਂ ਪਹਿਲੇ ਗੁਰਦਾਸਪੁਰ ਜ਼ਿਲ੍ਹੇ 'ਚ ਡਿਸਟਿਲਰੀ 'ਚ ਸ਼ਰਾਬ ਦੀਆਂ ਫੈਕਟਰੀਆਂ 'ਚ ਡਿਊਟੀ ਲਗਾਤੀ ਸੀ ਉੱਥੋਂ ਦੇ ਪ੍ਰਸ਼ਾਸਨ ਵੱਲੋਂ, ਤੇ ਵੀ ਸ਼ਰਾਬ ਦੀ ਤਸਕਰੀ ਰੋਕਣ ਲਈ ਗਿਣਤੀ ਰੱਖਣੀਆਂ ਜਾਇਜ਼ ਨਜਾਇਜ਼ ਸ਼ਰਾਬ ਦੀ, ਉਹ ਜਿਸ ਤਰ੍ਹਾਂ ਉਹ ਗੈਰ ਜ਼ਿੰਮੇਵਾਰਾਂ ਨਾਲ ਡਿਊਟੀ ਲਗਾਈ ਗਈ ਸੀ, ਅਧਿਆਪਕਾਂ ਦੇ ਰੋਸ ਨਾਲ ਉਹਨੂੰ ਜਿਹੜਾ ਰੱਦ ਕੀਤਾ ਗਿਆ ਸੀ। ਬਿਲਕੁਲ ਇਸ ਡਿਊਟੀ ਪ੍ਰਤੀ ਵੀ ਜਿਹੜਾ ਅਧਿਆਪਕਾਂ 'ਚ ਬੜਾ ਰੋਸ ਪਾਇਆ ਜਾ ਰਿਹਾ ਹੈ। ਮੇਰੀ ਅਜੇ ਸੂਬਾ ਇੰਚਾਰਜ ਮੇਰੀ ਆਪਣੇ ਪੰਜਾਬ ਲੈਵਲ ਤੇ ਪ੍ਰਧਾਨ ਜੀ ਨਾਲ ਵੀ ਗੱਲ ਹੋਈ ਹੈ ਤੇ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਵੀ ਗੱਲ ਹੋਈ ਹੈ। ਇਸ ਦਾ ਅਸੀਂ ਪੁਰਜੋਰ ਵਿਰੋਧ ਕਰਦੇ ਹਾਂ ਔਰ ਸੋਮਵਾਰ ਨੂੰ ਮਾਨਯੋਗ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਇਸ ਡਿਊਟੀ ਦੇ ਰੋਸ ਪ੍ਰਤੀ, ਇਹ ਜਿਹੜੀ ਡਿਊਟੀਆਂ ਬਿਲਕੁਲ ਰੱਦ ਕੀਤੀਆਂ ਜਾਣ। ਐਸੇ ਮੈਂ ਤੁਹਾਡੀ ਇੱਕ ਇਨਫੋਰਮੇਸ਼ਨ ਲਈ ਦੱਸ ਦਿਆਂ ਕਿ ਮੇਰੀ ਹੁਣੇ ਹੀ ਜਿੱਦਾਂ ਹੀ ਪ੍ਰੋਗਰਾਮ ਸ਼ੁਰੂ ਹੋਇਆ ਉਸ ਤੋਂ 2 ਮਿੰਟ ਪਹਿਲਾਂ ਹੀ ਜਿਹੜੀ ਆ ਐਸਡੀਐਮ ਸਰਦਾਰ ਪਵਿੱਤਰ ਸਿੰਘ ਉਹਨਾਂ ਨਾਲ ਮੇਰੀ ਗੱਲ ਹੋਈ ਆ ਤੇ ਉਹਨਾਂ ਨੇ ਹੁਣੇ ਹੀ ਜਿਹੜਾ ਆ ਇਹ ਆਰਡਰ ਆ ਉਹ ਵਿਡਰਾਅ ਕਰ ਲਿਆ ਆ। ਚਲੋ ਚੰਗੀ ਗੱਲ ਹੈ ਜੀ। ਹਾਂਜੀ ਤੇ ਹਾਂ ਬਹੁਤ ਇਹ ਆਰਡਰ ਵਿਡਰਾਅ ਕਰ ਲਿਆ ਤੇ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਤੇ ਨਾਲ ਦੇ ਨਾਲ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਅਧਿਆਪਕਾਂ ਦੇ ਰੁਤਬੇ ਨੂੰ ਖਿਆਲ 'ਚ ਰੱਖ ਕੇ ਡਿਊਟੀਆਂ ਲਗਾਈਆਂ ਜਾਣ, ਕਿਉਂਕਿ ਅਧਿਆਪਕ ਦਾ ਰੁਤਬਾ ਭਾਰਤੀ ਸੰਸਕ੍ਰਿਤੀ ਅਨੁਸਾਰ ਗੁਰੂ ਦਾ ਬਰਾਬਰ ਆ, ਗੁਰੂ ਦਾ ਦਰਜਾ ਦਿੱਤਾ ਗਿਆ। ਗੁਰੂ ਦਾ ਕੰਮ ਨਹੀਂ ਹੈ ਇਹ ਨਾਕਿਆਂ ਤੇ ਜਾ ਕੇ ਜਿਹੜਾ ਰੇਤਾ ਦੀ ਮਾਈਨਿੰਗ ਨਜਾਇਜ਼ ਮਾਈਨਿੰਗ ਰੋਕੀ ਜਾਵੇ। ਇੱਥੇ ਗੱਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਆ, ਗੈਰ ਕਾਨੂੰਨੀ ਮਾਈਨਿੰਗ ਕਰਦੇ ਆ, ਉਹ ਤਾਂ ਗੈਰ ਕਾਨੂੰਨੀ ਗਤੀਵਿਧੀਆਂ ਕੋਈ ਅਧਿਆਪਕ ਦੇ ਸਰਟੀਫਿਕੇਟ ਵੀ ਮਾਰ ਸਕਦੇ ਆ, ਉਹਦੇ ਲਈ ਅਧਿਆਪਕ ਦੀ ਜਾਨ ਮਾਲ ਨੂੰ ਵੀ ਖਤਰਾ। ਇਹ ਬਿਲਕੁਲ ਅੱਗੇ ਭਵਿੱਖ ਖਿਆਲ ਰੱਖਿਆ ਜਾਵੇ ਕਿ ਇਹੋ ਜਿਹੀਆਂ ਡਿਊਟੀਆਂ ਅਧਿਆਪਕਾਂ ਦੀਆਂ ਨਾ ਲਗਾਈਆਂ ਜਾਣ। ਇਸ ਤੋਂ ਪਹਿਲਾਂ ਵੀ ਜਿਹੜੀ ਅਧਿਆਪਕਾਂ ਨੇ ਇੰਟਰ ਡਿਸਟ੍ਰਿਕਟ ਨਾਕਿਆਂ ਤੇ ਡਿਊਟੀ ਕੀਤੀ ਆ, ਅਸੀਂ ਬੜੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਦੀ ਆ, ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦੇ ਅਸੀਂ ਆਪਣੀ ਜ਼ਿੰਮੇਵਾਰੀ ਆਪਣੇ ਦੇਸ਼ ਦੇ ਪ੍ਰਤੀ ਆਪਣੇ ਫਰਜ਼ ਵੀ ਸਮਝਦੇ, ਅਸੀਂ ਜ਼ਿੰਮੇਵਾਰੀ ਵੀ ਸਮਝਦੇ ਆ, ਅਸੀਂ ਉਹ ਡਿਊਟੀ ਨਿਭਾਈ ਦੀ ਆ। ਹੁਣ ਵੀ ਰੇਲਵੇ ਸਟੇਸ਼ਨ ਦੇ ਉੱਪਰ ਅਸੀਂ ਡਿਊਟੀਆਂ ਜਿਹੜੀਆਂ ਕਰ ਰਹੇ ਹਨ 24 ਘੰਟੇ ਅਧਿਆਪਕਾਂ ਦੀ ਡਿਊਟੀ ਆ ਉੱਥੇ, ਹਰ 8-8 ਘੰਟੇ ਦੀ ਸ਼ਿਫਟ ਹੈ। ਅਧਿਆਪਕ ਉਹ ਬੜੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾ ਵੀ ਰਹੇ ਹਨ। ਆਉਣ ਜਾਣ ਵਾਲੇ ਡਿਪਾਰਚਰ ਤੇ ਅਰਾਈਵਲ ਜਿਹੜੇ ਪੈਸੇਂਜਰਸ ਹੁੰਦੇ ਹਨ ਉਹਨਾਂ ਦੀ ਬਕਾਇਦਾ ਰਿਕਾਰਡ ਰੱਖਦੇ ਹਨ ਤੇ ਐਸਡੀਐਮ ਦਫ਼ਤਰ ਰਿਪੋਰਟ ਕਰਦੇ ਹਨ ਟਾਈਮ ਟੂ ਟਾਈਮ ਹਰ ਟ੍ਰੇਨ ਤੋਂ ਬਾਅਦ। ਉਹ ਡਿਊਟੀ ਕਰ ਰਹੇ ਹਾਂ ਅਸੀਂ, ਆਪਣਾ ਆਨਲਾਈਨ ਸਟੱਡੀ ਵੀ ਕਰਵਾ ਰਹੇ ਹਾਂ ਬੱਚਿਆਂ ਨੂੰ, ਬੱਚਿਆਂ ਦੇ ਨਾਲ ਟੱਚ ਵੀ ਹਾਂ। ਸਵੇਰੇ 9:30 ਤੋਂ ਲੈ ਕੇ 2 ਵਜੇ ਤੱਕ ਬੱਚਿਆਂ ਦੀ ਜਿਹੜੀ ਸਟੱਡੀ ਜਿਹੜੀ ਆਨਲਾਈਨ ਚੱਲਦੀ ਆ, ਉਹ ਬੱਚਿਆਂ ਦੇ ਆਨਲਾਈਨ ਟੈਸਟ ਵੀ ਚੱਲਦੇ ਆ। ਅਧਿਆਪਕ ਇਹ ਤਾਂ ਪ੍ਰਸ਼ਾਸਨ ਇਹ ਨਾ ਸਮਝੇ ਕਿ ਅਧਿਆਪਕ ਬਿਲਕੁਲ ਫ੍ਰੀ ਹੈ। ਅਸੀਂ ਆਪਣਾ ਵਿਭਾਗੀ ਕੰਮ ਵੀ ਕਰ ਰਹੇ ਹਨ, ਅਕੈਡਮਿਕ ਕੰਮ ਵੀ ਕਰ ਰਹੇ ਹਨ, ਆਨਲਾਈਨ ਸਾਰੀਆਂ ਜਿਹੜੀਆਂ ਸਾਨੂੰ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਈਵਨ ਕਿ ਇਸ ਸਮੇਂ ਦੌਰਾਨ ਅਸੀਂ ਬੱਚਿਆਂ ਦੀ ਦਾਖਲਾ ਵੀ ਅਸੀਂ ਸਕੂਲਾਂ 'ਚ ਕੀਤਾ ਔਰ ਅਸੀਂ ਇਸ ਵਾਰ ਦਾਖਲਾ ਵਧਿਆ ਸਾਡਾ ਅਧਿਆਪਕਾਂ ਦੀ ਮਿਹਨਤ ਸਦਕਾ। ਇਹ ਮੈਂ ਸਮਝਦਾ ਕਿ ਭਵਿੱਖ ਵਿੱਚ ਜੇ ਇਹਨਾਂ ਨੇ ਫੈਸਲਾ ਵਿਡਰਾਅ ਕਰ ਲਿਆ ਤਾਂ ਬੜੀ ਚੰਗੀ ਗੱਲ, ਮੈਂ ਇਹਦਾ ਸਵਾਗਤ ਕਰਦਾ ਹਾਂ ਤੇ ਨਾਲ ਦੀ ਨਾਲ ਅਪੀਲ ਕਰਦਾ ਕਿ ਭਵਿੱਖ 'ਚ ਖਿਆਲ ਰੱਖਿਆ ਜਾਵੇ ਕਿ ਇਹੋ ਜਿਹੀਆਂ ਡਿਊਟੀਆਂ ਅਧਿਆਪਕਾਂ ਦੀਆਂ ਨਾ ਲਗਾਈਆਂ ਜਾਣ। ਤੇ ਅਗਰ ਇਹ ਫੈਸਲਾ ਜਿੱਦਾਂ ਵਿਡਰਾਅ ਹੋ ਗਿਆ, ਇਸ ਤੋਂ ਬਾਅਦ ਵੀ ਜਿਹੜਾ ਧਰਨਾ ਰੱਖਿਆ ਗਿਆ ਸੀ ਵੱਲੋਂ ਅਧਿਆਪਕ ਜਥੇਬੰਦੀਆਂ ਅਧਿਆਪਕ ਸੰਘਰਸ਼ ਕਮੇਟੀ ਵੱਲੋਂ, ਹਾਂਜੀ ਉਹ ਪੋਸੀਬਲ ਹੈ ਕਿ ਉਹ ਕੈਂਸਲ ਹੋ ਗਿਆ? ਹਾਂਜੀ ਬਿਲਕੁਲ ਜੀ, ਉਹ ਤਾਂ ਜਦ ਜਿਸ ਪਰਪਸ ਲਈ ਧਰਨਾ ਰੱਖਿਆ ਸੀ ਜੀ ਉਹ ਪਰਪਸ ਹੀ ਹੱਲ ਹੋ ਗਿਆ ਤਾਂ ਫਿਰ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਪਰ ਅਸੀਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਇੱਕ ਵਾਰੀ ਮਾਨਯੋਗ ਐਸਡੀਐਮ ਸਾਹਿਬ ਨੂੰ ਮਿਲਾਂਗੇ ਵੀ ਤੇ ਇਨ ਫਿਊਚਰ ਜਿਹੜਾ ਇਹੋ ਜਿਹਾ ਮਾਹੌਲ ਪੈਦਾ ਨਾ ਹੋਵੇ ਜਿਹਦੇ 'ਚ ਪ੍ਰਸ਼ਾਸਨ ਦਾ ਅਧਿਆਪਕ ਜਥੇਬੰਦੀਆਂ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਹੋਵੇ। ਨਹੀਂ, ਜਿੱਦਾਂ ਅਧਿਆਪਕ ਦੀ ਮੇਨ ਡਿਊਟੀ ਆ ਜਾਂਦੀ ਆ ਕਿ ਉਹਨਾਂ ਨੇ ਪੜ੍ਹਾਈ ਕਰਾਉਣੀ ਆ, ਉਹਨਾਂ ਨੂੰ ਕੀ ਲੱਗਦਾ ਕਿ ਜਿਹੜੇ ਗਾਂ ਅਧਿਆਪਕ ਭਰਤੀ ਕੀਤੇ ਜਾਣਗੇ ਜਾਂ ਹੋਣਗੇ ਉਹਨਾਂ ਨੂੰ ਆਲਰਾਊਂਡਰ ਸਾਰੀਆਂ ਟ੍ਰੇਨਿੰਗ ਦਿੱਤੀਆਂ ਜਾਣਗੀਆਂ, ਹੈਲਥ ਡਿਪਾਰਟਮੈਂਟ ਦੀਆਂ ਵੀ ਤੇ ਨਾਕਿਆਂ ਦੇ ਉੱਤੇ ਖੜਨ ਦੀਆਂ ਵੀ ਤੇ ਆਲਰਾਊਂਡਰ ਰੱਖਿਆ ਜਾਏਗਾ, ਫੈਕਟਰੀਆਂ 'ਚ ਕੰਮ ਕਰਨ ਦੀਆਂ ਵੀ। ਤੇ ਜਿਹੜੀ ਤੁਹਾਡੀ ਅਧਿਆਪਕ ਜਥੇਬੰਦੀ ਆ ਉਹਦੇ ਵੱਲੋਂ ਕੁਝ ਏਦਾਂ ਦਾ ਸਰਕਾਰ ਤਾਈਂ ਮੈਸੇਜ ਨਹੀਂ ਪਹੁੰਚਾਇਆ ਜਾ ਰਿਹਾ ਕਿ ਜਿਹੜੇ ਅਧਿਆਪਕਾਂ ਨੂੰ ਏਦਾਂ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ? ਸਰ ਕਰੋਨਾ ਵਾਇਰਸ ਦੇ ਚੱਲਦਿਆਂ ਅਸੀਂ ਆਪਣੀ ਇਹ ਜ਼ਿੰਮੇਵਾਰੀ ਸਮਝਦੇ ਸੀ ਕਿ ਜਿਹੜੀਆਂ ਵੀ ਡਿਊਟੀਆਂ ਸਾਨੂੰ ਕਰੋਨਾ ਮਹਾਮਾਰੀ ਦੇ ਨਾਲ ਸੰਬੰਧਿਤ ਸਾਨੂੰ ਕੋਈ ਦਿੰਦੇ ਜ਼ਿੰਮੇਵਾਰੀ ਪ੍ਰਸ਼ਾਸਨ ਵੱਲੋਂ,
ਅਸੀਂ ਆਪਣੇ ਦੇਸ਼ ਪ੍ਰਤੀ ਫਰਜ਼ ਸਮਝਦੇ ਹੋਏ ਨਿਭਾਈਏ। ਜੀ ਪਰ ਉਸ ਫਰਜ਼ ਨੂੰ ਨਿਭਾਉਂਦਿਆਂ ਸ਼ਾਇਦ ਪ੍ਰਸ਼ਾਸਨ ਨੇ ਭੁੱਲ ਗਿਆ ਕਿ ਅਧਿਆਪਕ ਦੀ ਵੀ ਇੱਕ ਪਰਸਨਲ ਲਾਈਫ ਹੈ, ਉਸਦੀ ਫੈਮਿਲੀ ਹੈ, ਰਾਤਾਂ ਨੂੰ ਡਿਊਟੀਆਂ ਨਹੀਂ ਕਰ ਸਕਦਾ, ਸ਼ਰਾਬ ਦੀਆਂ ਫੈਕਟਰੀ ਡਿਊਟੀਆਂ ਨਹੀਂ ਕਰ ਸਕਦਾ, ਨਾਕਿਆਂ ਦੀ ਡਿਊਟੀਆਂ ਨਹੀਂ ਕਰ ਸਕਦਾ, ਹੈਲਥ ਡਿਪਾਰਟਮੈਂਟ ਵਾਲਾ ਕੰਮ ਵੀ ਸਾਡੀ ਜ਼ਿੰਮੇਵਾਰੀ ਲਾਤਾ, ਥਰਮਲ ਸਕਰੀਨਿੰਗ ਦਾ। ਮੈਨੂੰ ਲੱਗਦਾ ਕਿ ਇਸ ਮੁੱਦੇ ਤੇ ਸਾਨੂੰ ਆਪਣੇ ਭਰਾਤਰੀ ਜਥੇਬੰਦੀਆਂ ਨੇ ਸਲਾਹ ਕਰਕੇ ਇੱਕ ਪ੍ਰੋਟੈਸਟ ਦੀ ਜਿਹੜੀ ਨੀਤੀ ਅਪਣਾਉਣੀ ਪਏਗੀ, ਔਰ ਕਰੋਨਾ ਮਹਾਮਾਰੀ ਦੇ ਚੱਲਦਿਆਂ ਅਸੀਂ ਇਕੱਠ ਨਹੀਂ ਕਰ ਸਕੇ। ਪਰ ਹੁਣ ਸਾਨੂੰ ਮਹਿਸੂਸ ਹੁੰਦਾ ਹੈ ਕਿ ਡੇ ਬਾਈ ਡੇ ਜਿਹੜਾ ਅਧਿਆਪਕ ਦਾ ਜਿਹੜਾ ਸ਼ਿਕੰਜਾ ਬਹੁਤ ਜ਼ਿਆਦਾ ਕੱਸਿਆ ਜਾ ਰਿਹਾ ਹੈ, ਮਾਨਸਿਕ ਸੰਤੁਲਨ ਤੇ ਜਿਹੜਾ ਅਧਿਆਪਕ ਦਾ ਵਿਗੜ ਰਿਹਾ ਹੈ, ਉਸ ਤੇ ਕੰਮ ਦਾ ਬੋਝ ਜ਼ਿਆਦਾ ਪਾਇਆ ਜਾ ਰਿਹਾ ਹੈ। ਵਿਭਾਗੀ ਕੰਮ ਤੇ ਅਕਾਦਮਿਕ ਕੰਮ ਤਾਂ ਅਸੀਂ ਕਰਨੇ ਆ, ਉਹ ਤੋਂ ਇਲਾਵਾ ਵੀ ਜਿਹੜੇ ਸਾਡੇ ਦੇ ਕੰਮ ਜਿਹੜੇ ਬੇਲੋੜੇ ਪਾਏ ਜਾ ਰਹੇ ਹਨ, ਇਹਦੇ ਵਿਰੁੱਧ ਜਿਹੜੀ ਸਾਨੂੰ ਪ੍ਰੋਟੈਸਟ ਦੀ ਨੀਤੀ ਅਪਣਾਉਣੀ ਪਏਗੀ। ਔਰ ਆਉਣ ਵਾਲੇ ਸਮੇਂ 'ਚ ਅਸੀਂ ਇਹ ਰੂਪ ਰੇਖਾ ਅਸੀਂ ਅਧਿਆਪਕ ਸੰਘਰਸ਼ ਕਮੇਟੀ ਦੇ ਮੁੱਦੇ ਦੇ ਪਲੇਟਫਾਰਮ ਹੇਠ ਅਸੀਂ ਇਹ ਰੂਪ ਰੇਖਾ ਉਲੀਕ ਕੇ ਆਉਣ ਵਾਲੇ ਦਿਨਾਂ 'ਚ ਆਪਣੀ ਜਿਹੜੀ ਸਥਿਤੀ ਸਪਸ਼ਟ ਕਰਾਂਗੇ। ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਧਿਆਪਕ ਨੂੰ ਕੋਈ ਵੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਕੋਈ ਡਿਊਟੀ ਲਗਾਉਣ ਤੋਂ ਪਹਿਲਾਂ। ਅੱਛਾ ਜੀ, ਕੋਈ ਸੇਫਟੀ ਪ੍ਰਤੀ ਕਿੱਟ ਨਹੀਂ ਦਿੱਤੀ ਜਾਂਦੀ। ਔਰ ਇਹ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਕਿਤੇ ਅਧਿਆਪਕ ਦੀ ਜਿਹੜੀ ਫੈਮਿਲੀ, ਅਧਿਆਪਕ ਖੁਦ ਪ੍ਰਭਾਵਿਤ ਨਾ ਹੋ ਜਾਵੇ ਇਸ ਪ੍ਰੋਬਲਮ ਦੇ ਵਿੱਚ, ਬਿਮਾਰੀ ਦੇ ਵਿੱਚ, ਤੇ ਉਹਦੇ ਲਈ ਸਰਕਾਰ ਨੂੰ ਇਸ ਤੋਂ ਪਹਿਲਾਂ ਕਿ ਸਥਿਤੀ ਵਿਗੜੇ, ਖਰਾਬ ਹੋਵੇ, ਪਹਿਲਾਂ ਹੀ ਸੋਚਣਾ ਚਾਹੀਦਾ। ਔਰ ਲੋਕਲ ਲੈਵਲ ਤੇ ਜਿਹੜੇ ਇਹ ਫੈਸਲੇ ਹੁੰਦੇ ਹਨ ਇਹ ਬਿਲਕੁਲ ਨਹੀਂ ਹੋਣੇ ਚਾਹੀਦੇ। ਯਾਨੀ ਕਿ ਇਹ ਕਿਹਾ ਜਾ ਸਕਦਾ ਹੈ ਕਿ ਜਿੱਥੇ ਅੱਗੇ ਕਰੋਨਾ ਯੋਧਿਆਂ ਦੇ ਵਿੱਚ ਹੈਲਥ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ ਤੇ ਸਫਾਈ ਕਰਮਚਾਰੀਆਂ ਨੂੰ ਗਿਣਿਆ ਜਾਂਦਾ ਸੀ, ਉਹਦੇ ਵਿੱਚ ਹੁਣ ਟੀਚਰਸ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਆ ਉਹ ਨਾਲ ਗਿਣਿਆ ਜਾਣਾ ਚਾਹੀਦਾ ਉਸ ਕੈਟਾਗਰੀ ਦੇ ਵਿੱਚ। ਜੀ ਬਿਲਕੁਲ ਜੀ, ਇਹ ਤਾਂ ਅਸੀਂ ਜ਼ਿੰਮੇਵਾਰੀ ਬਿਲਕੁਲ ਜੇ ਕਰੋਨਾ ਯੋਧੇ ਅਸੀਂ ਨਿਭਾਈ ਹੈ, ਜਿਹੜੀ ਵੀ ਪ੍ਰਸ਼ਾਸਨ ਨੇ ਦਿੱਤੀ ਹੈ। ਪਰ ਇਹ ਉਸ ਹਾਰ ਦੇ ਵਿੱਚ ਇਹ ਨਾ ਹੋਵੇ ਕਿ ਸਾਡੇ ਤੇ ਬੇਲੋੜਾ ਬੋਝ ਜਿਹੜਾ ਪ੍ਰਸ਼ਾਸਨ ਵੱਲੋਂ ਪਾਇਆ ਜਾਵੇ। ਜਿਸ ਤਰ੍ਹਾਂ ਕਿ ਹੁਣ ਜਿਹੜੀ ਪ੍ਰਤੱਖ ਮਿਸਾਲ ਸਾਹਮਣੇ ਆ ਰਹੀ ਹੈ, ਪਹਿਲੇ ਡਿਊਟੀਆਂ ਲਗਾਤੀਆਂ, ਪੇਪਰ ਟੈਸਟ ਨੂੰ ਦੇਖਦੇ ਆ, ਇਹ ਬਿਡਰਾਂ ਵੀ ਕਰ ਲਿਆ ਹੁਕਮ, ਤੇ ਜੇ ਬਿਡਰਾਂ ਕਰ ਲਿਆ ਤੇ ਚੰਗੀ ਗੱਲ ਆ, ਮੈਂ ਤਾਂ ਸਵਾਗਤ ਕਰਦਾ ਹਾਂ। ਤੇ ਭੁਲੇਖਾ ਇਹੋ ਜਿਹਾ ਜਿਹੜਾ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਤੇ ਉਹੀ ਨਾ, ਤੁਸੀਂ ਦੇਖੋ ਟੀਚਰਾਂ ਦੀਆਂ ਹਰ ਜਗ੍ਹਾ ਡਿਊਟੀਆਂ ਲਗਾਈਆਂ ਜਾ ਰਹੀਆਂ। ਇੱਥੇ ਮੇਨ ਗੱਲ ਇਹ ਆਉਂਦੀ ਕਿ ਸਾਨੂੰ ਜੇਕਰ ਅਸੀਂ ਪਰਿਵਾਰ ਦੀ ਗੱਲ ਕਰੀਏ, ਅਸੀਂ ਆਪਣਿਆਂ ਦੀ ਗੱਲ ਕਰੀਏ, ਅਸੀਂ ਡਿਊਟੀ ਤੇ ਆ, ਪਰ ਜਦ ਸਾਨੂੰ ਉਹ ਸਿਖਲਾਈ ਨਹੀਂ ਦਿੱਤੀ ਗਈ ਤਾਂ ਅਸੀਂ ਆਪ ਕਿੱਦਾਂ ਸੇਫ ਰਵਾਂਗੇ, ਆਪਣੇ ਪਰਿਵਾਰ ਨੂੰ ਕਿੱਦਾਂ ਸੇਫ ਰੱਖਾਂਗੇ। ਹੁਣ ਗੱਲ ਕਰ ਰਹੇ ਨਾਕਿਆਂ ਦੀ, ਫਿਰ ਰਾਤ ਨੂੰ ਨਾਕਿਆਂ ਤੇ ਜਿਹੜੀ ਡਿਊਟੀ ਹੈ ਨਾ ਮਾਈਨਿੰਗ ਦੇ ਲਈ ਲੱਗਣੀ ਸੀਗੀ, ਫਿਰ ਚੈਕਿੰਗ ਕਰਨੀ ਸੀ, ਉਹਨਾਂ ਨੇ ਰਜਿਸਟਰ ਲੈ ਕੇ ਲਿਖਣਾ ਸੀ ਕਿੱਥੋਂ ਆਏ ਆ, ਕਿੱਥੇ ਜਾਣਾ, ਕੌਣ ਡਰਾਈਵਰ ਹੈ, ਇਹ ਉਹ ਨਾ। ਤੁਸੀਂ ਇਹ ਦੇਖੋ ਕਿ ਉਸ ਸਮੇਂ ਉਹਨਾਂ ਦੀ ਸੁਰੱਖਿਆ ਦੇ ਲਈ ਕੌਣ ਸੀ ਉੱਥੇ। ਜੇਕਰ ਦੇਖਿਆ ਜਾਵੇ ਉਹਨਾਂ ਨੂੰ ਨਾ ਤਾਂ ਅਸੀਂ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਆ। ਦੇਖੋ ਉਹ ਜਿਹੜੇ ਮਾਈਨਿੰਗ ਕਰਦੇ ਨੇ ਬਹੁਤ ਜ਼ਿਆਦਾ ਲੋਕ ਜਿਹੜੇ ਕ੍ਰਿਮੀਨਲ ਹੁੰਦੇ ਆ ਜੀ, ਉਹ ਕੋਸ਼ਿਸ਼ ਕਈ ਵਾਰੀ ਤਾਂ ਇਦਾਂ ਹੁੰਦਾ ਕਿ ਟਿੱਪਰ ਉੱਤੇ ਚੜਾ ਸਕਦੇ ਆ, ਬਿਲਕੁਲ ਹਨਾ, ਬਹੁਤ ਸਾਰੇ ਹੁੰਦੇ ਨਾਕੇ ਤੋੜ ਦਿੰਦੇ ਆ ਜਾਂ ਹੋਰ ਕੁਝ ਕਰ ਦਿੰਦੇ, ਉੱਥੇ ਤੇ ਆਪਾਂ ਕੀ ਕਰਨਗੇ ਹਨਾ। ਜਾਂ ਤਾਂ ਫਿਰ ਇਦਾਂ ਹੋਵੇ ਨਾ, ਜੇਕਰ ਅਧਿਆਪਕ ਨੂੰ ਆਲਰਾਊਂਡਰ ਕਰਨਾ, ਜਿੱਦਾਂ ਹੁਣ ਕੋਵਿਡ-19 ਦੇ ਇਸ ਦੌਰ ਦੇ ਵਿੱਚ ਕਈਆਂ ਪੁਲਿਸ ਕਰਮੀਆਂ ਨੂੰ ਕਹ ਲੋ ਕਿ ਪ੍ਰਮੋਸ਼ਨ ਦਿੱਤੀ ਗਈ ਹੈ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਤੇ ਇੱਥੇ ਅਧਿਆਪਕ ਵੀ ਮੈਨੂੰ ਲੱਗਦਾ ਕਿ ਸਨਮਾਨ ਦੇ ਹੱਕਦਾਰ ਨੇ, ਜਾਂ ਫਿਰ ਉਹਨਾਂ ਨੂੰ ਉਹਨਾਂ ਦੀ ਸੈਲਰੀ ਦੇ ਨਾਲ ਵੱਖਰਾ ਜਿਹੜਾ ਕਹ ਲੋ ਕਿ ਇੱਕ ਫੰਡ ਦੇ ਰੂਪ ਦੇ ਵਿੱਚ ਵਾਧੂ ਜਿਹੜੀ ਸੈਲਰੀ ਹੈ ਉਹ ਦਿੱਤੀ ਜਾਵੇ, ਤਾਂ ਕਿ ਉਹਨਾਂ ਦਾ ਮਨੋਬਲ ਵਧੇ। ਪੁੱਛ ਲਿਆ ਜਾਵੇ ਕਿ ਜਿਹੜੇ ਐਕਸਟਰਾ ਜਿਹੜੇ ਡਿਊਟੀ ਕਰ ਸਕਦੇ ਨੇ ਆਪਣੇ ਆਪ ਅੱਗੇ ਆ ਜਾਣ, ਅਸੀਂ ਉਹਨਾਂ ਦੀ ਡਿਊਟੀਆਂ ਲਗਾਵਾਂਗੇ। ਉਹੀ ਨਾ, ਫਿਰ ਜੇਕਰ ਤੁਸੀਂ ਕੰਮ ਵਧਾ ਰਹੇ ਆ ਤਾਂ ਫਿਰ ਉਹਦੇ ਨਾਲ ਸੈਲਰੀ ਵੀ ਵਧਾਓ। ਜ਼ਿਆਦਾਤਰ ਤਾਂ ਅਧਿਆਪਕ ਆਗੂ ਜਿਹੜੇ ਧਰਨਿਆਂ ਤੇ ਬੈਠੇ ਮਿਲਦੇ ਨੇ, ਕਿਉਂਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਨਾ ਸੈਲਰੀਆਂ ਨੂੰ ਲੈ ਕੇ, ਨਾ ਪੱਕੇ ਕਰਨ ਨੂੰ ਲੈ ਕੇ। ਪਰ ਜਦ ਤੁਸੀਂ ਉਹਨਾਂ ਨੂੰ ਪਿੱਛੇ ਸਮਝਦੇ ਆ ਹਰੇਕ ਗੱਲ ਦੇ ਵਿੱਚ, ਫਿਰ ਤੁਸੀਂ ਹੁਣ ਕਿੱਦਾਂ ਅੱਗੇ ਕਰ ਰਹੇ ਆ ਅਧਿਆਪਕਾਂ ਨੂੰ ਹਰੇਕ ਗੱਲ ਤੇ, ਹਨਾ, ਮਤਲਬ ਹਰੇਕ ਗੱਲ ਤੇ ਤੁਸੀਂ ਅਧਿਆਪਕਾਂ ਨੂੰ ਜਿਹੜਾ ਅੱਗੇ ਕਰ ਰਹੇ ਆ। ਹਾਂਜੀ, ਤੇ ਮਨਪ੍ਰੀਤ ਸੈਕੰਡ ਸਾਡਾ ਇਹ ਹੈ ਕਿ ਜਿਹੜਾ ਚਾਈਨਾ ਤੋਂ ਸਮਾਨ ਦੀ ਬਾਈਕਾਟ ਦੀ ਗੱਲ ਚੱਲਦੀ ਆ ਜੀ, ਤੇ ਉਹ ਕਿੰਨਾ ਪੋਸੀਬਲ ਆ ਤੇ ਕਿਸ ਤਰੀਕੇ ਨਾਲ ਹੋ ਸਕਦਾ, ਕਿਹੜੀਆਂ ਚੀਜ਼ਾਂ ਉਹਦਾ ਜਿਹੜਾ ਆ ਉਹ ਖਿਆਲ ਰੱਖਣ ਦੀ ਲੋੜ ਆ, ਤੇ ਕੀ ਇਹ ਪੋਸੀਬਲ ਆ ਕਿ ਅਸੀਂ ਇਸ ਚੀਜ਼ ਉੱਤੇ ਜਿਹੜਾ ਬਾਈਕਾਟ ਕਰ ਸਕਦੇ ਆ? ਕਿਉਂਕਿ ਮੈਨੂੰ ਲੱਗਦਾ ਟਿਕਟੌਕ ਜਾਂ ਹੋਰ ਜਿੰਨੀਆਂ ਇਹ ਐਪਸ ਨੇ ਇਹ ਵੀ ਚਾਈਨੀਜ਼ ਨੇ, ਆਪਾਂ ਇਹਦੇ ਬਾਈਕਾਟ ਕਰਨੀ ਚੀਜ਼ ਅਸੀਂ ਚਾਈਨਾ ਦੀ ਇਸਤੇਮਾਲ ਕਰ ਰਹੇ ਹਾਂ ਇਸ ਸਮੇਂ। ਬਹੁਤ ਘੱਟ ਜਿਹੜੇ ਬ੍ਰਾਂਡਡ ਕਹ ਲੋ ਕਿ ਨਾ ਤਾਂ ਅਸੀਂ ਅਫੋਰਡ ਕਰ ਸਕਦੇ ਆ, ਹਨਾ, ਤੇ ਅਸੀਂ ਉਹ ਕਾਪੀਆਂ ਜਿਹੜੀਆਂ ਚਾਈਨਾ ਦੀਆਂ ਮਿਲਦੀਆਂ, ਬੇਸ਼ੱਕ ਅਸੀਂ ਮੋਬਾਈਲ ਦੀ ਗੱਲ ਕਰੀਏ, ਬੇਸ਼ੱਕ ਅਸੀਂ ਕਿਸੇ ਹੋਰ ਚੀਜ਼ ਦੀ ਗੱਲ ਕਰੀਏ, ਮਤਲਬ ਜਿਹੜੀਆਂ ਮਹਿੰਗੀਆਂ ਵਸਤੂਆਂ ਹੁੰਦੀਆਂ ਨੇ ਜ਼ਿਆਦਾਤਰ ਉਹ ਚਾਈਨਾ ਦੇ ਵਿੱਚ ਕਾਪੀ ਉਹਦੀ ਮਿਲ ਜਾਂਦੀ ਹੈ। ਅਗਰ ਇੱਕ ਡਾਟਾ ਦੀ ਗੱਲ ਕਰੀਏ, ਜਿਹੜੇ ਸਮਾਰਟਫੋਨ ਨੇ ਉਹਦਾ 72% ਜਿਹੜੀ ਮਾਰਕੀਟ ਸ਼ੇਅਰ ਆ ਉਹ ਚਾਈਨਾ ਦੀਆਂ ਕੰਪਨੀਆਂ ਦੇ ਕੋਲ ਹੈਗਾ ਆ, ਭਾਵੇਂ Oppo ਹੋ ਗਿਆ, Vivo ਹੋ ਗਿਆ ਜਾਂ ਹੋਰ ਹੋ ਗਿਆ। ਅਸੀਂ ਵੀ ਜਿਹੜਾ ਫੋਨ ਲੈਣ ਜਾਂਦੇ ਆ, ਪਹਿਲ ਸਾਡੀ ਇਹੀ ਹੁੰਦੀ ਹੈ ਕਿ ਵੀ ਜੇ ਫੋਟੋ ਵਧੀਆ ਹੋਣੀ ਚਾਹੀਦੀ ਆ, ਹੋਣਾ ਚਾਹੀਦਾ, ਤੇ ਉਹਦੇ ਜਿੰਨੀਆਂ ਕਿ ਕੰਪਨੀਆਂ ਨੇ, ਜ਼ਿਆਦਾਤਰ ਕੰਪਨੀਆਂ ਜਿਹੜੀਆਂ ਨੇ ਉਹ ਚਾਈਨੀਜ਼ ਨੇ ਜੀ। ਤੇ ਇਦਾਂ ਹੀ ਜਿਹੜਾ ਟੈਲੀਕਾਮ ਆ, ਇਹਦੇ ਵਿੱਚ ਵੀ 25% ਤੋਂ ਜ਼ਿਆਦਾ ਜਿਹੜਾ ਮਾਰਕੀਟ ਸ਼ੇਅਰ ਆ ਉਹ ਚਾਈਨਾ ਦੇ ਕੋਲ ਆ। ਜੇ ਸਮਾਰਟ ਟੈਲੀਵਿਜ਼ਨ ਦੀ ਆਪਾਂ ਟੀਵੀ ਦੀ ਗੱਲ ਕਰੀਏ, ਸਮਾਰਟ ਟੀਵੀ ਦੀ,
ਉਹਦਾ ਵੀ ਘੱਟੋ ਘੱਟ 45 ਤੋਂ 50% ਦੇ ਕਰੀਬ ਜਿਹੜਾ ਆ ਉਹ ਮਾਰਕੀਟ ਸ਼ੇਅਰ ਜਿਹੜਾ ਆ ਉਹਨਾਂ ਦੇ ਕੋਲ ਆ। ਸਾਡੇ ਕੋਲ ਜਿਹੜਾ 100% ਦਾ ਵਪਾਰ ਹੈਗਾ ਹੈ ਉਹਦੇ ਵਿੱਚੋਂ 80% ਦਾ ਹੱਕਦਾਰ ਹੁਣ ਸੋਲਰ ਆ ਉਹਦੇ ਵਿੱਚ 90% ਦੇ ਕਰੀਬ ਜਿਹੜਾ ਆ ਸੋਲਰ ਸਿਸਟਮ ਜਿਹੜਾ ਸੋਲਰ ਸਿਸਟਮ ਦੇ ਚਾਈਨੀਜ਼ ਜਿਹੜਾ ਆ ਉਹ ਤਾਂ ਮੈਡੀਕਲ ਲਾਈਨ ਮੇਰੀ ਖੁਦ ਗੱਲ ਹੋਈ ਕੁਝ ਡਾਕਟਰਸ ਦੇ ਨਾਲ ਤੇ ਕੁਝ ਮੈਡੀਕਲ ਸਟੋਰ ਵਾਲਿਆਂ ਨਾਲ ਜਿਹੜੇ ਵੱਡੇ ਲੈਵਲ ਦੇ ਉੱਤੇ ਕਰਦੇ ਸੀ ਤਾਂ ਉਹਨਾਂ ਦਾ ਵੀ ਕਹਿਣਾ ਇਹੀ ਸੀ ਕਿ ਜਿੰਨਾ ਕਿ ਸਾਡੇ ਇੱਥੇ ਅੰਦਰ ਸਮਾਨ ਪਿਆ ਹੈ ਬੇਸ਼ੱਕ ਉਹ ਕੋਈ ਬੀਪੀ ਚੈੱਕ ਕਰਨ ਦੀਆਂ ਮਸ਼ੀਨਾਂ ਹੋਣ ਸ਼ੂਗਰ ਚੈੱਕ ਕਰਨ ਦੀਆਂ ਮਸ਼ੀਨਾਂ ਹੋਣ ਜਾਂ ਹੋਰ ਇਦਾਂ ਦੇ ਕਿੰਨੇ ਵੀ ਇਨਸਟਰੂਮੈਂਟ ਹੈਗੇ ਆ ਉਹ ਮੈਕਸਿਮਮ ਜਿਹੜੇ ਆ ਉਹ ਚਾਈਨਾ ਤੋਂ ਹੀ ਜਿਹੜੇ ਆ ਉਹ ਆਉਂਦੇ ਆ ਹਨਾ ਤੇ ਵੀ ਜੇ ਅਸੀਂ ਇੰਡੀਆ ਦਾ ਇੱਥੇ ਬਣ ਲੱਗ ਪਏਗਾ ਉਹਦਾ ਰੇਟ ਇੰਨਾ ਮਹਿੰਗਾ ਹੋ ਜਾਏਗਾ ਕਿ ਉਹ ਜਿਹੜਾ ਉਹ ਮਹਿੰਗਾ ਖਰੀਦਣਾ ਪਏਗਾ ਤੇ ਇਸ ਕਰਕੇ ਲੋਕੀ ਫੇਕ ਜਿਹੜੇ ਚਾਈਨੀਜ਼ ਦੇ ਮਗਰ ਦੌੜਦੇ ਆ ਹੁਣ ਜਿਆਦਾ ਆਪਾਂ ਆਪਣਾ ਮਨ ਤਿਆਰ ਕਰ ਲਈਏ ਸੈਕੰਡ ਗਵਰਨਮੈਂਟ ਨੂੰ ਇਹ ਦੇਖਣਾ ਚਾਹੀਦਾ ਆ ਪਹਿਲ ਗਵਰਨਮੈਂਟ ਨੂੰ ਕਰਨੀ ਪੈਣੀ ਹੈ ਗਵਰਨਮੈਂਟ ਨੂੰ ਕਰਨੀ ਪੈਣੀ ਹੈ ਕਿਉਂਕਿ ਸਭ ਨੂੰ ਵੱਡੀ ਪ੍ਰੋਬਲਮ ਇਹ ਆ ਕਿ ਇੱਥੇ ਮਤਲਬ ਅੱਜ ਇੱਕ ਬੰਦਾ ਆ ਕੋਈ ਵੀ ਇਹ ਗਰਾਊਂਡ ਲੈਵਲ ਤੋਂ ਉੱਠਦਾ ਉਹ ਉੱਠ ਕੇ ਆਪਣਾ ਕੰਮ ਸ਼ੁਰੂ ਕਰਦਾ ਜਦੋਂ ਉਹ ਆਪਣਾ ਕੰਮ ਸ਼ੁਰੂ ਕਰਦਾ ਜਿੱਦਾਂ ਜਿਹਦਾ ਕੰਮ ਉਹਦਾ ਵੱਧਦਾ ਆ ਉਹ ਕੰਮ ਨੂੰ ਆਪਣੇ ਨੂੰ ਸਕਸੈਸ ਕਰਦਾ ਉਦੋਂ ਇਹ ਸਾਰੇ ਡਿਪਾਰਟਮੈਂਟ ਉਹਨਾਂ ਨੂੰ ਲੱਗ ਪੈਂਦਾ ਕਿ ਇਹ ਸਾਡਾ ਕਮਾਊ ਪੁੱਤ ਆ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨੋਟਿਸ ਇਹ ਨਹੀਂ ਦੇਖਿਆ ਜਾਂਦਾ ਕਿ ਇੰਨੇ ਸੈਂਕੜੇ ਬੰਦਿਆਂ ਨੂੰ ਜਿਹੜਾ ਆ ਉਹਨਾਂ ਨੇ ਜੌਬ ਦੇਣੀ ਸ਼ੁਰੂ ਕਰ ਦਿੱਤੀ ਆ ਸੈਂਕੜੇ ਬੰਦੇ ਜਿਹੜੇ ਆ ਕੰਮ ਤੇ ਲੱਗੇ ਹੋਏ ਨੇ ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਨੋਟਿਸ ਤਰ੍ਹਾਂ ਤਰ੍ਹਾਂ ਦੇ ਖਰਚੇ ਜਿਹੜੇ ਉਹਨੂੰ ਪਾਏ ਜਾਂਦੇ ਨੇ ਬੰਦਾ ਖਿੱਚ ਕੇ ਜਿਹੜਾ ਆ ਉਹ ਫਿਰ ਕਹਿੰਦਾ ਯਾਰ ਇਹਨੂੰ ਤਾਂ ਕੰਮ ਨਾ ਕਰਦੇ ਜਾਂ ਮੈਂ ਕਿਸੇ ਹੋਰ ਕੰਟਰੀ ਜਾਏ ਕੰਮ ਕਰ ਲੈਂਦਾ ਉਹ ਚੰਗਾ ਸੀ। ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਮੈਂ ਫਗਵਾੜੇ 'ਚ ਅੱਜ ਡਰ ਦਾ ਮਾਹੌਲ ਕਾਫੀ ਪਾਇਆ ਜਾ ਰਿਹਾ ਜੀ ਬਰਾੜ ਦੀ ਲੈ ਕੇ ਖਬਰ ਨੂੰ। ਹਾਂਜੀ ਬਿਲਕੁਲ ਜੀ। ਹਾਂਜੀ ਤੇ ਅਸੀਂ ਉਹਦੇ ਕਰਕੇ ਬਾਜ਼ਾਰ ਤਾਂ ਅੱਜ ਤਾਂ ਜੀ ਸੈਕਟਰ ਖੋਲ ਰਹੇ ਆ ਪਰ ਬਾਜ਼ਾਰ ਦੇ ਪਿਛਲੇ ਸੈਕਟਰ ਵੀ ਲੋਕਡਾਊਨ ਹੋਣ ਕਰਕੇ ਕੋਈ ਕਸਟਮਰ ਨਹੀਂ ਬਾਜ਼ਾਰ ਵਿਹਲੇ ਬੈਠੇ ਆ। ਅੱਜ ਵੀ ਇਦਾਂ ਹੀ ਆ ਜੀ ਬਾਜ਼ਾਰ ਅੱਜ ਵੀ ਵਿਹਲਾ ਹੈ। ਬਿਲਕੁਲ ਤੇ ਅਸੀਂ ਤਾਂ ਆਪ ਕਾਮਨਾ ਕਰਦੇ ਹਾਂ ਜੀ ਕਿ ਬਰਾੜ ਸਾਹਿਬ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੀ ਡਿਊਟੀ ਦੇ ਵਿੱਚ ਆਉਣ ਤੇ ਤਾਂ ਕਿ ਜਿਹੜਾ ਸ਼ਹਿਰ ਵਾਸੀਆਂ ਨੂੰ ਕਰੋਨਾ ਤੋਂ ਬਚਾਉਣ ਦੀ ਆਪਣੀ ਡਿਊਟੀ ਨਿਭਾ ਰਹੇ ਸੀ ਉਹਨੂੰ ਹੋਰ ਬਿਹਤਰ ਤਰੀਕੇ ਨਾਲ ਨਿਭਾ ਸਕਣ ਜੀ। ਤੇ ਇੱਥੇ ਡਰਨ ਦੀ ਲੋੜ ਨਹੀਂ ਇੰਨੀ ਹੈਗੀ ਸਾਵਧਾਨ ਹੋਣ ਦੀ ਲੋੜ ਜਿਹੜੀ ਉਹ ਜ਼ਿਆਦਾ ਸਾਡੀ ਮਤਲਬ ਕਹ ਲਓ ਜ਼ਰੂਰਤ ਬਣ ਗਈ ਹੈ ਕਿ ਅਸੀਂ ਸਾਵਧਾਨ ਹੋਣਾ ਹੈ। ਕਿਸ ਚੀਜ਼ ਦੀ ਗੱਲ ਹੈ ਬਹੁਤ ਕੀਤਾ ਹੈ ਭਗਵਾਨ ਨੂੰ ਇਸ ਕਰਕੇ ਥੋੜਾ ਜਿਹਾ ਫਰਕ ਤਾਂ ਹੈਗਾ ਜੀ ਉਹਨਾਂ ਵਿੱਚ ਦਾਨ ਕਰਕੇ। ਬਿਲਕੁਲ ਕਿਸ ਚੀਜ਼ ਦੀ ਦੁਕਾਨ ਹੈ ਜੀ ਆਪਣੀ? ਹਾਂਜੀ ਕਿਸ ਚੀਜ਼ ਦੀ ਦੁਕਾਨ ਦੀ ਦੁਕਾਨ ਹੈ ਜੀ ਕੱਪੜੇ ਦੀ। ਤੇ ਜਿਹੜਾ ਨਾਰਮਲ ਦੇ ਵਿੱਚ ਆਪਾਂ ਦੇਖਦੇ ਆ ਤੇ ਕਿੰਨੇ ਕੇ ਕਸਟਮਰ ਅੱਗੇ ਨਾਲੋਂ ਘਟੇ ਨੇ ਕੱਪੜੇ ਖਰੀਦਣ ਦੇ ਲਈ ਜਦੋਂ ਆ ਲੋਕਡਾਊਨ ਵਾਲੇ ਸਿਸਟਮ ਤੋਂ ਪਹਿਲਾਂ ਨਾਲੋਂ? ਸਾਡੀ 2-3 ਜਣੇ ਨੇ ਐਂਟਰੀ ਹੈਗੀ ਹੈ ਸਾਰੀ ਦਿਹਾੜੀ 'ਚ ਜੀ ਕਸਟਮਰ ਦੀ। ਪਹਿਲਾਂ ਕਿੰਨੀ ਹੁੰਦੀ ਸੀ? ਪਹਿਲਾਂ 20-25-50 ਕਸਟਮਰ ਵੀ ਆਉਂਦੇ ਸੀ ਜੀ। ਇਹਦਾ ਮਤਲਬ ਕਿ 10 ਤੋਂ 20% ਕੰਮ ਰਹਿ ਗਿਆ? 20% ਵੀ ਨਹੀਂ ਹੈ 10% ਆ ਹੁਣ। ਅੱਛਾ 10% ਜਿਹੜਾ ਆ ਉਹ ਕੰਮ ਆ ਉਹ ਰਹਿ ਗਿਆ। ਉਹ ਵੀ ਸਿਰਫ ਕਾਟਨ ਦੇ ਸੂਟ ਤੇ ਸੇਲ ਹੈ ਮਾੜੀ ਮੋਟੀ ਤੇ ਨਹੀਂ ਤਾਂ ਦੂਸਰੇ ਦਾ ਫੈਂਸੀ ਸੂਟ ਤਾਂ ਵਿਕਦਾ ਹੀ ਨਹੀਂ ਵੈਜੀ ਕੋਈ ਨਹੀਂ ਲੈਂਦਾ। ਵਿਆਹ ਸ਼ਾਦੀ ਨਹੀਂ ਹੋ ਰਹੀ ਨਾ। ਬਿਲਕੁਲ ਹਾਂਜੀ ਵਿਆਹ ਸ਼ਾਦੀ ਵਾਲੇ ਸੂਟ ਕੋਈ ਨਹੀਂ ਲੈ ਰਿਹਾ ਜੀ ਸਿਰਫ ਕਾਟਨ ਵੇਚ ਰਹੀ ਹੈ। ਬਿਲਕੁਲ ਹਾਂਜੀ ਠੀਕ ਹੈ। ਬਾਕੀ ਹੁਣ ਦੇਖੋ ਚਾਈਨਾ ਦਾ ਪ੍ਰੋਡਕਟ ਵੀ ਬੰਦ ਹੋਣੇ ਚਾਹੀਦੇ ਜੀ। ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਚਾਈਨਾ ਦੇ ਜਿਹੜੇ ਤੁਹਾਡੇ ਸੂਟ ਲਾਈਨ ਆ ਇਹਦੇ ਵਿੱਚ ਚਾਈਨਾ ਦਾ ਕਿੰਨਾ ਕਿ ਇੰਟਰਫੇਰੈਂਸ ਆ ਜੀ? ਸੂਟ ਲਾਈਨ 'ਚ ਚਾਈਨਾ ਦਾ ਇੰਨਾ ਯੋਗਦਾਨ ਨਹੀਂ ਹੈਗਾ ਜੀ। ਉਹ ਡਰੈਸਿਸ ਵਗੈਰਾ ਆਉਂਦੀਆਂ ਉਹ ਰੈਡੀਮੇਡ ਜਿਹੜੇ ਕਰਦੇ ਆ ਉਹਨਾਂ ਦੇ ਨੂੰ ਫਰਕ ਪਏਗਾ ਇਸ ਚੀਜ਼ ਦਾ। ਆਰਟੀਫੀਸ਼ੀਅਲ ਜੁਐਲਰੀ ਜਿਹੜੀ ਆ ਉਹ ਕਾਫੀ ਆਉਂਦੀ ਨਾ ਚਾਈਨਾ ਦੀ। ਹਾਂਜੀ ਆਰਟੀਫੀਸ਼ੀਅਲ ਜੁਐਲਰੀ ਕਾਫੀ ਆ ਰਹੀ ਹੈ ਜੀ। ਇਲੈਕਟ੍ਰੋਨਿਕ ਸਮਾਨ ਕਾਫੀ ਆ ਰਿਹਾ ਪਰ ਲੋਕੀ ਹੁਣ ਅਵਾਇਡ ਕਰ ਰਹੇ ਆ ਜੀ ਇਸ ਚੀਜ਼ ਨੂੰ ਜਦੋਂ ਦਾ ਇਹਨਾਂ ਦਾ ਕੀਤਾ ਹੋਇਆ। ਇੱਕ ਆਪਾਂ ਇਹ ਗੱਲ ਕਰਦੇ ਆ ਕਿ ਜਿੱਦਾਂ ਤੁਸੀਂ ਨਾਰਮਲ ਦੇ ਵਿੱਚ ਘਰ 'ਚ ਸਮਾਨ ਯੂਜ਼ ਕਰਦੇ ਹੋ ਤੁਹਾਨੂੰ ਲੱਗਦਾ ਕਿ ਤੁਸੀਂ ਚਾਈਨਾ ਦੇ ਸਮਾਨ ਤੋਂ ਇਲਾਵਾ ਤੁਸੀਂ ਈਜ਼ੀ ਤਰੀਕੇ ਦੇ ਨਾਲ ਬਾਕੀ ਸਮਾਨ ਦੇ ਨਾਲ ਗੁਜ਼ਾਰਾ ਕਰ ਸਕਦੇ ਹੋ ਜਿੰਨੀ ਆਦਤ ਪੈ ਚੁੱਕੀ ਸਾਨੂੰ? ਆਦਤ ਬੱਤਾ ਜੀ ਪਹਿਲਾਂ ਤਾਂ ਲੋਕਾਂ ਨੂੰ ਯੂਜ਼ ਟੂ ਤਾਂ ਹੋ ਚੁੱਕਿਆ ਸੀ ਇਸ ਚੀਜ਼ ਦੇ ਪਰ ਹੁਣ ਉਸ ਚੀਜ਼ ਨੂੰ ਨਹੀਂ ਵੀ ਆ ਰਿਹਾ। ਹੁਣ ਤੇ ਚਾਈਨਾ ਨਹੀਂ ਆ ਰਿਹਾ ਸਮਾਨ ਆ ਰਿਹਾ ਤੇ ਲੋਕੀ ਯੂਜ਼ ਕਰਦੇ ਹੀ ਰਹੇ ਸਾਉਦੇ ਹੀ ਰਹੇ। ਹਾਂਜੀ ਇਹ ਚੀਜ਼ਾਂ ਬਿਲਕੁਲ ਜੀ। ਠੀਕ ਹੈ ਜੀ ਧੰਨਵਾਦ ਜੀ ਕਾਲ ਕਰਨ ਲਈ। ਠੀਕ ਹੈ ਸਤਿ ਸ਼੍ਰੀ ਅਕਾਲ। ਤੇ ਕਹ ਲਓ ਕਿ ਜੇ ਅਸੀਂ ਬੇਸ਼ੱਕ ਉਹਨਾਂ ਨੇ ਕੱਪੜੇ ਦੀ ਗੱਲ ਕੀਤੀ ਆ ਫਿਰ ਕੱਪੜੇ ਵਾਲਿਆਂ ਨੂੰ ਨਹੀਂ ਇੰਨਾ ਜ਼ਿਆਦਾ ਕਹ ਲਓ ਇਹਦੀ ਮਾਰ ਹੈਗੀ ਚਾਈਨਾ ਦੀ ਹੈ ਨਾ ਪਰ ਜਿਹੜੀਆਂ ਬਾਕੀ ਸ਼ਾਪਸ ਨੇ ਭਾਂਡਿਆਂ ਦੀ ਦੇਖ ਲਓ ਤੁਸੀਂ ਚਾਈਨਾ ਦਾ ਸਮਾਨ ਉੱਥੇ ਵੀ ਆ ਰਿਹਾ ਆ ਇਲੈਕਟ੍ਰੋਨਿਕ ਦੀ ਜਿੱਦਾਂ ਉਹਨਾਂ ਨੇ ਗੱਲ ਕੀਤੀ ਆ
ਜਾਂ ਫਿਰ ਜਿਹੜੇ ਰੈਡੀਮੇਡ ਗਾਰਮੈਂਟਸ ਵਗੈਰਾ ਆ ਜਾਂ ਕੱਪੜੇ ਵਗੈਰਾ ਹਨਾ, ਤੇ ਉੱਥੇ ਕਹਿ ਲਓ ਕਿ ਜ਼ਿਆਦਾ ਜਿਹੜੀ ਇਹਦੀ ਮਤਲਬ ਪੈਣੀ ਉਹਨਾਂ ਨੂੰ। ਪਰ ਜੇਕਰ ਅਸੀਂ ਉਹਨਾਂ ਦਾ ਬਾਈਕਾਟ ਕਰਨਾ ਆ, ਉਸ ਤੋਂ ਪਹਿਲਾਂ ਸਾਡੇ ਕੋਲ ਉਹ ਫੈਸਿਲਿਟੀ ਹੋਣੀ ਚਾਹੀਦੀ ਹੈ ਕਿ ਗਰਾਊਂਡ ਤਿਆਰ ਕਰਨੀ ਪੈਗੀ। ਜੇ ਆਪਾਂ ਬਿਲਕੁਲ ਲਿਆਉਣਾ ਬੰਦ ਕਰ ਦਈਏ, ਆਪਣੇ ਕੋਲ ਕੁਝ ਨਾ ਉਹ ਚੀਜ਼ਾਂ ਹੋਣ, ਮਤਲਬ ਸੇਫ ਸਾਈਡ ਤੇ ਸਾਡੇ ਕੋਲ ਕਈ ਮਸ਼ੀਨਰੀ ਦੇ ਪਾਰਟਸ ਇਦਾਂ ਦੇ ਪੈਂਦੇ ਆ ਕਿ ਜਿਹੜੇ ਉੱਤੋਂ ਬਗੈਰ ਚੱਲ ਨਹੀਂ ਸਕਦੀਆਂ। ਕਈ ਆਈਸੀ ਇਦਾਂ ਦੇ ਨੇ ਜਿਹੜੇ ਚਾਈਨਾ ਤੋਂ ਆਉਂਦੇ ਨੇ, ਇੱਥੇ ਬੰਦੇ ਹੀ ਨਹੀਂ। ਬਿਲਕੁਲ। ਕਾਲਰ ਆਏ ਨੇ। ਹੈਲੋ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਬਸਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸ਼ਾਮੀ ਮੈਡਮ, ਮੈਂ ਹਰਪ੍ਰੀਤ ਸਿੰਘ ਸੋਨੂ ਬੋਲ ਰਿਹਾ ਜੀ। ਹਾਂਜੀ ਹਾਂਜੀ ਸੋਨੂ ਜੀ, ਕੀ ਹਾਲ ਜੀ? ਬਸ ਵਧੀਆ ਜੀ, ਵਧੀਆ। ਸੋਨੂ ਜੀ, ਤੁਸੀਂ ਇੱਕ ਦੁਕਾਨਦਾਰ ਹੋ, ਅਗਰ ਚਾਈਨਾ ਦੇ ਸਮਾਨ ਦੀ ਗੱਲ ਕਰਦੇ ਆ ਕਿ ਜਿਹੜਾ ਬਾਈਕਾਟ ਦੀ ਗੱਲ ਚੱਲ ਰਹੀ ਆ, ਕਿ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਪੋਸੀਬਲ ਆ ਕਿ ਆਪਾਂ ਈਜ਼ੀ ਤਰੀਕੇ ਦੇ ਨਾਲ ਚਾਈਨਾ ਦੇ ਸਮਾਨ ਦਾ ਬਾਈਕਾਟ ਕਰਦੇ ਜਾਂਦੇ ਆ? ਮੈਂ ਬਸਰਾ ਸਾਹਿਬ ਮੈਂ ਬਸਰਾ ਸਾਹਿਬ ਆਪਣੇ ਵੱਲੋਂ ਇਹ ਸਾਰਿਆਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਜੀ ਤੇ ਇਸ ਵੇਲੇ ਸਾਡੇ ਦੇਸ਼ ਦਾ ਮੁੱਦਾ ਔਰ ਦੇਸ਼ ਦੇ ਆਨ ਬਾਨ ਤੇ ਸ਼ਾਨ ਦੇ ਲਈ ਸਾਨੂੰ ਗਰਾਊਂਡ ਲੈਵਲ ਤੋਂ ਉੱਠਣਾ ਪਏਗਾ। ਕਿਉਂਕਿ ਸਭ ਤੋਂ ਮੈਂ ਇੱਕ ਬਰੀਕੀ ਵਾਲੀ ਗੱਲ ਲੈਣਾ ਚਾਈਨਾ ਦੀ ਡੋਰ ਦੀ। ਜਿੱਦਾਂ ਚਾਈਨਾ ਦੀ ਡੋਰ ਰਾਹ ਜਾਂਦੇ ਸਾਡੇ ਲੋਕਾਂ ਦਾ ਗਲ ਵੱਢ ਰਹੀ ਆ, ਅੱਜ ਇਹ ਚਾਈਨਾ ਦੇ ਜਿਹੜੇ ਫੌਜ ਦੇ ਨੇ, ਅੱਜ ਉਹਨਾਂ ਨੇ ਵੀ ਉਦਾਂ ਦੀਆਂ ਕਰਤੂਤਾਂ ਕਰਕੇ ਦਿਖਾ ਲਈਆਂ। ਬਿਲਕੁਲ, ਸ਼ੁਰੂਆਤ ਕਰਾਂਗੇ ਤਾਂ ਅੰਜਾਮ ਵਧੀਆ ਆਏਗਾ। ਬਿਲਕੁਲ। ਸਾਡੇ ਦੇਸ਼ ਦੀਆਂ ਸਰਕਾਰਾਂ ਵਧੀਆ ਤਰੀਕੇ ਨਾਲ ਕੰਮ ਕਰਨ, ਸਾਡੇ ਉਦਯੋਗਪਤੀਆਂ ਨੂੰ ਵਧੀਆ ਤਰੀਕੇ ਨਾਲ ਇੱਥੇ ਫੈਕਟਰੀਆਂ ਲਾਉਣ, ਸਬਸਿਡੀਆਂ ਮੁਹੱਈਆ ਕਰਵਾਉਣ ਔਰ ਇਹਨਾਂ ਨੂੰ ਇੰਨਾ ਕੁ ਆਪਣੇ ਵੱਲੋਂ ਸਹਿਯੋਗ ਦੇਣ, ਸਾਨੂੰ ਬਾਹਰ ਜਾਣ ਦੀ ਕਿਤੇ ਲੋੜ ਹੀ ਨਾ ਪਵੇ। ਬਿਲਕੁਲ। ਕਿਉਂਕਿ ਸਾਡੇ ਦੇਸ਼ ਵਿੱਚ ਜਿੰਨੀ ਇਸ ਵੇਲੇ ਬੇਰੋਜ਼ਗਾਰੀ ਹੈਗੀ ਆ, ਸਾਡੇ ਪੜ੍ਹੇ ਲਿਖੇ ਇਸ ਵੇਲੇ ਨੌਜਵਾਨ ਮਤਲਬ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਆ, ਉਹ ਵੀ ਦੂਰ ਹੋਏਗਾ। ਬਿਲਕੁਲ ਜੀ, ਠੀਕ ਹੈ ਨਾ ਜੀ। ਇਹ ਸਾਨੂੰ ਗਰਾਊਂਡ ਲੈਵਲ ਤੋਂ ਸ਼ੁਰੂ ਹੋਣਾ ਪੈਣਾ। ਅੱਜ ਮੈਂ ਵੀ ਪ੍ਰਣ ਕਰਦਾ, ਕੋਈ ਵੀ ਘਰ ਮੇਰੇ ਟਿਊਬਲਾਈਟ ਹੋਵੇ, ਕੋਈ ਵੀ ਮੇਰੇ ਘਰ ਉਪਕਰਨ ਇਦਾਂ ਦਾ ਹੋਵੇ, ਉਹ ਅੱਗੇ ਤੋਂ ਨਾ ਖਰੀਦਿਆ ਜਾਵੇ। ਉਹ ਚਾਈਨੀਜ਼ ਜਿਹੜੇ ਲੋਕ ਕੋਈ ਚੀਜ਼ਾਂ ਭੰਨ ਕੇ ਉਹਦਾ ਵਿਦਰੋਹ ਕਰ ਰਹੇ ਆ, ਮੈਂ ਉਹਦੇ ਪੂਰਨ ਖਿਲਾਫ ਆ, ਕਿਉਂਕਿ ਇਹ ਸਮਾਨ ਅਸੀਂ ਖਰੀਦ ਚੁੱਕੇ ਆ। ਨੁਕਸਾਨ ਤਾਂ ਸਾਡਾ ਹੋ ਗਿਆ, ਸਾਡੇ ਪੈਸੇ ਲੱਗੇ ਨੇ, ਗਾਹ ਤੋਂ ਵੇਰ ਹੋਈ। ਹਾਂ ਬਿਲਕੁਲ ਸਹੀ ਗੱਲ ਆ ਜੀ। ਮੈਂ ਮਤਲਬ ਇੱਕ ਲੌਜੀਕਲੀ ਸਰ ਗੱਲ ਕਰਦਾ, ਗਾਹ ਤੋਂ ਅਸੀਂ ਆਪਣਾ ਇੱਕ ਇਦਾਂ ਦਾ ਇੱਕਾ ਦਿਖਾ ਲਈਏ ਤੇ ਇਹਨਾਂ ਬੰਦਿਆਂ ਦੀ ਨੱਕ ਦੀ ਚੋਕ ਇਹਨਾਂ ਦੀ ਮੂੰਹ 'ਚ ਪੈ ਜਾਵੇ, ਮੁੜ ਕੇ ਹਿੰਦੁਸਤਾਨ ਦੇ ਹੁਣ ਸੋਚਣ ਲੱਗੇ ਵੀ ਇਹ ਦੇਖਣ ਵੀ ਅਸੀਂ ਕੀ ਕਰ ਰਹੇ ਆ ਤਾਂ ਸਾਡਾ ਅੰਜਾਮ ਕੀ ਹੋਏਗਾ। ਬਿਲਕੁਲ ਸਹੀ ਗੱਲ ਆ ਜੀ। ਔਰ ਹਿੰਦੁਸਤਾਨ ਦੇ ਕੱਲੇ ਨਾਗਰਿਕ ਨੂੰ ਮੈਂ ਬੇਨਤੀ ਨਵਰੰਗ ਚੈਨਲ ਦੇ ਜ਼ਰੀਏ ਬੇਨਤੀ ਕਰਦਾ, ਇੱਕ ਇਹਦਾ ਸਬੂਤ ਦਿਖਾ ਲਓ। ਕੱਲਾ ਫੇਸਬੁੱਕਾਂ ਤੇ ਆ ਕੇ ਕੁਛ ਨਹੀਂ ਬਣਨਾ, ਲੇਕਿਨ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਆਪਣਾ ਪੂਰਾ ਯੋਗਦਾਨ ਨਿਭਾਓ। ਗਾਂ ਤੋਂ ਜੋ ਖਰੀਦ ਲਿਆ ਉਹਨੂੰ ਛੱਡੋ। ਇਹ ਚੀਜ਼ ਤੇ ਸੋਨੂ ਜੀ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਾਈਨੀਜ਼ ਐਪਸ ਦੇ ਉੱਤੇ ਜਾ ਕੇ ਚਾਈਨਾ ਦਾ ਵਿਰੋਧ ਕਰੀ ਜਾਂਦੇ ਨੇ ਕਿ ਸਪੋਜ਼ ਕਰ ਲਓ ਭਾਵੇਂ ਟਿਕਟੌਕ ਹੋਵੇ ਜਾਂ ਹੋਰ ਹੋਵੇ, ਉਹਦੇ ਤੇ ਪਾ ਰਹੇ ਕਿ ਚਾਈਨਾ ਦੀ ਆਪਾਂ ਕੋਈ ਚੀਜ਼ ਨਹੀਂ ਵਰਤਣੀ, ਚਾਈਨਾ ਨੂੰ ਪ੍ਰਮੋਟ ਨਹੀਂ ਕਰਨਾ, ਤੇ ਖੁਦ ਚਾਈਨਾ ਦੀ ਜਿਹੜੀ ਆ ਪਲੇਟਫਾਰਮ ਉਹ ਤੋਂ ਬੋਲਦੇ ਪਏ ਹੁੰਦੇ ਨੇ। ਮੈਂ ਇਹੀ ਤਾਂ ਸਾਡੇ ਲੋਕਾਂ ਦੀ ਅਵੇਅਰਨੈਸ ਇਹ ਆਉਣੀ ਚਾਹੀਦੀ ਹੈ ਜੀ। ਹੁਣ ਮਾਫ ਕਰਨਾ, ਮੈਂ ਟਿਕਟੌਕ ਅਕਾਊਂਟ ਮੈਂ ਵੀ ਚਲਾਉਂਦਾ ਸੀ, ਮੈਂ ਉਹਨੂੰ ਡਿਲੀਟ ਕੀਤਾ ਔਰ ਹੋਰ ਵੀ ਮੈਂ ਐਪਸ ਨਾਲ ਡਿਲੀਟ ਕਰ ਰਿਹਾ ਜੀ, ਸ਼ੁਰੂਆਤ ਕਰ ਰਿਹਾ। ਔਰ ਉਹਨਾਂ ਨੂੰ ਪ੍ਰਮੋਟ ਨਾ ਕਰੋ, ਉਹਨਾਂ ਨੂੰ ਡੈਮੇਜ ਕਰੋ ਜੀ। ਬਿਲਕੁਲ ਬਿਲਕੁਲ ਸਿਆਣੀ ਗੱਲ ਹੈ ਜੀ ਤੁਹਾਡੀ। ਫੇਰ ਮੇਰੀ ਨਵਰੰਗ ਚੈਨਲ ਦੇ ਇਸ ਮਾਧਿਅਮ ਇੱਕ ਨਜ਼ਰ ਪ੍ਰੋਗਰਾਮ ਦੇ ਨਾਲ ਮੈਂ ਸਾਰੀ ਆਵਾਮ ਨੂੰ ਬੇਨਤੀ ਕਰਦਾ, ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ। ਜੋ ਸਮਾਨ ਖਰੀਦ ਚੁੱਕੇ ਆ ਉਹਨੂੰ ਭੁੱਲ ਜਾਓ, ਉਹਦੇ ਤੇ ਤੁਹਾਡਾ ਪੈਸਾ ਲੱਗ ਚੁੱਕਾ, ਉਹਦੇ ਤੇ ਤੁਹਾਡੇ ਟੈਕਸ ਦੇ ਚੁੱਕੇ ਆ। ਗਾਹ ਤੋਂ ਅਵੇਅਰ ਹੋਵੋ। ਔਰ ਮੈਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਵੀ ਮੈਂ ਅਪੀਲ ਕਰਦਾ, ਜਿਹੜਾ ਇੱਥੋਂ ਸਮਾਨ ਇਹਨਾਂ ਦਾ ਖਰੀਦ ਰਹੇ ਆ, ਜਿਹੜੇ ਇਹਨਾਂ ਨੂੰ ਠੇਕੇ ਦਿੱਤੇ ਹੋਏ ਨੇ ਜਾਂ ਹੋਰ ਵੀ ਜੋ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਹੋਈਆਂ ਨੇ, ਉਹਨਾਂ ਦਾ ਪੂਰਨ ਬਾਈਕਾਟ ਕਰਕੇ ਉਹਨਾਂ ਤੇ ਇੱਕ ਰੈੱਡ ਲਾਈਨ ਮਾਰਨ ਤੇ ਗਾਹ ਤੋਂ ਇਹਨਾਂ ਨਾਲ ਕਿਸੇ ਦਾ ਸੰਬੰਧ ਨਹੀਂ ਰੱਖਿਆ ਜਾਵੇਗਾ। ਹਾਂਜੀ, ਉਹ ਤਾਂ ਆਰਡਰ ਤਾਂ ਜਿਹੜੇ ਕੈਨਸਲ ਹੋਣੇ ਸ਼ੁਰੂ ਹੋ ਗਏ ਨੇ, ਕਿਦਾਂ ਰੇਲਵੇ ਦਾ ਸੀ ਜਾਂ ਹੋਰ ਸੀਗੇ, ਉਹ ਕੈਨਸਲ ਕੀਤੇ ਗਏ ਨੇ। BSNL MTNL ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਚਾਈਨੀਜ਼ ਸਮਾਨ ਜਿਹੜਾ ਆ ਉਹ ਨਹੀਂ ਵਰਤਿਆ ਜਾਵੇਗਾ। ਹਾਂਜੀ ਠੀਕ ਹੈ ਜੀ। ਕਿਉਂਕਿ ਦੇਖੋ ਬਸਰਾ ਸਾਹਿਬ, ਮੈਂ ਇੱਕ ਆਮ ਦੁਕਾਨਦਾਰ ਆ ਜਾਂ ਮੈਂ ਇੱਕ ਗ੍ਰਾਹਕ ਆ, ਮੈਂ ਤਾਂ ਚਾਈਨਾ ਨਹੀਂ ਲੈਣ ਜਾਂਦਾ ਸਮਾਨ ਕਿੱਥੋਂ ਇੰਪੋਰਟ ਹੋ ਕੇ ਹੀ ਆਉਂਦਾ ਨਾ ਜੀ। ਬਿਲਕੁਲ ਜੀ। ਉੱਥੇ ਹੀ ਡੈਡਲਾਈਨ ਲੱਗ ਜਾਵੇ, ਉੱਥੇ ਡੈਡਲਾਈਨ ਲੱਗ ਜਾਵੇ ਤਾਂ ਕਹਾਣੀ ਖਤਮ। ਬਿਲਕੁਲ। ਨਾ ਕੋਈ ਬੂਟਾ ਲੱਗੇ ਤੇ ਨਾ ਕੋਈ ਪੇੜ ਬਣੇ ਤੇ ਨਾ ਕੋਈ ਫਲ ਆਵੇ ਤੇ ਨਾ ਸਾਨੂੰ ਕੱਲ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਹਜੇ ਕਰੋਨਾ ਦੀ ਬਿਮਾਰੀ ਹਜੇ ਸਾਡੇ ਦੇਸ਼ ਚੋਂ ਮੁੱਕੀ ਨਹੀਂ ਹੈ, ਨਵੀਆਂ ਬਿਮਾਰੀਆਂ ਨੂੰ ਸਾਡੇ ਵਿੱਚ ਪਾ ਕੇ ਸਾਨੂੰ ਆਪਸ ਵਿੱਚ ਇਹ ਉਲਝਾ ਰਹੇ ਨੇ। ਬਿਲਕੁਲ ਜੀ। ਸੋ ਬਾਕੀ ਤੁਹਾਡਾ ਬਹੁਤ ਧੰਨਵਾਦ ਆ। ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਆਪ ਜੀ ਦੇ ਜ਼ਰੀਏ, ਅੱਜ ਫਗਵਾੜਾ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਖਬਰ ਸੁਣਨ ਨੂੰ ਮਿਲੀ ਆ।
ਸਰਦਾਰ ਓਮਕਾਰ ਸਿੰਘ ਜੀ ਬਰਾੜ ਤੇ ਉਹਨਾਂ ਦੇ ਸਾਥੀਆਂ ਬਾਰੇ ਸਾਰੇ ਫਗਵਾੜਾ ਵਾਸੀਆਂ ਨੂੰ ਬੇਨਤੀ ਆ, ਉਹਨਾਂ ਦੀ ਸਿਹਤ ਯਾਬੀ ਲਈ ਵੀ ਆਪਾਂ ਅਰਦਾਸ ਕਰੀਏ। ਬਿਲਕੁਲ ਜੀ, ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੇ ਬਹੁਤ ਹੀ ਬਾਖੂਬੀ ਰੋਲ ਨਿਭਾਇਆ। ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਔਰ ਚੜ੍ਹਦੀ ਕਲਾ ਬਖਸ਼ੇ ਸਾਰੇ ਸਮੂਹ ਪ੍ਰਸ਼ਾਸਨ ਨੂੰ। ਬਿਲਕੁਲ ਜੀ, ਧੰਨਵਾਦ ਜੀ। ਧੰਨਵਾਦ ਜੀ। ਸਾਹਿਬ ਇੱਕ ਵਾਰ ਹਰਪ੍ਰੀਤ ਸਿੰਘ ਸੋਨੂ ਵੱਲੋਂ ਰਾਮਗੜੀ ਗੁਰਦੁਆਰਾ ਮਾਰਕੀਟ ਐਸੋਸੀਏਸ਼ਨ। ਠੀਕ ਹੈ ਜੀ। ਤੇ ਤੁਸੀਂ ਇਹ ਦੇਖੋ ਕਿ ਜਿਹੜੀ ਇਹਨਾਂ ਦੀ ਵੀ ਗੱਲ ਆ ਕਿ ਉਹ ਕਹਿੰਦੇ ਮੈਂ ਖੁਦ ਐਪ ਜਿਹੜੀ ਆ ਡਿਲੀਟ ਕਰਕੇ ਫਿਰ ਹੀ ਫੋਨ ਕੀਤਾ ਹਨਾ, ਸ਼ੁਰੂਆਤ ਤਾਂ ਜਿਹੜੀ ਆ ਉਹ ਕੀਤੀ ਗਈ ਆ। ਪਰ ਸਰ ਇੱਥੇ ਇਹ ਗੱਲ ਆਉਂਦੀ ਨਾ, ਜਿੱਦਾਂ ਹੁਣ ਕਹਿ ਲਓ ਕਿ ਜਿੱਦਾਂ ਬਹੁਤ ਸਾਰੀਆਂ ਸ਼ਾਪਾਂ ਨੇ ਜਿਹੜਾ ਸਮਾਨ ਮੰਗਾਇਆ ਹੋਇਆ, ਵੱਡੀ ਗਿਣਤੀ ਦੇ ਵਿੱਚ ਸਮਾਨ ਮੰਗਾਇਆ ਹੋਇਆ, ਉਹਦਾ ਕੀ ਕਰਨਗੇ ਹੁਣ? ਨਹੀਂ, ਉਹ ਤਾਂ ਵੇਚਣਾ ਪਏਗਾ। ਦੇਖੋ ਜੇ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਸਮਾਨ ਸਿੱਟ ਦੇਗੇ, ਉਹਦਾ ਭਰਵਾਈ ਕੌਣ ਕਰੇਗਾ? ਨਸ਼ਟ ਨਹੀਂ ਕਰ ਸਕਦੇ, ਨੁਕਸਾਨ ਤਾਂ ਸਾਡਾ ਹੋ ਰਿਹਾ। ਜੇ ਮੈਂ ਕਹਿੰਦਾ ਕਿ ਸ਼ਿਵ ਸੈਨਾ ਵੱਲੋਂ ਇੱਕ ਬਿਆਨ ਜਿਹੜਾ ਦਿੱਤਾ ਗਿਆ ਸੀ ਕਿ ਬਈ ਉਹ ਦੁਕਾਨਾਂ ਤੋੜ ਦੇਾਂਗੇ ਜਾਂ ਉਹ ਕਰ ਦੇਾਂਗੇ, ਅਸੀਂ ਇਸ ਚੀਜ਼ ਦੇ ਜਿਹੜੇ ਆ ਬਿਲਕੁਲ ਖਿਲਾਫ ਆ। ਇਹ ਵੀ ਗਲਤ ਚੀਜ਼ ਆ। ਜੇ ਤੁਹਾਨੂੰ ਬਹੁਤ ਜ਼ਿਆਦਾ ਲੱਗਦਾ ਆ ਕਿ ਤੁਸੀਂ ਜਾਓ ਉਹ ਸਾਰਾ ਸਮਾਨ ਖਰੀਦ ਲਓ, ਕਿਉਂਕਿ ਉਹਨਾਂ ਨੂੰ ਪੇਮੈਂਟ ਜਾ ਚੁੱਕੀ, ਤੁਹਾਡੇ ਕੋਲੋਂ ਪੇਮੈਂਟ ਜਾ ਚੁੱਕੀ ਹੈ ਹਨਾ। ਤੁਸੀਂ ਬਿਲਕੁਲ ਫੇਰ ਵੀ ਕਰਨਾ ਚਾਹੁੰਦੇ ਹੋ ਕਿ ਵੀ ਸਮਾਨ ਮਾਰਕੀਟ ਦੇ ਵਿੱਚੋਂ ਗਾਇਬ ਕਰਨਾ ਹੈ ਸਾਰਾ, ਤਾਂ ਤੁਸੀਂ ਉਹ ਸਾਰਾ ਜਿਹੜਾ ਆ ਉਹ ਸਮਾਨ ਖਰੀਦ ਲਓ। ਖਰੀਦ ਕੇ ਬੇਸ਼ੱਕ ਉਹਨੂੰ ਜੋ ਮਰਜ਼ੀ ਕਰੋ। ਫਿਲਹਾਲ ਹਜੇ ਕਰੋਨਾ ਨੂੰ ਗਾਇਬ ਕਰਨਾ ਸੀ, ਸਮਾਨ ਨੂੰ ਅਸੀਂ ਬਾਅਦ ਵਿੱਚ ਦੇਖਾਂਗੇ। ਪਹਿਲਾਂ ਕਰੋਨਾ ਗਾਇਬ ਹੋਣਾ ਜਿਹੜਾ ਇਹ ਵੀ ਚਾਈਨਾ ਦਾ ਹੀ ਹੈ ਨਾ ਜੀ, ਕਿਉਂਕਿ ਅਸੀਂ ਆਪਣੇ ਫਗਵਾੜੇ ਦੀ ਜੇਕਰ ਗੱਲ ਕਰੀਏ, ਜਿੱਦਾਂ ਹੁਣ ਕੇਸ ਇਹ ਆਏ ਨੇ, ਉਹ ਤੋਂ ਬਾਅਦ ਥੋੜਾ ਜਿਹੜਾ ਖਤਰਾ ਉਹ ਬਣਿਆ ਹੋਇਆ ਹਨਾ, ਤੇ ਅਸੀਂ ਇਸ ਖਤਰੇ ਤੋਂ ਡਰਨਾ ਨਹੀਂ, ਅਸੀਂ ਸਾਵਧਾਨ ਰਹਿ ਕੇ ਇਹਦਾ ਜਿਹੜਾ ਕਹ ਲੋ ਕਿ ਮੋਹਰੇ ਹੋ ਕੇ ਇਸ ਕਤਾਰ ਦੇ ਵਿੱਚ, ਜਿੱਦਾਂ ਹੁਣ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਆ, SHO ਬਰਾੜ ਸਾਹਿਬ ਦੀ ਜੇਕਰ ਗੱਲ ਕਰੀਏ, ਹੁਣ ਸਾਡੀ ਵਾਰੀ ਹੈ ਕਿ ਅਸੀਂ ਉਹਨਾਂ ਦਾ ਜਿਹੜਾ ਕੀਤਾ ਆ ਉਹਦਾ ਮੁੱਲ ਅਸੀਂ ਤਾਰੀਏ। ਉਹਨਾਂ ਵੱਲੋਂ ਜਿਹੜੇ ਰੂਲ ਬਣਾਏ ਗਏ ਸੀ, ਉਹਨਾਂ ਵੱਲੋਂ ਜਿਹੜੇ ਸਾਨੂੰ ਮਤਲਬ ਕਹਿ ਲੋ ਕਿ ਸੰਦੇਸ਼ ਦਿੱਤੇ ਗਏ ਸੀ, ਉਹਨਾਂ ਦੀ ਪਾਲਣਾ ਅਸੀਂ ਕਰੀਏ, ਤੇ ਨਾਲ ਦੀ ਨਾਲ ਅਸੀਂ ਉਹਨਾਂ ਦੀ ਸਿਹਤ ਯਾਬੀ ਦੀ ਲਈ ਜਿਹੜੀ ਅਸੀਂ ਅਰਦਾਸ ਕਰੀਏ ਨਾ ਕਿ ਉਹ ਜਲਦੀ ਠੀਕ ਹੋਣ ਤੇ ਜਲਦੀ ਕਹਿ ਲੋ ਕਿ ਫਿੱਟ ਹੋ ਕੇ ਸਾਨੂੰ ਦੁਬਾਰਾ ਆਰਡਰ ਕਰਨ, ਏਦਾਂ ਕਰਨਾ ਜਾਂ ਉਹ ਕਰਨਾ। ਤੇ ਮਨਪ੍ਰੀਤ, ਜਿੱਦਾਂ ਇਹਦਾ ਪ੍ਰੋਗਰਾਮ ਅੱਗੇ ਚੱਲਦਾ ਆ ਤੇ ਅਸੀਂ ਚਾਹੁੰਦੇ ਆ ਕਿ ਇੱਕ ਬ੍ਰੇਕ ਆ, ਤੇ ਉਹ ਬ੍ਰੇਕ ਤੋਂ ਬਾਅਦ ਜਿਹੜੀ ਆ ਛੋਟੀ ਜਿਹੀ ਬ੍ਰੇਕ ਆ, ਉਸ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਮਿਲਦੇ ਆ ਜੀ। ਕਈ ਪੇਸ਼ੈਂਟਸ ਚਸ਼ਮੇ ਤੋਂ ਛੁਟਕਾਰਾ ਪਾਉਣ ਲਈ ਸਿੰਪਲ ਲੇਸਿਕ ਲੇਜ਼ਰ ਟੈਕਨੀਕ ਨਾਲ ਇਲਾਜ ਕਰਵਾਉਂਦੇ ਨੇ, ਪਰ ਉਹਨਾਂ ਨੂੰ ਨਾਈਟ ਵਿਜ਼ਨ, ਗਲੇਅਰ ਅਤੇ ਹੈਲੋਜ਼ ਵਰਗੀ ਦਿੱਕਤ ਆ ਸਕਦੀ ਹੈ। ਇਸ ਲਈ ਆਓ ਮਿਤਰਾ ਆਈ ਹਸਪੀਟਲ, ਜੋ ਪੰਜਾਬ 'ਚ ਪਹਿਲੀ ਵਾਰ ਲਿਆਏ ਨੇ ਐਡਵਾਂਸਡ ਕੰਟਿਊਰਾ ਵਿਜ਼ਨ ਟੈਕਨੋਲੋਜੀ। ਇੱਕ ਵਾਰੀ ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ। ਤੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ ਦਾ ਸਮਾਨ ਦਾ ਜਿਹੜਾ ਬਾਈਕਾਟ ਉਹ ਸਾਨੂੰ ਸਾਰਿਆਂ ਨੂੰ ਕਰਨਾ ਪੈਣਾ, ਇੱਕ ਏਕਾ ਜਿਹੜਾ ਬਣਾਉਣਾ ਪੈਣਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਬਾਈਕਾਟ ਕਰੀਏ। ਤੇ ਕਿਉਂਕਿ ਚਾਈਨਾ ਵੱਲੋਂ ਜਿਹੜੀ ਇਦਾਂ ਦੀ ਘਟਨਾ ਵਾਪਰੀ ਹੈ, ਜਿਹੜਾ ਚਾਈਨਾ ਵੱਲੋਂ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਜਾਣ ਬੁੱਝ ਕੇ ਗਲਤ ਤਰੀਕੇ ਦੇ ਨਾਲ, ਉਹਦਾ ਕਹਿ ਲਓ ਕਿ ਉਹਨਾਂ ਦੀ ਸ਼ਹਾਦਤ ਦਾ ਜੇਕਰ ਅਸੀਂ ਸਹੀ ਮੁੱਲ ਪਾਉਣਾ ਤੇ ਸਾਨੂੰ ਚਾਈਨਾ ਦਾ ਬਾਈਕਾਟ ਜਿਹੜਾ ਉਹ ਕਰਨਾ ਹੀ ਪਏਗਾ। ਕਿਉਂਕਿ ਹੁਣ ਜੇ ਆਪਾਂ ਕਹਿੰਦੇ ਕਿ ਆਪਾਂ ਸਿੱਧੇ ਤੌਰ ਦੇ ਉੱਤੇ ਨਾ, ਜੇ ਆਪਾਂ ਕੋਈ ਲੜਾਈ ਹੁੰਦੀ ਆ ਤਾਂ ਬਹੁਤ ਸਾਰੇ ਦੋਨੇ ਦੇਸ਼ ਆ, ਖਾਸ ਕਰ ਇੰਡੀਆ ਆ, ਉਹ ਵੀ ਬਹੁਤ ਸਾਰੇ ਪਿੱਛੇ ਚਲੇ ਜਾਏਗਾ, ਬਹੁਤ ਜ਼ਿਆਦਾ ਸਟਰਗਲ ਦੁਆਰਾ ਕਰਨੀ ਪਏਗੀ, ਬਹੁਤ ਸਾਰੀ ਡਿਵੈਲਪਮੈਂਟ ਜਿਹੜੀ ਬਹੁਤ ਤੇਜ਼ੀ ਦੇ ਨਾਲ ਹੋ ਰਹੀ ਆ, ਉਹ ਸਾਰੀ ਜਿਹੜੀ ਆ ਇੱਕ ਵਾਰ ਉਹ ਰੁਕ ਜਾਏਗੀ। ਤੇ ਇਹਦੇ ਨਾਲੋਂ ਚੰਗੀ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਲੜਾਈ ਲੜੀ ਜਾਵੇ ਕਿ ਅਸੀਂ ਇੰਡੀਆ ਦੇ ਵਿੱਚ ਜਿਹੜੇ ਪ੍ਰੋਡਕਟ ਆ ਉਹ ਸਾਰੇ ਤਿਆਰ ਆਪਣੇ ਆਪ ਤੇ ਨਿਰਭਰ ਹੋਈਏ, ਨਾ ਕਿ ਦੂਸਰੀਆਂ ਕੰਟਰੀਆਂ ਦੇ ਉੱਤੇ ਹਨਾ। ਤੇ ਖਾਸ ਕਰ ਜਿਹੜੇ ਚਾਈਨਾ ਤੋਂ ਮਾਲ ਆਉਂਦਾ ਆ, ਉਹਨੂੰ ਆਪਾਂ ਸੂਚੀਬੱਧ ਬਣਾਈਏ ਕਿ ਉਹਨੂੰ ਅਗਰ ਬਹੁਤ ਜ਼ਿਆਦਾ ਜ਼ਰੂਰੀ ਹੋਵੇ, ਜਿੱਥੇ ਸਾਡਾ ਨਹੀਂ ਸਰਦਾ, ਕੁਛ ਇਦਾਂ ਹੀ ਚੀਜ਼ਾਂ ਰਹਿਣਗੀਆਂ ਜਿਹੜੀਆਂ ਚਾਈਨਾ ਤੋਂ, ਕਿਉਂਕਿ ਹੌਲੀ ਹੌਲੀ ਅਸੀਂ ਉਹਨੂੰ ਆਪਣੇ ਪੋਸੀਬਲ ਨਹੀਂ ਹੋਏਗਾ ਜੀ, ਬਿਲਕੁਲ, ਤਾਂ ਅਸੀਂ ਫੇਰ ਹੀ ਜਿਹੜਾ ਆ ਇੱਕ ਸਕਸੈਸ ਹੋ ਸਕਦੇ ਆ, ਉਹਦਾ ਲੱਕ ਜਿਹੜਾ ਆ ਉਹ ਤੋੜ ਸਕਦੇ। ਬਿਲਕੁਲ। ਤੇ ਸਰ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਕਿ ਚਾਈਨਾ ਦੇ ਸਮਾਨ ਦਾ ਜਿਹੜਾ ਬਾਈਕਾਟ ਹੋਣਾ ਚਾਹੀਦਾ, ਚਲੋ ਅਸੀਂ ਮਨਾਂ ਦੇ ਵਿੱਚੋਂ ਵੀ ਸਾਡੇ ਰੋਸ ਆ, ਜਿਹੜੀ ਸ਼ਹੀਦਾਂ ਵੱਲੋਂ ਸ਼ਹਾਦਤ ਦਿੱਤੀ ਗਈ ਹੈ, ਉਹਨਾਂ ਕਰਕੇ ਵੀ ਅਸੀਂ ਕਹਿ ਲਓ ਕਿ ਆਪਣੇ ਆਪ ਦੇ ਵਿੱਚ ਇਹ ਸੋਚ ਰਹੇ ਹਾਂ ਕਿ ਅਸੀਂ ਉਹਨਾਂ ਦਾ ਬਾਈਕਾਟ ਕਰਨਾ। ਤੁਹਾਨੂੰ ਲੱਗਦਾ ਕਿ COVID-19 ਦੇ ਇਸ ਦੌਰ ਦੇ ਦੌਰਾਨ ਜਿਵੇਂ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ, ਹਰੇਕ ਵਰਗ ਨੂੰ, ਉਦਯੋਗ ਦੀ ਜੇਕਰ ਅਸੀਂ ਗੱਲ ਕਰੀਏ, ਵਪਾਰ ਦੀ ਗੱਲ ਕਰੀਏ, ਮਤਲਬ ਸਭ ਨੂੰ ਘਾਟਾ ਪਿਆ, ਤੇ ਜੇਕਰ ਚਾਈਨਾ ਦਾ ਬਾਈਕਾਟ ਕਰਦੇ ਤੁਹਾਨੂੰ ਲੱਗ ਰਿਹਾ ਕਿ ਉਹ ਮੁੜ ਉਸ ਲੈਵਲ ਤੇ ਆ ਸਕਦੇ ਆ? ਹਾਂ, ਕਿਉਂਕਿ ਬਹੁਤ ਸਾਰੀਆਂ ਫੈਕਟਰੀਆਂ ਜਿਹੜੀਆਂ ਆ ਉਹ ਸਿਰਫ ਇਸ ਕਰਕੇ ਬੰਦ ਹੋ ਗਈਆਂ ਕਿ ਜਿਹੜਾ ਉਹੀ ਗੱਲ ਆਉਂਦੀ ਕਿ ਇੱਥੇ ਅਫਸਰ ਜਿਹੜੇ ਨੇ, ਜਿਹੜੀ ਲੌਬੀ ਹੈ ਨਾ, ਜਿਹੜੇ ਆਪਣਾ ਟੈਕਸ ਦਾ ਸਿਸਟਮ ਆ ਉਹ ਬਹੁਤ ਜ਼ਿਆਦਾ ਪੇਚੀਦਾ ਆ, ਬੜਾ ਈਜ਼ੀ ਨਹੀਂ ਹੈਗਾ। ਸੈਕੰਡ ਗੱਲ ਇਹ ਆ ਕਿ ਜਿਹੜਾ ਉੱਥੋਂ ਸਮਾਨ ਜਿੱਦਾਂ ਵੀ ਆਉਂਦਾ ਸੀ ਉਹ ਇੰਨਾ ਸਸਤਾ ਆ ਜਾਂਦਾ ਆ ਕਿ ਇੱਥੇ ਉਹਨਾਂ ਨੂੰ ਫੈਕਟਰੀ ਵਾਲਿਆਂ ਨੂੰ ਅਗਰ ਆਪਣਾ ਸਾਰਾ ਮਾਰਜਨ ਛੱਡ ਦਿੰਦੇ ਆ ਤਾਂ ਵੀ ਉਹ ਉਸ ਰੇਟ ਦੇ ਵਿੱਚ ਉਹ ਨਹੀਂ ਵੇਚ ਪਾਉਂਦੇ ਹਨਾ। ਇਹ ਕਾਰਨ ਸੀ ਕਿ ਜਿਹੜੀਆਂ ਫੈਕਟਰੀਆਂ ਆ ਬਹੁਤ ਸਾਰੀਆਂ ਇਸ ਕਰਕੇ ਬੰਦ ਹੋ ਗਈਆਂ। ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਮੈਂ ਡਾਕਟਰ ਜਵਾਹਰਪ੍ਰੀਤ ਬੋਲ। ਹਾਂਜੀ ਡਾਕਟਰ ਸਾਹਿਬ, ਕੀ ਹਾਲ ਚਾਲ ਹੈ ਜੀ? ਬਸਰਾ ਬੋਲਿਆ ਜੀ।
हाँ बहुत बढ़िया जी, बहुत बढ़िया बस है। ਡਾਕਟਰ ਸਾਹਿਬ ਜਿਹੜੀ ਇਹ ਚਾਈਨਾ ਨੂੰ ਲੈ ਕੇ ਇੱਕ ਮੂਵਮੈਂਟ ਚਲਾਈ ਗਈ ਆ ਕਿ ਜਿੱਦਾਂ ਉਹਨੇ ਧੋਖੇ ਦੇ ਨਾਲ ਸਾਡੇ ਸੈਨਿਕਾਂ ਨੂੰ ਸ਼ਹੀਦ ਕੀਤਾ ਤੇ ਹੁਣ ਆਪਣੇ ਵੱਲੋਂ ਪੂਰੇ ਭਾਰਤ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਆਪਾਂ ਸਾਰਿਆਂ ਨੇ ਮਿਲ ਕੇ ਬਾਈਕਾਟ ਕਰਨਾ ਚਾਈਨਾ ਦੇ ਸਮਾਨ ਦਾ। ਇਹ ਕਿੰਨਾ ਕੁ ਪੋਸੀਬਲ ਆ ਤੇ ਕੀ ਸੋਚਦੇ ਆ ਸਾਰੇ ਇਸ਼ੂ ਬਾਰੇ ਤੁਸੀਂ? देखो बसरा जी, बाईकाट ਜਿਹੜਾ है वो एकदम नहीं हो सकता। जिन्ने मुआदे इन्होंने किए सरकारां ने या व्यापारियों ने, ਉਹਦੇ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਮਾਨ ਬਹੁਤ ਸਾਰਾ ਇੰਡੀਆ ਦੇ ਵਿੱਚ ਆ ਚੁੱਕਾ ਜੀ। ਉਹ ਜਿਹੜਾ ਸਮਾਨ ਹੈ ਉਹ ਸਾਡੇ ਤੁਹਾਡੇ ਭੈਣ ਭਰਾਵਾਂ ਦਾ। ਬਿਲਕੁਲ ਜੀ। ਅਗਰ ਉਹ ਨਹੀਂ ਵਿਕਦਾ, ਅੱਜ ਅਸੀਂ ਕਹਿੰਦੇ ਵੀ ਅਸੀਂ ਨਹੀਂ ਖਰੀਦਣਾ, ਉਹਦਾ ਨੁਕਸਾਨ ਚੀਨ ਨੂੰ ਨਹੀਂ ਹੋਣਾ, ਉਹਦਾ ਨੁਕਸਾਨ ਸਾਡੇ ਆਪਣੇ ਬੰਦਿਆਂ ਨੂੰ ਹੋਏਗਾ। ਬਿਲਕੁਲ। ਜ਼ਰੂਰਤ ਇਸ ਚੀਜ਼ ਦੀ ਹੈ ਕਿ ਸਾਡੀ ਸਰਕਾਰ ਉਹਨੇ ਫੈਸਲਾ ਲਵੇ ਕਿ ਅੱਜ ਤੋਂ ਬਾਅਦ ਕੋਈ ਵੀ ਜਿਹੜਾ ਹੈਗਾ ਸਮਾਨ ਹੈਗਾ, ਕੋਈ ਵੀ ਵਪਾਰੀ ਦਾ ਕੰਟੈਕਟ ਜਿਹੜਾ ਹੈਗਾ ਚਾਈਨਾ ਦੇ ਵਪਾਰੀ ਨਾਲ ਨਹੀਂ ਹੋਵੇਗਾ। ਜਦੋਂ ਉਧਰੋਂ ਸਮਾਨ ਆਣਾ ਬੰਦ ਹੋ ਜਾਏਗਾ, ਆਟੋਮੈਟਿਕਲੀ ਬਾਈਕਾਟ ਤਾਂ ਕਿ ਸਮਾਨ ਹੀ ਨਹੀਂ ਆਏਗਾ ਤਾਂ ਖਰੀਦਾਂ ਆਪਣੇ ਆਪ ਹੀ ਮਿਲੇ ਜਾਣੇ ਬਾਈਕਾਟ ਹੀ ਹੋਊਗਾ। ਅੱਜ ਜਿਹੜਾ ਸਮਾਨ ਮਾਰਕੀਟ ਦੇ ਵਿੱਚ ਪਿਆ ਉਹ ਤਾਂ ਦੇਖੋ ਵਿਕੂਗਾ ਵੀ ਔਰ ਲੋਕ ਖਰੀਦਣਗੇ ਵੀ। ਹਾਂਜੀ, ਮੇਰੀ ਤਾਂ ਇਹ ਸੋਚ ਹੈ। ਬਾਕੀ ਬਾਈਕਾਟ ਹੋਣਾ ਚਾਹੀਦਾ, ਇਹ ਥੋੜਾ ਲੰਬਾ ਪ੍ਰੋਸੈਸ ਹੈ। ਕਿ ਕਈ ਜਿਹੜੇ ਇਕਰਾਰ ਆਪਣੇ ਦੇਸ਼ਾਂ ਦੇ ਵਿੱਚ ਹੋਏ ਹੁੰਦੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿ ਆਪਾਂ ਕਿਸੇ ਨੂੰ ਬਿਜ਼ਨਸ ਕਰਨ ਨੂੰ ਇੱਕ ਕੰਟਰੀ ਦੂਜੀ ਕੰਟਰੀ ਨੂੰ ਨਹੀਂ ਰੋਕ ਸਕਦੀ, ਆਪਣਾ ਸਮਾਨ ਭੇਜ ਸਕਦੀ ਆ, ਤੇ ਉਹਦੇ ਵਿੱਚ ਵੀ ਚੇਂਜਸ ਜਿਹੜੀਆਂ ਲਿਆਉਣੀਆਂ ਪੈਣਗੀਆਂ। ਹਾਂ ਬਿਲਕੁਲ, ਸਰਕਾਰਾਂ ਨੂੰ ਤਾਂ ਸਰਕਾਰ ਨੂੰ ਫੈਸਲਾ ਲੈਣਾ ਪਏਗਾ, ਕਿਉਂਕਿ ਜਿਹੜਾ WTO ਆ, ਜਿਹੜਾ ਵਰਲਡ ਟ੍ਰੇਡ ਦੇ ਨਾਮ ਦਿੱਤੇ ਆ, ਉਹਦੇ ਵਿੱਚ ਚੇਂਜਸ ਜਿਹੜੀਆਂ ਆ ਉਹ ਲਿਆਉਣੀਆਂ ਪੈਣਗੀਆਂ। ਦੇਖੋ ਜਿਹੜੀ ਟ੍ਰੇਡ ਦਾ ਮੁਆਹਦਾ ਨਾ ਆਪਸੀ ਸਮਝੌਤਾ, ਉਹਦੇ ਵਿੱਚ ਸਰਕਾਰ ਜਿਹੜੀ ਜਦੋਂ ਮਰਜ਼ੀ ਰੋਕ ਸਕਦੀ ਹੈ ਮੇਰੀ ਸੋਚ ਅਨੁਸਾਰ। ਜਿਹੜਾ ਸਮਝੌਤਾ ਸਰਕਾਰ ਔਰ ਉਧਰ ਦੀ ਸਰਕਾਰ ਦੇ ਵਿੱਚ ਹੁੰਦਾ ਹੈਗਾ ਉਹਨੂੰ ਇੱਕਦਮ ਖਤਮ ਕਰਨਾ ਬੜਾ ਔਖਾ, ਕਿਉਂਕਿ ਉਹ ਸਰਕਾਰਾਂ ਦੇ ਸਮਝੌਤੇ ਆ, ਇਹ ਵਪਾਰੀਆਂ ਦੇ ਸਮਝੌਤੇ ਆ। ਇਹ ਤਾਂ ਸਰਕਾਰ ਨੂੰ ਜਾਂ ਸਾਡੇ ਵਪਾਰੀਆਂ ਨੂੰ ਅੱਗੇ ਆਉਣਾ ਪਏਗਾ ਕਿ ਅਸੀਂ ਸਮਾਨ ਉੱਥੋਂ ਨਾ ਮੰਗਾਈਏ, ਤਾਂ ਹੀ ਖਤਮ ਹੋਣਾ ਸਿਲਸਿਲਾ, ਨਹੀਂ ਤਾਂ ਨਹੀਂ ਰੁਕ ਸਕਦਾ। ਤੇ ਇੱਥੇ ਟੈਕਸ ਵੀ ਤਾਂ ਬਹੁਤ ਸਾਰਾ ਵਧਾਇਆ ਜਾ ਸਕਦਾ ਆਈ ਥਿੰਕ। ਹਾਂਜੀ, ਅਗਰ ਨਹੀਂ ਆਪਾਂ ਰੋਕ ਸਕਦੇ ਕਿ ਚਾਈਨਾ ਨੂੰ ਸਿੱਧੇ ਤੌਰ ਦੇ ਉੱਤੇ ਆਪਾਂ ਸਮਾਨ ਭੇਜਣ ਤੋਂ ਨਹੀਂ ਰੋਕ ਸਕਦੇ, ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੁਝ ਪ੍ਰੋਬਲਮਸ ਹੋ ਸਕਦੀਆਂ ਆ, ਤਾਂ ਉਹਦੇ ਉੱਤੇ ਟੈਕਸ ਤਾਂ ਵਧਾਇਆ ਜਾ ਸਕਦਾ ਨਾ। ਬਿਲਕੁਲ ਵਧਾਇਆ ਜਾ ਸਕਦਾ, ਜਿਹੜਾ ਲੋਕੀ ਆਪਣੇ ਆਪ ਆ ਉਹ ਨਹੀਂ ਖਰੀਦਦੇ। ਉਹ ਗੱਲ ਤਾਂ ਫਿਰ ਉਹੀ ਆ ਗਈ ਨਾ ਕਿ ਇਹ ਫੈਸਲਾ ਸਰਕਾਰ ਨੇ ਲੈਣਾ ਜੀ, ਵਪਾਰੀ ਨਹੀਂ ਲੈ ਸਕਦਾ, ਸਰਕਾਰ ਨੇ ਫੈਸਲਾ ਲੈਣਾ। ਠੀਕ ਹੈ ਜੀ। ਇੱਕ ਸ਼ਿਵ ਸੈਨਾ ਵੱਲੋਂ ਬਿਆਨ ਆਇਆ ਸੀ ਕਿ ਜਿਹੜੇ ਬੋਰਡ ਆ ਉਹ ਤੋੜ ਦਿੱਤੇ ਜਾਣਗੇ ਤੇ ਜਿਹੜੇ ਆ ਸਮਾਨ ਪਿਆ ਆ ਉਹਨਾਂ ਨੂੰ ਦੁਕਾਨਾਂ ਚੋਂ ਕੱਢ ਕੇ ਖਿਲਾਰ ਦਿੱਤਾ ਜਾਏਗਾ, ਇਹਦੇ ਬਾਰੇ ਤੁਸੀਂ ਕੀ ਨਹੀਂ, ਉਹ ਗਲਤ ਹੈ। ਉਹ ਤਾਂ ਦੇਖੋ ਮੇਰਾ ਔਰ ਤੁਹਾਡੇ ਜਿਹੜੇ ਵਪਾਰੀ ਭਰਾ ਹੈਗੇ ਸਾਥੀ ਸਾਡੇ, ਉਹ ਤਾਂ ਉਹਨਾਂ ਦਾ ਨੁਕਸਾਨ ਹੈ ਨਾ, ਇਹ ਤਾਂ ਇਹਦੇ ਨਾਲ ਮੈਂ ਸਹਿਮਤ ਨਹੀਂ। ਬਿਲਕੁਲ ਜੀ। ਤੁਸੀਂ ਮੇਰੇ ਘਰ ਦੇ ਵੀ ਸਮਾਨ ਪਿਆ, ਦੁਕਾਨ ਹੈ ਮੇਰੀ, ਉਸ ਤੇ ਜਾ ਕੇ ਤੋੜਦੇ ਹੋ, ਇਹ ਕੋਈ ਅਕਲਮੰਦੀ ਦੀ ਗੱਲ ਜੀ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਇਹ ਡਾਕਟਰ ਜਵਾਹਰਧੀਰ ਸੀਗੇ ਜਿਹੜੇ ਕਿ ਬਹੁਤ ਸੀਨੀਅਰ ਤੇ ਸੂਝਵਾਨ ਜਿਹਨੇ ਕਹਿੰਦੇ ਤੇ ਇਹਨਾਂ ਦੇ ਵਿਚਾਰ ਵੀ ਇਹਨਾਂ ਨੇ ਆਪਣੇ ਜਿਹੜੇ ਆ ਕੇ ਸਾਨੂੰ ਇਸ ਪ੍ਰੋਗਰਾਮ ਵਿੱਚ ਦਿੱਤੇ ਨੇ ਆਪਣੇ ਆਪ ਵਿੱਚ। ਮਨਪ੍ਰੀਤ ਇੱਕ ਗੱਲ ਕਰ ਰਹੇ ਸੀ ਕਿ ਸੁਪਰੀਮ ਕੋਰਟ ਨੇ ਇੱਕ ਗਾਈਡਲਾਈਨ ਜਾਰੀ ਕੀਤੀਆਂ ਨੇ ਕਿ ਵੀ ਸਰਕਾਰ ਨੂੰ ਡਿਸਾਈਡ ਕਰਨਾ ਚਾਹੀਦਾ ਕਿ ਪੂਰੇ ਇੰਡੀਆ ਦੇ ਵਿੱਚ ਕਰੋਨਾ ਦੇ ਟੈਸਟ ਕਰਨ ਲਈ ਜਿਹੜੇ ਪ੍ਰਾਈਸ ਆ ਨਾ, ਜਿਹੜੀ ਟੈਸਟਿੰਗ ਕਿੱਟ ਆ ਉਹਦਾ ਪ੍ਰਾਈਸ ਜਿਹੜਾ ਆ ਉਹ ਸੇਮ ਹੋਣਾ ਚਾਹੀਦਾ। ਇਹ ਨਹੀਂ ਕਿ ਪੰਜਾਬ ਦੇ ਵਿੱਚ ਹੋ ਰਿਹਾ, ਦਿੱਲੀ 'ਚ ਹੋ ਰਿਹਾ, ਬੰਬੇ 'ਚ ਹੋ ਰਿਹਾ, ਹਨਾ। ਇਹ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਪਤਾ ਕਿ ਕੋਵਿਡ-19 ਨੂੰ ਲੈ ਕੇ ਜਿਹੜੇ ਹਸਪੀਟਲਾਂ ਵੱਲੋਂ ਰੇਟ ਤੈਅ ਕੀਤੇ ਗਏ ਨੇ, ਟੈਸਟ ਦੇ ਰੇਟ ਹੋ ਰਿਹਾ, ਵੈਂਟੀਲੇਟਰ ਦਾ ਰੇਟ ਹੋ ਰਿਹਾ, ਬੇਸ਼ੱਕ ਉਹ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ, ਇਹਨਾਂ ਦੀ ਜਿਹੜੀ ਕਹ ਲੋ ਕਿ ਹਾਸੋਹੀਣੀ ਵਿਦੇਸ਼ਾਂ ਤੱਕ ਹੋ ਰਹੀ ਹੈ। ਉਹ ਕਹਿ ਰਹੇ ਕਿ ਕਿੱਦਾਂ ਦਾ ਸਮਾਂ ਕਿ ਤੁਸੀਂ ਆਪਣੇ ਹੀ ਨਾਗਰਿਕ ਨੂੰ ਸੇਫ ਕਰਨ ਦੇ ਲਈ ਇੰਨੇ ਵੱਡੇ ਬਿੱਲ ਬਣਾ ਰਹੇ ਹੋ। ਇਵਨ ਬਹੁਤ ਸਾਰੀਆਂ ਕੰਟਰੀਆਂ ਨੇ ਜਿਹੜਾ ਕਹ ਲੋ ਕਿ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਦਾ ਜਾਂ ਭਾਰਤ ਦਾ ਮਜ਼ਾਕ ਵੀ ਉਡਾਇਆ। ਉਹਨਾਂ ਨੇ ਜਿਹੜੀ ਲਿਸਟ ਆ ਉਹ ਸ਼ੇਅਰ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਮਰੀਜ਼ ਦੀ ਜਾਨ ਨਾਲੋਂ ਜ਼ਰੂਰੀ ਇਹਨਾਂ ਨੂੰ ਪੈਸਾ ਹੈਗਾ। ਉਹ ਪਤਾ ਕੀ ਗੱਲ ਆ, ਉੱਥੇ ਮਨਪ੍ਰੀਤ ਇੱਕ ਚੀਜ਼ ਆ ਜਾਂਦੀ ਹੈ ਕਿ ਆਪਾਂ ਚਲੋ ਇੰਗਲੈਂਡ ਦੀ ਕੈਨੇਡਾ ਦੀ ਆਪਾਂ ਗੱਲ ਕਰ ਲਈਏ, ਉੱਥੇ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਫ੍ਰੀ ਨੇ,
ਜੀ ਤੇ ਉੱਥੇ ਕੋਈ ਪ੍ਰਾਈਵੇਟ ਹਸਪੀਟਲਾਂ ਦਾ ਇੰਨਾ ਜ਼ਿਆਦਾ ਜਿਹੜਾ ਆ ਉਹ ਆਦਤ ਨਹੀਂ ਹੈਗੀ ਲੋਕਾਂ ਨੂੰ ਜਾਣ ਦੀ, ਹਨਾ। ਤੇ ਵਿਸ਼ਵਾਸ ਉੱਥੇ ਜਿਹੜੇ ਆ ਸਰਕਾਰੀ ਹਸਪੀਟਲ ਨੇ ਜਿਹੜੇ ਆ ਉਹਨਾਂ ਤੇ ਹੀ ਕੀਤਾ ਜਾਂਦਾ ਤੇ ਮੇਨ ਉਹੀ ਜਿਹੜੇ ਨੇ ਉਹ ਸਾਰਿਆਂ ਨੂੰ ਟ੍ਰੀਟ ਕਰਦੇ ਨੇ ਜੀ। ਤੇ ਉਹਨਾਂ ਗਵਰਨਮੈਂਟ ਵੱਲੋਂ ਟੋਟਲ ਮੈਡੀਕਲ ਫ੍ਰੀ ਹੋਣ ਕਰਕੇ ਉੱਥੇ ਉਹ ਫ੍ਰੀ ਨੇ ਤੇ ਉਹਨਾਂ ਨੂੰ ਸਾਡੇ ਇੱਥੇ ਲੱਗਦਾ ਅਸੀਂ ਪ੍ਰਾਈਵੇਟ ਹਸਪੀਟਲਾਂ ਦੀ ਲਿਸਟ ਦਿਖਾਉਂਦੇ ਆ ਤੇ ਜੇ ਕਿਤੇ ਇੰਗਲੈਂਡ ਦੇ ਵਿੱਚ ਹੀ ਕਰੋਨਾ ਦਾ ਜਿਹੜਾ ਇਲਾਜ ਆ ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚੋਂ ਕਰਾਉਣਾ ਹੋਵੇ ਜਾਂ ਪ੍ਰਾਈਵੇਟ ਡਾਕਟਰ ਤੋਂ ਕਰਾਉਣਾ ਹੋਵੇ ਉਹ ਇੰਨੇ ਲੱਖ ਪਾਉਂਡ ਦਾ ਬਣੇਗਾ। ਫੇਰ ਉਹਨਾਂ ਨੇ ਫੇਰ ਕਹਿਣਾ ਇੰਡੀਆ ਵਾਲੇ ਘੱਟ ਆ, ਹਨਾ। ਇਸ ਕਰਕੇ ਆ ਕਿ ਇੱਥੇ ਵੀ ਜਿਹੜੇ ਸਰਕਾਰੀ ਹਸਪੀਟਲ ਆ ਉਹਦੇ ਵਿੱਚ ਫ੍ਰੀ ਆ। ਹੁਣ ਇਸ ਸੰਬੰਧੀ ਠੀਕ ਆ ਕਿ ਬਹੁਤ ਸਾਰੇ ਜਿਹੜੇ ਹਸਪੀਟਲ ਨੇ ਉਹ ਇਸ ਚੀਜ਼ ਨੂੰ ਲੈ ਕੇ ਇੱਕ ਲਾਹਾ ਤੱਕ ਲੈਂਦੇ, ਉਹਨਾਂ ਨੂੰ ਇੱਕ ਬਿਮਾਰੀ ਨਹੀਂ ਹੈਗੀ, ਉਹਨਾਂ ਦਾ ਬਿਜ਼ਨਸ ਆ, ਉਹ ਬਿਜ਼ਨਸ ਲੈ ਕੇ ਚੱਲਦੇ ਨੇ, ਆਪਣੀ ਕਮਾਈ ਕਰਦੇ ਨੇ। ਕੁਛ ਨਾ ਕੁਛ ਐਂਗਲ ਦੇ ਵਿੱਚ ਉਹਨਾਂ ਦੀਆਂ ਗੱਲਾਂ ਸੱਚੀਆਂ ਨੇ, ਲੇਕਿਨ ਇਸ ਮਹਾਮਾਰੀ ਦੇ ਵਿੱਚ ਉਹਨਾਂ ਨੂੰ ਸਮਾਜ ਦੇ ਨਾਲ ਖੜਨਾ ਚਾਹੀਦਾ ਤੇ ਜਿੰਨਾ ਘੱਟ ਤੋਂ ਘੱਟ ਰੇਟ ਰੱਖ ਕੇ ਉਹ ਜਿਹੜੇ ਆ ਉਹ ਉਹਨਾਂ ਨੂੰ ਰੇਟ ਰੱਖ ਕੇ ਜਿਹੜੇ ਆ ਮਰੀਜ਼ਾਂ ਦਾ ਇਲਾਜ ਆ ਉਹ ਕਰਨਾ ਚਾਹੀਦਾ ਜੀ। ਕਿਉਂਕਿ ਸਰ ਪਤਾ ਹੈ ਕਿ ਜਿਹੜਾ ਕੋਵਿਡ ਦਾ ਟੈਸਟ ਆ ਉਹਦਾ ਵੀ ਮੇਬੀ 4500 ਰੁਪਈਆ ਉਹਦਾ ਚਾਰਜ ਹੈਗਾ, ਹਨਾ। ਦਿੱਲੀ ਦੇ ਵਿੱਚ ਵਧਾ ਦਿੱਤਾ ਗਿਆ, ਚਲੋ, ਹਨਾ। ਪਰ ਇੱਕ ਜਿਹੜਾ ਆਮ ਨਾਗਰਿਕ ਹੈ ਜਿਹੜਾ ਪਹਿਲਾਂ ਹੀ ਆਪਣੀ 2 ਟੁੱਕ ਦੀ ਰੋਟੀ ਖਾਣ ਦੇ ਲਈ ਮੁਹਤਾਜ ਬੈਠਾ ਹੈ ਕਿ ਅਸੀਂ ਇਦਾਂ ਦੇ ਦੌਰ ਦੇ ਵਿੱਚੋਂ ਲੰਘ ਰਹੇ, ਕੰਮ ਨਹੀਂ ਹੈਗਾ ਤੇ ਸਾਡੇ ਕੋਲ ਪੈਸਾ ਨਹੀਂ ਹੈਗਾ ਰੋਟੀ ਖਾਣ ਦੇ ਲਈ, ਉਹ ਫਿਰ ਜਾਣਬੁੱਝ ਕੇ ਆਪਣੀ ਬਿਮਾਰੀ ਨੂੰ ਲੁਕਾਉਂਦਾ, ਹਨਾ। ਉਹ ਜਿਹੜੀ ਬਿਮਾਰੀ ਆ ਬਾਅਦ ਵਿੱਚ ਥੋੜੀ ਘਾਤਕ ਜਿਹੜੀ ਉਹ ਸਾਬਤ ਹੁੰਦੀ ਹੈ, ਉਹਨੂੰ ਲੱਗਦਾ ਕਿ ਇੱਕ ਖਰਚੇ ਦੇ ਡਰ ਕਾਰਨ। ਹਾਂ, ਉਹਨੂੰ ਇਹੀ ਲੱਗਦਾ ਕਿ ਦੇਖੋ ਜੇ ਇੱਕ ਚੰਗੇ ਹਸਪੀਟਲ ਦੇ ਵਿੱਚ ਜਾਣਾ ਹੋਵੇ, ਕਈ ਵਾਰੀ 5-5 10-10 ਲੱਖ ਬਿੱਲ ਜਿਹੜਾ ਆ ਉੱਥੇ ਬਣਾ ਦਿੱਤਾ ਜਾਂਦਾ ਕਰੋਨਾ ਦੇ ਪੇਸ਼ੈਂਟ ਦਾ। ਜੇ ਘਰ ਦੇ ਵਿੱਚ 3-4 ਜਣੇ ਬਿਮਾਰ ਹੋਣ 30-40 ਲੱਖ ਰੁਪਇਆ ਲੱਗ ਗਿਆ, ਹਨਾ, ਤੇ ਉਹ ਸਾਰੀ ਉਮਰ ਤਾਂ ਜਿਹੜੇ ਆ ਉਹ ਉਦਾਂ ਹੀ ਨਹੀਂ ਉੱਠ ਪਾਉਣਗੇ। ਬਿਲਕੁਲ। ਮਤਲਬ ਅਸੀਂ ਗੱਲ ਕਰ ਰਹੇ ਕਿ ਜਿਹਨਾਂ ਕੋਲ ਹੈ ਹੀ ਕੱਖ ਨਹੀਂ, ਉਹਨਾਂ ਨੂੰ ਸਰਕਾਰ ਨੂੰ ਉਹਨਾਂ ਨੂੰ ਕੋਈ ਨਾ ਕੋਈ ਉਹ ਜੇ ਫਿਰ ਬਚ ਜਾਂਦੇ ਆ। ਉਹਦੇ ਵਿੱਚ ਇਹ ਆ ਕਿ ਅਗਰ ਉਹ ਸਰਕਾਰੀ ਹਸਪੀਟਲ ਜਾਂਦੇ ਆ ਤਾਂ ਉੱਥੇ ਟੋਟਲ ਜਿਹੜਾ ਆ ਕਰੋਨਾ ਦਾ ਇਲਾਜ ਆ ਉਹ ਗਵਰਨਮੈਂਟ ਵੱਲੋਂ ਉਹ ਫ੍ਰੀ ਕੀਤਾ ਜਾਂਦਾ। ਤੇ ਜਿਹੜੇ ਪ੍ਰਾਈਵੇਟ ਹਸਪੀਟਲ ਜਾਂਦੇ ਨੇ ਉਹ ਕੁਝ ਡਰ ਲੱਗਦਾ ਆ ਉਹਨਾਂ ਨੂੰ ਕਿ ਵੀ ਹੋ ਸਕਦਾ ਸਰਕਾਰੀ ਹਸਪੀਟਲ ਦੇ ਵਿੱਚ ਸਾਡੀ ਕੇਅਰ ਨਾ ਕੀਤੀ ਜਾਵੇ, ਕਿਤੇ ਕੋਈ ਮਿਸਹੈਪਨਿੰਗ ਨਾ ਹੋ ਜਾਵੇ। ਇਸ ਲਈ ਡਰ ਦੇ ਲਈ ਉਹ ਇੱਕ ਚੰਗਾ ਟ੍ਰੀਟਮੈਂਟ ਲੈਣ ਦੇ ਚੱਕਰ ਵਿੱਚ ਜਿਹੜੇ ਪ੍ਰਾਈਵੇਟ ਹਸਪੀਟਲਾਂ ਵਿੱਚ ਜਾਂਦੇ ਨੇ ਤਾਂ ਫਿਰ ਉਹ ਪੂਰਾ ਰੇਟ ਜਿਹੜਾ ਆ ਉਹਨਾਂ ਵੱਲੋਂ ਪ੍ਰਾਈਵੇਟ ਹਸਪੀਟਲਾਂ ਵੱਲੋਂ ਲਗਾਇਆ ਜਾ ਰਿਹਾ। ਉਹਨਾਂ ਦਾ ਕਹਿਣਾ ਇਹ ਆ ਕਿ ਜਿੰਨੀ ਵਾਰ ਵੀ ਡਾਕਟਰ ਨੇ ਨਰਸਾਂ ਨੇ ਜਾਂ ਜਾਣਾ ਹਰੇਕ ਵਾਰੀ PPE ਕਿੱਟ ਜਿਹੜੀ ਆ ਉੱਥੇ ਉਹ ਯੂਜ਼ ਹੋਣੀ ਆ ਜਿਹੜੀ ਆਪਣੇ ਆਪ ਵਿੱਚ ਮਹਿੰਗੀ ਆ ਜੀ। ਫਿਰ ਉਸ ਵਾਰਡ ਦੇ ਵਿੱਚ ਹੋਰ ਪੇਸ਼ੈਂਟ ਨਹੀਂ ਹੋਣਗੇ ਜਿਹਦੇ ਕਰਕੇ ਸਾਨੂੰ ਉਸ ਵਾਰਡ ਦਾ ਖਰਚਾ ਜਿਹੜਾ ਆ ਉਹ ਜ਼ਿਆਦਾ ਪੈ ਜਾਂਦਾ ਆ ਜੀ। ਤੇ ਜਿਹੜੇ ਡਾਕਟਰ ਨੇ ਵੀ ਜਿੰਨੀ ਵਾਰ ਜਾਣਾ ਉਹਨੇ PPE ਕਿੱਟ ਪਾ ਕੇ ਜਾਣਾ ਜਾਂ ਹੋਰ ਬਹੁਤ ਸਾਰੀਆਂ ਅਲੱਗ ਤਰੀਕੇ ਦੀਆਂ ਸਹੂਲਤਾਂ ਉਹ ਪੇਸ਼ੈਂਟ ਨੂੰ ਦਿੱਤੀਆਂ ਜਾਂਦੀਆਂ ਜਿਹਦੇ ਕਰਕੇ ਅਸੀਂ ਰੇਟ ਜਿਹੜਾ ਆ ਉਹ ਵੱਧ ਲੈਂਦੇ ਆ। ਸਰ ਇਸ ਸਮੇਂ ਦੇ ਦੌਰਾਨ ਜਿਵੇਂ ਕਿ ਅਸੀਂ ਜਾਣਦੇ ਕਿ ਬਹੁਤ ਸਾਰੇ ਕਹ ਲੋ ਕਿ ਹਸਪੀਟਲ ਬੰਦ ਸੀਗੇ, ਸਿਰਫ ਐਮਰਜੈਂਸੀ ਉੱਥੇ ਜੇ ਕੋਈ ਮਰੀਜ਼ ਆਉਂਦਾ ਸੀ ਉਹਦਾ ਇਲਾਜ ਕੀਤਾ ਜਾਂਦਾ ਸੀ ਜਾਂ ਫਿਰ ਜਿਹੜਾ COVID-19 ਦਾ ਮਰੀਜ਼ ਸੀ, ਹੈ ਨਾ। ਤੇ ਜੇਕਰ ਆਮ ਕਿਸੇ ਨੇ ਜਾਣਾ ਸੀ ਤਾਂ ਉਹ ਮਤਲਬ ਪਰਹੇਜ਼ ਕਰਦਾ ਸੀ ਕਿ ਅਸੀਂ ਹਸਪੀਟਲ ਨਾ ਜਾਈਏ, ਨਾ ਹੀ ਡਾਕਟਰ ਜਿਹੜੇ ਆ ਉਹਨਾਂ ਨੂੰ ਅਟੈਂਡ ਕਰਦੇ ਸੀ, ਹੈ ਨਾ। ਤੇ ਇਸ ਸਮੇਂ ਦੌਰਾਨ ਜਿਵੇਂ ਪਤਾ ਕਿ ਜਿਹੜੀਆਂ PPE ਕਿੱਟਾਂ ਆ ਇਹ ਵੀ ਜ਼ਰੂਰੀ ਹੋ ਗਈਆਂ, ਮਾਸਕ ਹੋ ਗਿਆ, ਜਾਂ ਫਿਰ ਜਦੋਂ ਤੁਸੀਂ ਡਾਕਟਰ ਦੇ ਨੇੜੇ ਜਾਣਾ ਤੁਸੀਂ ਪ੍ਰੋਪਰ ਜਿਹੜੀ ਡਰੈਸ ਪਾਉਂਦੇ ਆ ਉਹ ਇਸ ਸਮੇਂ ਮੈਨੂੰ ਕਿਉਂ ਇਦਾਂ ਲੱਗ ਰਿਹਾ ਕਿ ਉਹ ਡਾਕਟਰਾਂ ਵੱਲੋਂ ਵਪਾਰ ਦਾ ਜਿਹੜਾ ਇੱਕ ਸਾਧਨ ਬਣਾ ਲਿਆ ਗਿਆ। ਬਿਲਕੁਲ ਵਪਾਰ ਦਾ ਸਾਧਨ ਇਦਾਂ ਕਿ ਉਹਨਾਂ ਨੂੰ ਇਹ ਹੈ ਕਿ ਉਹਨਾਂ ਦਾ ਸੀਜ਼ਨ ਹੈ ਹਨਾ, ਸੀਜ਼ਨ ਹੈ ਕਿ ਬਈ ਜਿਹੜੀ ਕਮਾਈ ਹੁੰਦੀ ਹੈ ਕਰ ਲਓ। ਮੈਂ ਉਹੀ ਗੱਲ ਕਹਿ ਕੇ ਹਟਿਆ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਡਾਕਟਰ ਨੇ ਪੂਜਨਿਕ ਨੇ ਸਾਰੇ, ਆਪਾਂ ਇੰਨੀ ਰਿਸਪੈਕਟ ਦੇ ਨਾਲ ਇਹਨਾਂ ਨੂੰ ਦੇਖਦੇ ਆ ਤੇ ਚਾਹੀਦਾ ਇਹ ਆ ਕਿ ਉਹ ਕੋਸ਼ਿਸ਼ ਕਰਨ ਕਿ ਇੱਕ ਮਿਨੀਮਮ ਜੋ ਹੈਗਾ ਆ ਮਿਨੀਮਮ ਮਾਰਜਨ ਲੈ ਕੇ ਉਹ ਲੋਕਾਂ ਦਾ ਇਲਾਜ ਕਰਨ ਤਾਂ ਕਿ ਹੋਰ ਜਿਹੜੀ ਰਿਸਪੈਕਟ ਆ ਉਹਨਾਂ ਦੀ ਸਮਾਜ ਦੇ ਵਿੱਚ ਵਧੇ। ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਜੀ ਕੌਣ ਗੱਲ ਕਰ ਰਹੇ ਹੋ? ਹੈਲੋ, ਮੈਂ ਜਿਹਨੇ ਪ੍ਰਦੀਪ ਮੱਲ ਗੱਲ ਕਰ ਰਿਹਾ ਜੀ। ਹਾਂਜੀ ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਹੜੇ ਟੌਪਿਕ ਤੇ ਗੱਲ ਕਰਨਾ ਚਾਹੁੰਦੇ ਹੋ, ਚਾਈਨਾ ਦੇ ਸਮਾਨ ਦੇ ਬਾਰੇ ਜਾਂ ਕਰੋਨਾ ਦੇ ਬਾਰੇ ਵਿੱਚ ਕੀ ਕਰਨਾ ਚਾਹੁੰਦੇ ਹੋ? ਇਹ ਦੋਨਾਂ ਤੇ ਥੋੜੀ ਗੱਲ ਕਰਨਾ ਚਾਹੁੰਦੇ ਆ ਜੀ। ਦੇਖੋ, ਕਰੋਨਾ ਉੱਤੇ ਵੀ ਗੱਲ ਕਰਨਾ ਚਾਹੁੰਦੇ ਆ। ਕਰੋਨਾ ਉੱਤੇ ਜਿਹੜੀ ਫਗਵਾੜੇ ਦੇ ਵਿੱਚ ਇੱਕ ਲੇਟੈਸਟ ਜਿਹੜੀ ਮੰਦਭਾਗੀ ਖਬਰ ਆਈ ਹੈ ਕਿ ਜਿਹੜੇ SHO ਸਾਹਿਬ ਸਿਟੀ ਦੇ ਸੀਗੇ ਬਰਾੜ ਸਾਹਿਬ, ਉਹ ਜਿਹੜੇ ਆ ਪੋਜ਼ਿਟਿਵ ਪਾਏ ਗਏ ਤੇ ਉਹਨਾਂ ਬੜਾ ਦਿਲ ਦੁਖੀ ਵੀ ਆ ਕਿਉਂਕਿ ਉਹਨਾਂ ਨੇ ਲਗਾਤਾਰ 2.5-3 ਮਹੀਨਿਆਂ ਤੋਂ ਬੜੀ ਸੇਵਾ ਕੀਤੀ ਹੈ। ਇੱਕ ਯੋਧਿਆਂ ਵਾਂਗੂ ਜਿਹੜਾ ਫਗਵਾੜੇ ਦੇ ਵਿੱਚ ਉਤਰ ਕੇ ਲੋਕਾਂ ਨੂੰ ਸਮਝਾਇਆ ਵੀ ਤੇ ਤੋਂ ਕਿੱਦਾਂ ਬਚਣਾ ਹੈ, ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਈ ਆ ਤੇ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਉਹ ਜਲਦ ਤੋਂ ਜਲਦ ਜਿਹੜਾ ਠੀਕ ਹੋਣ। ਬਿਲਕੁਲ ਜੀ। ਤੇ ਦੂਸਰਾ ਸਰ ਇਹ ਜਿਹੜਾ ਚਾਈਨਾ ਦਾ ਚੱਲ ਰਿਹਾ ਆ ਇਹ ਤੇ ਥੋੜਾ ਜਿਹਾ ਆਪਾਂ ਨੂੰ ਸੰਖੇਪ ਦੇ ਵਿੱਚ ਸੋਚਣਾ ਪੈਣਾ ਕਿ ਸਾਡੀਆਂ ਜਿਹੜੀਆਂ ਇੰਟਰਨੈਸ਼ਨਲ
ਕੰਟਰੀ ਦੇ ਨਾਲ ਸੰਬੰਧਿਤ ਇਕਨੋਮਿਕਲ ਸਾਡੀਆਂ ਜਿਹੜੀਆਂ ਸਾਂਝਾਂ ਹੁੰਦੀਆਂ ਹਾਂਜੀ ਉਹਦੇ ਬਹੁਤ ਸਾਰਾ ਵਪਾਰ ਨਾਲ ਜੁੜਿਆ ਹੋਇਆ। ਇਹ ਤਾਂ ਆਪਾਂ ਆਮ ਲੋਕਾਂ ਨੂੰ ਜਿਹੜਾ ਕੀ ਕਹਿੰਦੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਟੀਵੀ ਤੋੜ ਦਿਓ ਜੀ, ਆਹ ਕਰ ਦਿਓ ਇਸ ਤਰ੍ਹਾਂ ਨਹੀਂ ਹੈਗਾ। ਜੇ ਆਪਾਂ ਮੋਬਾਈਲ ਫੋਨਾਂ ਦੀ ਗੱਲ ਕਰਦੇ ਆ ਜੀ, ਆਹ ਮੋਬਾਈਲ ਫੋਨ ਉਹ ਕੰਪਨੀ ਦੇ ਆ। ਆਪਣੇ ਇੰਡੀਆ ਦੇ ਵਿੱਚ ਜੋ ਮੈਂ ਇਲੈਕਟ੍ਰੋਨਿਕਸ ਦਾ ਇੰਜੀਨੀਅਰ ਆ ਜੀ। ਅੱਛਾ ਜੀ। ਸਾਡੇ ਇੰਡੀਆ ਦੇ ਵਿੱਚ ਜਿਹੜੀਆਂ ਛੋਟੀਆਂ ਚਿਪਸ ਨੇ, ਜਿਹਨੂੰ ਮਾਈਕਰੋ ਚਿਪਸ ਕਹਿੰਦੇ ਆ, ਉਹ ਹਾਲੇ ਜਿਹੜੀਆਂ ਮੈਨੂਫੈਕਚਰ ਨਹੀਂ ਹੁੰਦੀਆਂ, ਉਹ ਸਾਰੀਆਂ ਆਪਾਂ ਬਾਹਰਲੀ ਕੰਟਰੀਆਂ ਤੋਂ ਮੰਗਾਉਂਦੇ ਆ ਤੇ ਸਿਰਫ ਆਪਾਂ ਅਸੈਂਬਲ ਕਰਦੇ ਆ ਇੱਥੇ ਜੀ। ਭਾਵੇਂ ਚਾਹੇ ਉਹ ਐਪਲ ਦਾ ਫੋਨ ਆ, ਉਹਦੇ ਉੱਤੇ ਲਿਖ ਲਿਆ ਮੇਡ ਇਨ ਚਾਈਨਾ ਲਿਖਿਆ ਹੁੰਦਾ ਹੈ, ਕਿਉਂਕਿ ਉਹਦਾ ਸਾਰਾ ਜਿਹੜਾ ਸਮਾਨ ਉੱਧਰ ਬਣਦਾ ਹੋਇਆ। ਬਿਲਕੁਲ। ਇਹ ਜਿਹੜੀਆਂ ਨੈਸ਼ਨਲ ਲੈਵਲ ਤੇ ਜਿਹੜੀਆਂ ਉਹਨਾਂ ਸਾਂਝਾਂ ਨੇ, ਜਿਹੜਾ ਬੜਾ ਦੁੱਖ ਵਾਲੀ ਗੱਲ ਆ ਕਿ ਜਿਹੜੇ ਸਾਡੇ ਫੌਜੀਆਂ ਨੂੰ ਆ ਰਹੇ ਉਹਨਾਂ ਨੇ, ਉਹਦਾ ਜਿਹੜਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀਗਾ। ਬਿਲਕੁਲ ਜੀ। ਕਿਉਂਕਿ ਜਦੋਂ ਪਹਿਲਾਂ ਵੀ ਅਸੀਂ ਕਾਂਗਰਸ ਦੀ ਸਰਕਾਰ ਸੀ, ਉਦੋਂ ਜਿਹੜੀ ਪਹਿਲੀ ਲੜਾਈ ਚਾਈਨਾ ਤੋਂ ਹਾਰੇ ਸੀਗੇ, ਉਦੋਂ ਮੰਦਭਾਗੀ ਘਟਨਾ ਹੋਈ ਸੀ ਕਿ ਜਦੋਂ ਅਸੀਂ ਵਾਰ ਹਾਰ ਗਏ, ਇੱਕ ਹਿੱਸਾ ਜਿਹੜਾ ਟੁਕੜੀ ਜਿਹੜੀ ਹਿਮਾਲਿਆ ਸੀਗੀ, ਅਕਸਾਈ ਚਲ ਉਹਨਾਂ ਕੋਲ ਚਲ ਗਏ, ਸਿਆਚਨ ਸਾਡੇ ਤੋਂ ਰਹਿ ਗਿਆ ਸੀ। ਬਿਲਕੁਲ। ਹਾਂਜੀ, ਇਹ ਸਾਰੀਆਂ ਜਿਹੜੀਆਂ ਨੈਸ਼ਨਲ ਲੈਵਲ ਤੇ ਜਿਹੜੀਆਂ ਕਮੀਆਂ ਆ, ਜਿਹੜੇ ਸਾਡਾ ਫੌਜੀ ਵੀਰ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਪ੍ਰਣਾਮ ਕਰਦੇ ਆ ਤੇ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਨੂੰ ਲਾਮਬੰਦ ਕਰਨ। ਜਿਹੜੇ ਟ੍ਰੀਟਿਸ ਵਗੈਰਾ ਇਹਨਾਂ ਦੀਆਂ ਹੁੰਦੀਆਂ, ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਹੁੰਦੇ ਆ, ਕਿਉਂਕਿ ਅਸੀਂ ਸਟੱਡੀ ਕਰਦੇ ਰਹੇ ਆ, ਉਹਨਾਂ ਨੂੰ ਫੋਰਸ ਜਿਹੜੇ ਫੈਸਲੇ ਲੈਣੇ ਚਾਹੀਦੇ ਆ। ਬਿਲਕੁਲ ਜੀ। ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ। ਮਿਹਰਬਾਨੀ। ਹਾਂਜੀ ਸਰ, ਗੱਲ ਇਹ ਹੈ ਕਿ ਜੇਕਰ ਅਸੀਂ ਚਾਈਨਾ ਦੇ ਸਮਾਨ ਦਾ ਬਾਈਕਾਟ ਕਰਨਾ ਚਾਹੁੰਦੇ ਆ ਜਾਂ ਅਸੀਂ ਕਰ ਰਹੇ ਆ, ਫਿਲਹਾਲ ਜਿਹੜਾ ਸਾਡੀ ਜੋ ਡੀਲ ਹੋਈ ਹੈ, ਕਈਆਂ ਦੇ 2-2 ਸਾਲ ਦੇ ਕੰਟਰੈਕਟ ਹੈਗੇ, 3-3 ਸਾਲ ਦੇ ਕੰਟਰੈਕਟ ਆ, ਉਹਨਾਂ ਦੇ ਮਤਲਬ ਉਸ ਕੰਟਰੈਕਟ ਤੱਕ ਸਾਨੂੰ ਚੱਲਣਾ ਪੈਣਾ। ਉਦੋਂ ਤੱਕ ਸਰਕਾਰ ਨੂੰ ਇੱਕ ਗਰਾਊਂਡ ਲੈਵਲ ਤੇ ਇਹਦੇ ਕਹ ਲੋ ਕਿ ਇੱਕ ਇਦਾਂ ਦੀ ਲੀਵ ਤਿਆਰ ਕਰਨੀ ਪੈਗੀ। ਹੁਣ ਜਦੋਂ ਗੱਲ ਕਰਦੇ, ਬਿਲਕੁਲ ਸਹੀ ਕਹਿ ਰਹੇ ਨੇ। ਸਾਡੀ ਵੀ ਇਸ ਟੌਪਿਕ ਤੇ ਕਈ ਵਾਰੀ ਗੱਲ ਹੁੰਦੀ ਹੈ ਕਿ ਬਹੁਤ ਸਾਰੇ ਆਈਸੀ ਨੇ, ਚਿਪ ਨੇ ਜਾਂ ਹੋਰ ਇਦਾਂ ਦੀਆਂ ਚੀਜ਼ਾਂ ਨੇ ਜੋ ਕਿ ਇੰਡੀਆ 'ਚ ਬਣਦੀਆਂ ਨਹੀਂ, ਉਹ ਮੈਕਸਿਮਮ 90% ਜਿਹੜਾ ਹੈ ਆਉਂਦਾ ਚਾਈਨਾ ਤੋਂ ਆ। ਮਤਲਬ ਗੱਲ ਇਹ ਹੈ ਕਿ ਪਹਿਲਾਂ ਅਸੀਂ ਸ਼ੁਰੂ ਕਰੀਏ ਆਪ ਕਰਨਾ। ਉਹ ਤਾਈਵਾਨ ਜਾਂ ਜਾਪਾਨ ਤੋਂ ਵੀ ਸਕਦਾ, ਲੇਕਿਨ ਉਹਨਾਂ ਦੇ ਰੇਟ ਤੇ ਜਿਹੜੇ ਚਾਈਨਾ ਦੇ ਰੇਟ ਆ, ਉਹ ਜ਼ਮੀਨ ਆਸਮਾਨ ਦਾ ਫਰਕ ਆ। ਚਾਈਨਾ ਨੇ ਕਹ ਲੋ ਕਿ ਥੋੜੇ ਰੇਟ ਤੇ ਸਾਨੂੰ ਸਮਾਨ ਦੇ ਕੇ ਯੂਜ਼ ਟੂ ਕਰ ਲਿਆ, ਸਸਤਾ ਦੇ ਕੇ। ਲੇਕਿਨ ਹਾਂ, ਉਹ ਚੀਜ਼ ਜ਼ਰੂਰ ਹੈ ਕਿ ਉਹਨਾਂ ਦੀ ਕੁਆਲਿਟੀ ਜਿਹੜੀ ਆ ਬਹੁਤ ਜ਼ਿਆਦਾ ਡਾਊਨ ਹੁੰਦੀ ਆ। ਉਹ ਕੁਆਂਟੀਟੀ ਤੇ ਯਕੀਨ ਕਰਦੇ ਨੇ, ਕੁਆਲਿਟੀ ਤੇ ਯਕੀਨ ਨਹੀਂ ਕਰਦੇ, ਹਨਾ। ਇਸ ਕਰਕੇ ਚਾਈਨਾ ਦੀ ਕੁਆਲਿਟੀ ਜ਼ਰੂਰ ਡਾਊਨ ਹੁੰਦੀ ਆ ਤੇ ਲੇਕਿਨ ਜਿਹੜੇ ਦੂਜੀਆਂ ਕੰਟਰੀਆਂ ਦੇ ਤੋਂ ਜੇ ਉਹ ਚੀਜ਼ ਮੰਗਵਾਈ ਜਾਂਦੀ ਆ, ਉਹ ਸਾਨੂੰ ਮਹਿੰਗੀ ਪੈਂਦੀ ਆ। ਉਹਦਾ ਫਿਰ ਗਾਹਕ ਜਿਹੜਾ ਆ ਉਹ ਉਹਨਾਂ ਸਾਨੂੰ ਨਹੀਂ ਮਿਲਦਾ। ਤੇ ਇੱਕ ਆਪਾਂ ਅਗਰ ਇੰਡੀਆ ਦੀ ਗੱਲ ਕਰਦੇ ਆ ਮਨਪ੍ਰੀਤ, ਕਿ ਜਿਹੜੀ PPE ਕਿੱਟ ਆ, ਉਹ ਬਹੁਤ ਸਾਰੇ ਜਿਹੜੀਆਂ ਫੈਕਟਰੀਆਂ ਉਹਨਾਂ ਨੂੰ ਬਣਾਉਣ ਦਾ ਆਰਡਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਫਗਵਾੜਾ ਤੋਂ ਇੱਕ JCT ਜਿਹੜੀ ਟੈਕਸਟਾਈਲਸ ਆ, ਉਹਨਾਂ ਨੂੰ ਵੀ ਉਹ ਦਿੱਤਾ ਗਿਆ ਸੀ। ਤੇ ਹੁਣ ਕਿਹਾ ਗਿਆ ਆ ਕਿ ਉਹਨਾਂ ਦੇ ਜਿਹੜੇ ਆਰਡਰ ਨੇ ਉਹ ਅੱਗੇ ਰੋਕ ਦਿੱਤੇ ਗਏ ਨੇ ਕਿ ਉਹਨਾਂ ਦੀ ਜਿਹੜੀ ਕੁਆਂਟੀਟੀ ਆ 50% ਜਿਹੜੀ ਆ ਉਹਨਾਂ ਤੋਂ ਲਈ ਜਾਏਗੀ, ਜਦੋਂ ਕਿ ਉਹਨਾਂ ਨੇ ਤਿਆਰੀ ਉਸ ਹਿਸਾਬ ਨਾਲ ਕੀਤੀ ਹੋਈ ਆ ਬਣਾਉਣ ਦੀ। ਤੇ ਇੱਕ ਲਾਅ ਦੇਖੋ ਜਿਹੜੀਆਂ ਫੈਕਟਰੀਆਂ ਵਾਲੇ ਨੇ ਉਹ ਪਰੇਸ਼ਾਨ ਕਿੱਦਾਂ ਹੁੰਦੇ ਨੇ। ਜਿੱਥੇ ਸਾਡਾ ਲਾਅ ਦਾ ਫਰਕ ਆ ਜਾਂਦਾ, ਉਹ ਆ ਜਾਂਦਾ ਕਿ ਇੱਕ ਕਾਨੂੰਨ ਆ ਕਿ ਵੀ ਜਦ ਤੱਕ ਇੰਡੀਆ ਦੇ ਵਿੱਚ ਇਹ ਮਹਾਮਾਰੀ ਚੱਲਦੀ ਆ, ਉਨੀ ਦੇਰ ਤੱਕ ਉਹ PPE ਕਿੱਟਾਂ ਐਕਸਪੋਰਟ ਵੀ ਨਹੀਂ ਕਰ ਸਕਦੇ, ਲਾਇਸੈਂਸ ਹੋਣ ਦੇ ਬਾਵਜੂਦ ਐਕਸਪੋਰਟ ਨਹੀਂ ਕਰ ਸਕਦੇ। ਉਹ ਕਹਿ ਰਹੇ ਨੇ ਕਿ ਜੇ ਗਵਰਨਮੈਂਟ ਨੂੰ ਜਿੰਨੀ ਲੋੜ ਆ ਅਸੀਂ ਦੇਣ ਨੂੰ ਤਿਆਰ ਆ। ਗਵਰਨਮੈਂਟ ਕਹਿੰਦੀ ਸਾਨੂੰ ਇੰਨੀ ਲੋੜ ਨਹੀਂ ਹੈਗੀ, ਨਾ ਬਣਾਓ। ਉਹ ਕਹਿੰਦੇ ਅਸੀਂ ਬਣਾਈ ਆ, ਆਪਣਾ ਪ੍ਰੋਡਕਸ਼ਨ ਕੀਤੀ ਹੋਈ ਆ, ਸਾਡੇ ਕੋਲ ਪਈਆਂ ਨੇ, ਜਾਂ ਅਸੀਂ ਬਣਾਉਣ ਨੂੰ ਤਿਆਰ ਆ, ਅਸੀਂ ਉਹਦਾ ਅਰੇਂਜਮੈਂਟ ਕੀਤੇ ਹੋਏ ਨੇ, ਜਾਂ ਤਾਂ ਸਾਨੂੰ ਇਹਨੂੰ ਬਾਹਰ ਭੇਜਣ ਦੀ ਆਗਿਆ ਦਿੱਤੀ ਜਾਵੇ ਜਾਂ ਤੁਸੀਂ ਇਹਦੇ ਖਰੀਦ ਲਓ। ਉਹ ਕਹਿੰਦੇ ਅਸੀਂ ਖਰੀਦਣਾ ਨਹੀਂ, ਬਾਹਰ ਤੁਸੀਂ ਭੇਜਣਾ ਨਹੀਂ। ਨੁਕਸਾਨ ਕਿਹਦਾ ਹੋਇਆ? ਫੈਕਟਰੀ ਵਾਲੇ ਦਾ। ਜਦੋਂ 1-2 ਵਾਰੀ ਇਦਾਂ ਹੁੰਦੀ ਆ ਤਾਂ ਉਹਨਾਂ ਦਾ ਵੀ ਜਿਹੜਾ ਆ ਉਹ ਮਨੋਬਲ ਜਿਹੜਾ ਆ ਉਹ ਟੁੱਟ ਜਾਂਦਾ ਹੈ। ਜੇ ਉਹ ਟੁੱਟਦਾ ਆ ਤਾਂ ਜਿਹੜੇ ਹੋਰ ਨਵੇਂ ਪ੍ਰੋਡਕਟ ਬਣਨੇ ਹੁੰਦੇ ਆ, ਨਵੀਆਂ ਚੀਜ਼ਾਂ ਉੱਤੇ ਕੰਮ ਹੋਣਾ ਹੁੰਦਾ, ਉਹ ਆਪਣੇ ਆਪ ਉਹ ਤੋਂ ਆਪਣੇ ਪੈਰ ਆ ਉਹ ਪਿੱਛੇ ਖਿੱਚਣ ਲੱਗ ਪੈਂਦੇ ਆ। ਤੇ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਜਦੋਂ ਉਹ ਕੁਆਂਟੀਟੀ 'ਚ ਕੋਈ ਵੀ ਚੀਜ਼ ਬਣੇਗੀ ਨਾ, ਉਹਦਾ ਰੇਟ ਡਾਊਨ ਆ ਜਾਏਗਾ, ਤੇ ਜੇ ਥੋੜੀ ਬਣੇਗੀ ਉਹਦਾ ਰੇਟ ਜਿਹੜਾ ਆ ਉਹ ਅਪ ਚਲੇ ਜਾਏਗਾ। ਤੇ ਇਦਾਂ ਹੀ ਅਸੀਂ ਜਦੋਂ ਕੁਆਂਟੀਟੀ ਵਿੱਚ ਚੀਜ਼ ਬਣਾਵਾਂਗੇ, ਫਿਰ ਹੀ ਅਸੀਂ ਚਾਈਨਾ ਦੇ ਮਾਲ ਦੀ ਜਿਹੜੀ ਆ ਮੁਕਾਬਲਾ ਕਰ ਸਕਦੇ ਆ ਤੇ ਆਪਾਂ ਉਹਨੂੰ ਇੱਥੇ ਉਹ ਬਣਾ ਸਕਦੇ ਆ। ਤੇ ਸਰ, ਆਪਾਂ ਜਿੱਦਾਂ ਕਿੱਟ ਦੀ ਗੱਲ ਕਰ ਰਹੇ ਸੀ ਕਿ ਜਦੋਂ ਅਸੀਂ ਡਾਕਟਰ ਕੋਲ ਜਾਂਦੇ ਆ, ਖਾਸ ਕਰ ਦੰਦਾਂ ਵਾਲੇ ਡਾਕਟਰਾਂ ਕੋਲ, ਹਨਾ, ਇੱਕ ਗੱਲ ਦੇਖਣ ਨੂੰ ਆਈ ਹੈ ਸਾਹਮਣੇ, ਮਾੜੀ ਜੀ ਤੁਹਾਨੂੰ ਪੇਨ ਆ, ਤੁਹਾਨੂੰ ਕਹਿ ਲਓ ਕਿ ਉਹ ਜਿਹੜਾ ਇਲਾਜ ਹੈ, ਜਿਹੜਾ ਘਰੇਲੂ ਇਲਾਜ ਉਹ ਤੁਸੀਂ ਕਰ ਸਕਦੇ, ਆਖਰਕਾਰ ਤੁਹਾਨੂੰ ਡਾਕਟਰ ਕੋਲ ਜਾਣਾ ਪੈਂਦਾ, ਹਨਾ। ਤੇ ਤੁਸੀਂ ਜਦੋਂ ਡਾਕਟਰ ਕੋਲ ਜਾਂਦੇ, ਜ਼ਿਆਦਾਤਰ ਦੇਖਣ 'ਚ ਇਹ ਆਉਂਦਾ ਕਿ ਪਹਿਲਾਂ ਤੁਹਾਡੇ ਕਹਿ ਲਓ ਕਿ ਸੈਨੀਟਾਈਜ਼ਰ ਦਾ ਖਰਚਾ ਵੀ ਲਿਆ ਜਾਂਦਾ, ਫਿਰ ਜਿਹੜੀ ਕਿੱਟ ਆ ਉਹ 300 ਤੋਂ 400 ਰੁਪਇਆ ਉਹਦਾ ਲਿਆ ਜਾਂਦਾ। ਇੱਕ ਆਮ ਨਾਗਰਿਕ ਹੈ ਜਿਹਦੇ ਕੋਲ ਹੈ ਹੀ 500 ਰੁਪਇਆ, ਵਿਚਾਰਾ ਕਿਰਾਇਆ ਲਾ ਕੇ ਮਸੀ ਡਾਕਟਰ ਤੱਕ ਪਹੁੰਚਿਆ, 300 ਰੁਪਇਆ ਉਹਨੇ ਜੇਕਰ ਕਿੱਟ ਦਾ ਦੇਤਾ ਤਾਂ ਡਾਕਟਰ ਦੀ ਫੀਸ ਕਿੱਥੋਂ ਦਊਗਾ, ਦਵਾਈ ਕਿੱਥੋਂ ਲਊਗਾ? ਮੇਨ ਗੱਲ ਇਹ ਆ ਤੁਸੀਂ ਮਾੜੀ ਜੀ ਪ੍ਰੋਬਲਮ ਦੇ ਲਈ ਵੀ ਕਹਿ ਲਓ ਕਿ ਉਹ ਕਿੱਟ ਪਹਿਲਾਂ ਜਿਹੜੀ ਲਾਜ਼ਮੀ ਕੀਤੀ ਗਈ ਹੈ ਕਿ ਉਹ ਪਾ ਕੇ ਤੁਸੀਂ ਐਂਟਰ ਕਰ ਸਕਦੇ, ਉਹਦੀ ਗੱਲ ਕਰ ਰਹੇ।
ਆਉਣ ਵਾਲੇ ਟਾਈਮ ਦੇ ਵਿੱਚ ਨਾ ਦੇਖੋ ਇਹ ਤਾਂ ਇੱਕ ਗੱਲ ਹੋ ਗਈ ਕਿ ਡਾਕਟਰ ਨੇ ਕਿਟ ਪਾਈ, ਉਹਦੇ ਪੈਸੇ ਉਹਨਾਂ ਤੋਂ ਲੈ ਰਹੇ, ਜਦੋਂ ਫੀਸ ਲੈ ਰਹੇ ਆ ਉਹਦੇ ਵਿੱਚ ਉਹਨੂੰ ਕਰਨੇ ਚਾਹੀਦੇ ਨਾ ਵੀ ਉਹਦਾ ਆਪਣੀ ਸੇਫਟੀ ਦੇ ਲਈ ਉਹਨੇ ਪਾਈ ਆ, ਤੇ ਜਾਂ ਜਿਹੜਾ ਸਾਡੇ ਪੇਸ਼ੈਂਟ ਆਇਆ ਉਹਦੀ ਸੇਫਟੀ ਦੇ ਲਈ ਪਾਈ ਆ, ਉਹ ਉਹਨਾਂ ਦੀਆਂ ਚਾਰजेस ਜਿਹੜੇ ਆ ਐਕਸਟਰਾ ਆ ਉਹ ਪੇਸ਼ੈਂਟ ਕੋਲੋਂ ਨਹੀਂ ਲੈਣੇ ਚਾਹੀਦੇ। ਪਰ ਇੱਕ ਮੈਨੂੰ ਹੁਣ ਗੱਲ ਕਰਦੇ ਕਰਦੇ ਇੱਕ ਮੇਰੇ ਮਾਈਂਡ ਦੇ ਵਿੱਚ ਗੱਲ ਆ ਗਈ ਕਿ ਉਹ ਵੀ ਟਾਈਮ ਦੂਰ ਨਹੀਂ ਹੈਗਾ ਜਿੱਥੇ ਨਾ ਕਿ ਵਿਆਹਾਂ ਦੇ ਉੱਤੇ ਰੀਬਨ ਕਟਾਈ ਦੀ ਰਸਮ ਕੀਤੀ ਜਾਂਦੀ ਸੀ, ਹੁਣ ਪਹਿਲਾਂ ਸੈਨੀਟਾਈਜ਼ਰ ਨਾਲ ਹੱਥ ਧੋਾਈ ਦੀ ਰਸਮ ਜਾਂ ਇਦਾਂ ਦੇ ਜਿਹੜੇ ਆ ਉਹ ਵੀ ਦੇਖੀ ਜਿਹੜੀਆਂ ਹੋਣੀਆਂ ਉਹ ਸ਼ੁਰੂ ਹੋ ਜਾਣੀਆਂ। ਬਿਲਕੁਲ ਬਿਲਕੁਲ, ਮਤਲਬ ਕਹਿ ਲਓ ਕਿ ਸਮੇਂ ਦੇ ਹਿਸਾਬ ਦੇ ਨਾਲ, ਮਾਹੌਲ ਦੇ ਹਿਸਾਬ ਨਾਲ ਸਾਨੂੰ ਚੇਂਜ ਹੋਣਾ ਪੈਣਾ ਹੈ ਨਾ। ਤੇ ਡੇਲੀ ਰੂਟੀਨ ਦੇ ਵਿੱਚ ਕਹਿ ਲਓ ਕਿ ਜਿਹੜਾ ਮਾਸਕ ਹੈ, ਸੈਨੀਟਾਈਜ਼ਰ, ਉਹ ਤਾਂ ਆ ਹੀ ਚੁੱਕਾ ਤੇ ਚੱਲਣਾ ਵੀ ਇਦਾਂ ਹੀ ਚੱਲਣਾ ਵੀ ਇਦਾਂ ਜੀ। ਤੇ ਅਸੀਂ ਪਰਮਾਤਮਾ ਅੱਗੇ ਇਹੀ ਦੁਆ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਕੋਵਿਡ ਦਾ ਦੌਰ ਚੱਲ ਰਿਹਾ ਹੈ ਖਤਮ ਹੋਵੇ, ਅਸੀਂ ਮੁੜ ਤੋਂ ਆਪਣੇ ਉਸ ਜੀਵਨ ਦੇ ਵਿੱਚ ਆਈਏ ਜਿੱਥੇ ਅਸੀਂ ਸਾਰੇ ਖੁਸ਼ਹਾਲ ਸੀ, ਬੇਪਰਵਾਹ ਸੀਗੇ, ਹੈਨਾ। ਤੇ ਸਰ ਜਾਂਦੇ ਜਾਂਦੇ ਗੱਲ ਕਰਦੇ ਆ ਪੰਜਾਬ ਦੀ ਕੀ ਰਿਪੋਰਟ ਹੈਗੀ ਆ। ਤੇ ਜੇਕਰ ਗੱਲ ਕਰੀਏ ਕੋਵਿਡ-19 ਦੀ, ਪੰਜਾਬ ਦੇ ਵਿੱਚ ਜਿਹੜਾ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਜਿਹੜੀਆਂ ਕਹ ਲਓ ਕਿ 10 ਮੌਤਾਂ ਹੋਈਆਂ, ਉਹ ਇੱਕ ਬੜਾ ਚਿੰਤਾ ਦਾ ਜਿਹੜਾ ਵਿਸ਼ਾ ਬਣਿਆ ਹੋਇਆ ਹੈ। ਵਧਦੀਆਂ ਨਹੀਂ ਤਾਂ ਕਿਤੇ 10 ਦਿਨਾਂ ਬਾਅਦ ਇੱਕ ਮੌਤ ਹੁੰਦੀ ਹੁੰਦੀ ਜੀ। ਤੇ 214 ਜਿਹੜੇ ਨਵੇਂ ਉਹ ਕੇਸ ਆਏ ਨੇ। ਤੇ ਗੱਲ ਉੱਥੇ ਜੇਕਰ ਅਸੀਂ ਕਰੀਏ ਭਾਰਤ ਦੀ ਸਥਿਤੀ ਇਸ ਸਮੇਂ ਬਹੁਤ ਜ਼ਿਆਦਾ ਕਹ ਲਓ ਕਿ ਕੋਵਿਡ-19 ਨੂੰ ਲੈ ਕੇ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਕੇਸ ਜਿਹੜੇ ਜਿੱਥੇ ਪਹਿਲਾਂ 5000 ਦਾ ਅੰਕੜਾ 24 ਘੰਟਿਆਂ ਦੇ ਵਿੱਚ ਆਉਂਦਾ ਸੀ, ਫਿਰ 7 ਦਾ ਹੋ ਗਿਆ, 10 ਦਾ ਹੋ ਗਿਆ। ਅੱਜ ਦੀ ਜਿਹੜੀ ਰਿਪੋਰਟ ਹੈ ਕਿ 14516 ਨਵੇਂ ਕੇਸ 24 ਘੰਟਿਆਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਆਏ ਨੇ। ਤੇ ਕੁੱਲ ਪੀੜਤ ਹੁਣ ਤੱਕ ਜਿਹੜੇ 3,95,048 ਕਹਿ ਲਓ ਕਿ ਅਸੀਂ 4 ਲੱਖ ਦੇ ਕਰੀਬ ਪਹੁੰਚ ਗਏ ਆ, ਹਨਾ। ਕਹਿ ਲਓ ਕਿ ਬੜੀ ਤੇਜ਼ੀ ਨਾਲ, ਜਿੱਥੇ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਕੇਸ ਆ ਰਹੇ ਨੇ ਪਰ ਮੌਤਾਂ ਦਾ ਅੰਕੜਾ ਬਹੁਤ ਘੱਟ ਹੈ ਉਹਨਾਂ ਦੇ ਬਰਾਬਰ, ਹਨਾ। ਤੇ ਮੌਤਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਤੇ ਜਿਹੜੇ ਪੀੜਤ ਆ ਉਹ ਵੀ ਜਿਹੜਾ ਅੰਕੜਾ ਆ ਉਹ ਤੇਜ਼ੀ ਨਾਲ ਜਿਹੜਾ ਵਧਦਾ ਜਾ ਰਿਹਾ। ਸੋ ਇਹ ਜਿਹੜਾ ਸਮਾਂ ਆ ਕਹਿ ਲਓ ਕਿ ਥੋੜਾ ਜਿਹਾ ਚਿੰਤਾ ਦਾ ਜਿਹੜਾ ਬਣਿਆ ਹੋਇਆ, ਤੇ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਆ। ਜਿਹੜੀਆਂ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ, ਜਾਂ ਫਿਰ ਜਿਹੜੀਆਂ ਜ਼ਰੂਰੀ ਵਸਤੂਆਂ ਜਿਵੇਂ ਮਾਸਕ ਆ, ਸੈਨੀਟਾਈਜ਼ਰ ਆ, ਦੂਰੀ ਬਣਾਉਣਾ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਇਹਨਾਂ ਨੂੰ ਆਪਣੇ ਰੂਟੀਨ ਦੇ ਵਿੱਚ ਲੈ ਕੇ ਆਈਏ, ਨਾ ਹੀ ਅਸੀਂ ਇਹਨਾਂ ਦੀ ਉਲੰਘਣਾ ਕਰੀਏ, ਨਾ ਹੀ ਅਸੀਂ ਚਲਾਨ ਕਟਾਈਏ, ਹੈ ਨਾ। ਤੇ ਜਾਂਦੇ ਜਾਂਦੇ ਇੱਕ ਵਾਰੀ ਅਸੀਂ ਮੁੜ ਤੋਂ ਅਰਦਾਸ ਕਰਦੇ ਹਾਂ ਕਿ ਸਾਡੇ ਜਿਹੜੇ ਯੋਧੇ ਕਰੋਨਾ ਪੋਜ਼ਿਟਿਵ ਆਏ ਨੇ ਅੱਜ ਫਗਵਾੜੇ ਦੇ, ਉਹ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਤੇ ਮੁੜ ਤੋਂ ਆਪਣੀਆਂ ਡਿਊਟੀਆਂ ਤੇ ਪਹੁੰਚਣ ਤੇ ਸਾਡੀ ਜਿਹੜੀ ਸੇਫਟੀ ਆ ਉਹ ਬਣਾਈ ਰੱਖਣ, ਹੈ ਨਾ। ਸੋ ਹੁਣ ਤੱਕ ਦੇ ਲਈ ਇਹੀ ਦਿਓ ਇਜਾਜ਼ਤ। ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।